मैं विजय सिंह ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਸਭ ਤੋਂ ਪਹਿਲਾਂ ਮੈਂ ਰਵੀ ਤਨੇਜਾ ਹੋਰਾਂ ਦਾ ਧੰਨਵਾਦ ਦੇਣਾ ਚਾਹਾਂਗਾ ਕਿ ਉਹਨਾਂ ਨੇ ਜ਼ਿੰਮੇਵਾਰੀ ਮੈਨੂੰ ਸੌਂਪੀ। ਹਾਲਾਂਕਿ ਪੰਜਾਬੀ ਰੰਗਮੰਚ ਨਾਲ ਮੇਰਾ ਉਹਨਾਂ ਵਾਹ ਪਿਆ ਨਹੀਂ ਜੋ ਵੀ ਮੈਂ ਥੋੜਾ ਬਹੁਤ ਕੀਤਾ ਉਸ ਨੂੰ ਉਹਨਾਂ ਨੇ ਮਾਣ ਦਿੱਤਾ ਤੇ ਮੈਨੂੰ ਆਪਣੇ ਨਾਲ ਜੋ ਵੀ ਰੱਖਿਆ ਹੈ ਆਈ ਐਮ ਥੈਂਕਫੁਲ ਟੂ ਹਿਮ। ਅੱਜ ਦਾ ਦਿਨ ਮੇਰੇ ਲਈ ਕਾਫੀ ਖਾਸ ਨਾ ਸਿਰਫ ਇਸ ਕਰਕੇ ਹੈ ਕਿ ਅਸੀਂ ਰੰਗਕਰਮੀ ਦੀ ਸੰਘਰਸ਼ ਯਾਤਰਾ ਦੇ ਇਸ ਅੰਕ ਨੂੰ ਹਾਲਾਂਕਿ ਪਹਿਲਾਂ ਵੀ ਮੈਂ ਪੈਨਲ 'ਚ ਰਿਹਾ ਪਰ ਇਸ ਵਾਰ ਮੈਂ ਤਨੇਜਾ ਸਾਹਿਬ ਨੇ ਕਿਹਾ ਕਿ ਤੁਸੀਂ ਇਸ ਨੂੰ ਹੋਸਟ ਵੀ ਕਰੋ ਤੇ ਥੋੜੀ ਜਿਹੀ ਜ਼ਿੰਮੇਵਾਰੀ ਦੂਸਰੇ ਕਿਸਮ ਦੀ ਹੈ। ਪਰ ਨਾਲ ਹੀ ਇਹ ਵੀ ਗੱਲ ਖਾਸ ਹੈ ਮੇਰੇ ਵਾਸਤੇ ਕਿ ਪੰਜਾਬੀ ਥੀਏਟਰ ਵਿੱਚ ਮੇਰਾ ਰੁਝਾਨ ਮੇਰੀ ਜਾਣਕਾਰੀ ਵੱਧ ਰਹੀ ਹੈ। ਇਸ ਦੇ ਬਹਾਨੇ ਬਲਕਾਰ ਸਿੱਧੂ ਹੋਰਾਂ ਦਾ ਨਾਮ ਹੈ ਬਹੁਤ ਸੁਣਿਆ ਪਰ ਉਹਨਾਂ ਬਾਰੇ ਜਾਣਦਾ ਨਹੀਂ ਤੇ ਜਿਸ ਤਰ੍ਹਾਂ ਹੋਰ ਮੇਰੇ ਬਹੁਤੇ ਮਿੱਤਰ ਜਾਣਦੇ ਨਹੀਂ ਹੋਣਗੇ ਔਰ ਜਿਹੜੇ ਜਾਣਦੇ ਹੋਣਗੇ ਉਹਨਾਂ ਦੀ ਜਾਣਕਾਰੀ 'ਚ ਇਜ਼ਾਫਾ ਵੀ ਹੋਵੇਗਾ। ਇਸ ਕਰਕੇ ਇਹ ਸੈਸ਼ਨ ਖਾਸ ਹੋ ਗਿਆ। ਠੀਕ ਇਸੇ ਤਰ੍ਹਾਂ ਕਾਜਲ ਸੂਰੀ ਹੋਰਾਂ ਨੂੰ ਮੈਂ ਉਰਦੂ ਥੀਏਟਰ ਵਿੱਚ ਵੇਖਿਆ ਹੈ, ਹਿੰਦੀ ਥੀਏਟਰ ਵਿੱਚ ਵੇਖਿਆ ਹੈ ਔਰ ਸ਼ੀ ਇਜ਼ ਅ ਡੋਗਰਾ ਬਾਈ ਹਰਸੈਲਫ। ਸ਼ੀ ਕਮਸ ਫਰੋਮ ਅ ਡੋਗਰਾ ਬੈਕਗਰਾਊਂਡ ਤੇ ਇਸ ਕਰਕੇ ਡੋਗਰੀ ਸ਼ਾਇਦ ਮੇਰੇ ਖਿਆਲ ਨਾਲ ਪੰਜਾਬੀ ਤੋਂ ਪੁਰਾਣੀ ਭਾਸ਼ਾ ਮੰਨੀ ਜਾਂਦੀ ਹੈ। ਕਾਜਲ ਹੋਰ ਦੱਸਣਗੇ ਇਸ ਬਾਰੇ ਤੇ ਉਹਨਾਂ ਦੇ ਜੀਵਨ ਦੇ ਰੰਗਕਰਮ ਦੇ ਜੀਵਨ ਦੇ ਕੋਈ ਨਵੇਂ ਪੰਨੇ ਸਾਨੂੰ ਸਾਡੇ ਸਾਹਮਣੇ ਖੁੱਲਣਗੇ ਇਸ ਕਰਕੇ ਵੀ ਖਾਸ ਹੈ। ਤੇ ਨਾਲ ਹੀ ਮੇਰੀ ਕੋ ਹੋਸਟ ਜੋ ਪੈਨਲ ਤੇ ਸਾਡੇ ਨਾਲ ਨੇ ਰਮਨਦੀਪ ਕੌਰ ਜੀ ਜਿਨ੍ਹਾਂ ਨੇ 1999 ਯਾਨੀ ਕਿ ਜਦ 90 ਦਾ ਦਹਾਕਾ ਸ਼ੁਰੂ ਹੋ ਰਿਹਾ ਸੀ ਉਸਦੇ ਆਸ-ਪਾਸ ਥੀਏਟਰ ਸ਼ੁਰੂ ਕੀਤਾ ਔਰ ਅੱਜ ਤੱਕ ਉਹਨਾਂ ਨੇ ਨਾ ਸਿਰਫ ਹਿੰਦੀ ਪੰਜਾਬੀ ਉਰਦੂ ਡਰਾਮਿਆਂ 'ਚ ਕੰਮ ਕੀਤਾ ਹੈ ਬਲਕਿ ਨਾਲ ਹੀ ਉਹਨਾਂ ਨੇ 8-9 ਪਲੇਜ਼ ਡਾਇਰੈਕਟ ਵੀ ਕੀਤੇ ਨੇ ਔਰ ਪਲੇ ਡਾਇਰੈਕਸ਼ਨ ਕਰਨਾ ਬਹੁਤ ਵੱਡੀ ਗੱਲ ਹੈ ਮੇਰੇ ਵਾਸਤੇ ਕਿਉਂਕਿ ਮੈਂ ਕਦੀ ਸੋਚ ਨਹੀਂ ਪਾਉਂਦਾ ਕਿ ਕੋਈ ਪਲੇ ਡਾਇਰੈਕਟ ਕਿਵੇਂ ਹੋਏਗਾ। ਜਦੋਂ ਵੀ ਮੈਂ ਐਜ਼ ਏ ਡਾਇਰੈਕਟਰ ਆਪਣੇ ਆਪ ਨੂੰ ਸੋਚਣ ਦੀ ਕੋਸ਼ਿਸ਼ ਕਰਦਾ ਹਾਲਾਂਕਿ ਮੈਂ ਇੱਕ ਦੋ ਵਾਰ ਕੋਸ਼ਿਸ਼ ਵੀ ਕੀਤੀ ਹੈ ਪਰ ਮੈਨੂੰ ਪਤਾ ਹੈ ਕਿੰਨਾ ਵੱਡਾ ਕੰਮ ਹੈ। ਤੇ ਬਲਕਾਰ ਸਿੱਧੂ ਪੰਜਾਬੀ ਥੀਏਟਰ ਦੀ ਇੱਕ ਬਹੁਤ ਅਹਿਮ ਸ਼ਖਸੀਅਤ ਤੇ ਨਾਲ ਹੀ ਕਾਜਲ ਸੂਰੀ ਜਿਨ੍ਹਾਂ ਦਾ ਪੰਜਾਬੀ ਥੀਏਟਰ ਵਿੱਚ ਦਖਲ ਹੈ ਔਰ ਥੀਏਟਰ ਵਿੱਚ ਇੱਕ ਅਹਿਮ ਦਖਲ ਹੈ ਕਿ ਰੇਡੀਓ ਨਾਟਕਾਂ ਰਾਹੀਂ ਇਹਨਾਂ ਨੇ ਰੰਗਮੰਚ ਦੀ ਬਹੁਤ ਸੇਵਾ ਕੀਤੀ ਹੈ। ਤੇ ਰਮਨਦੀਪ ਜੀ ਜੋ ਕਿ ਪੜ੍ਹਾ ਵੀ ਰਹੇ ਨੇ ਔਰ ਥੀਏਟਰ ਵੀ ਕਰ ਰਹੇ ਨੇ। ਅੱਜ ਦਾ ਜਿਹੜਾ ਇਹ ਸੈਸ਼ਨ ਹੈ ਬੜਾ ਇੰਪੋਰਟੈਂਟ ਹੋਣ ਵਾਲਾ ਹੈ ਪਰ ਨਾਲ ਹੀ ਮੈਂ ਥੈਂਕਫੁਲ ਹੋਵਾਂਗਾ ਉਹਨਾਂ ਲੋਕਾਂ ਦਾ ਜਿਹੜੇ ਇਸ ਨੂੰ ਫੈਸਿਲਿਟੇਟ ਕਰ ਰਹੇ ਨੇ ਮਾਫ ਕੀਜੀਏਗਾ ਫੈਸਿਲਿਟੇਟ ਕਰ ਰਹੇ ਨੇ। ਇਹਨਾਂ ਵਿੱਚ ਅਬੀਰ ਐਂਟਰਟੇਨਮੈਂਟ ਦੇ ਸਾਡੇ ਮਿੱਤਰ ਨੇ। ਮੈਂ ਚਾਹਾਂਗਾ ਕਿ ਅਬੀਰ ਜੀ ਉਹ ਇੱਕ ਆਪਣੇ ਵੱਲੋਂ ਜੋ ਕਿ ਉਹਨਾਂ ਦਾ ਇੱਕ ਪੈਨਲ ਹੈ ਔਰ ਉਹ ਟੈਕਨੀਕੈਲਿਟੀਜ਼ ਵੀ ਵੇਖ ਰਹੇ ਨੇ ਨਾਲ ਦੇ ਨਾਲ ਉਹ ਪਰਫਾਰਮਿੰਗ ਆਰਟਸ ਨਾਲ ਜੁੜੇ ਹੋਏ ਲੋਕ ਵੀ ਨੇ ਉਹਨਾਂ ਨੂੰ ਅਸੀਂ ਵੀ ਜਾਣਾਂਗੇ ਤੇ ਉਹ ਤੁਹਾਡੇ ਸਾਰਿਆਂ ਦਾ ਸਵਾਗਤ ਆਪਣੇ ਵੱਲੋਂ ਵੀ ਕਰਨਗੇ। ਆਈ ਇਨਵਾਈਟ। नमस्कार विजय जी, मैं रमन बोल रही हूँ। रमन जी मैं पहला रिक्वेस्ट करांगा अबीर एंटरटेनमेंट वालों एक स्वागती सैशन ਦਾ 2-3 ਮਿੰਟ ਔਰ ਨਾਲ ਹੀ ਇੱਕ ਗੱਲ ਹੋਰ ਮੈਂ ਇੰਟਰੋਡਕਸ਼ਨ ਕਰਾਉਣਾ ਚਾਹਾਂਗਾ ਪ੍ਰਤਾਪ ਸਹਿਗਲ ਹੋਰਾਂ ਜੀ ਦਾ ਜੋ ਇਸ ਵੇਲੇ ਸਾਡੇ ਸਕਰੀਨ ਤੇ ਨਹੀਂ ਮੈਨੂੰ ਦਿਖ ਰਿਹਾ ਪਰ ਉਹ ਮੌਜੂਦ ਨੇ ਸਾਡੇ ਨਾਲ ਔਰ ਇਹਨਾਂ ਸਾਰੇ ਸੈਸ਼ਨਸ ਵਿੱਚ ਉਹ ਮੌਜੂਦ ਰਹੇ ਨੇ। ਉਹ ਸੈਸ਼ਨ ਦੀ ਸ਼ੁਰੂਆਤ ਵੀ ਕਰਨਗੇ ਇੱਕ ਓਪਨਿੰਗ ਰਿਮਾਰਕ ਦੇਣਗੇ ਫਿਰ ਅਸੀਂ ਆਪਣੇ ਦੋਹਾਂ ਰੰਗਕਰਮੀਆਂ ਦਾ ਇੰਟਰੋਡਕਸ਼ਨ ਉਹਨਾਂ ਨੂੰ ਕਵਾਂਗੇ ਕਿ ਉਹ ਆਪ ਆਪਣੇ ਵੱਲੋਂ ਇੰਟਰੋਡਕਸ਼ਨ ਦੇਣ ਔਰ ਉਸ ਤੋਂ ਬਾਅਦ ਜਦ ਗੱਲਬਾਤ ਦਾ ਸੈਸ਼ਨ ਸ਼ੁਰੂ ਹੋਏਗਾ ਤੇ ਸਾਡੇ ਜਿੰਨੇ ਵੀ ਦੋਸਤ ਔਰ ਰੰਗਕਰਮੀ ਔਰ ਰਿਸਰਚਰਸ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਇਸ ਗੱਲਬਾਤ ਵਿੱਚ ਆਪਣੇ ਸਵਾਲ ਪੁੱਛ ਸਕਦੇ ਨੇ ਔਰ ਉਸ ਤੋਂ ਬਾਅਦ ਅਖੀਰ ਵਿੱਚ ਇਸ ਨੂੰ ਸਮ ਅਪ ਕਰਨਗੇ ਸਾਡੇ ਪ੍ਰਤਾਪ ਸਹਿਗਲ ਹੋਰੀ ਫਿਰ ਇੱਕ ਵਾਰ ਫਿਰ ਤੇ ਰਵੀ ਤਨੇਜਾ ਹੋਰਾਂ ਨੇ ਪਹਿਲਾਂ ਹੀ ਸਵਾਗਤ ਕਰ ਦਿੱਤਾ ਹੈ ਜੋ ਕਿ ਥੀਏਟਰ ਦੀ ਅਹਿਮ ਸ਼ਖਸੀਅਤ ਲੋਕ ਨੇ ਜਿਹੜੇ ਸੈਸ਼ਨ ਵਿੱਚ ਸਾਡੇ ਨਾਲ ਨੇ ਦਵਿੰਦਰ ਹੋਰੀ ਜੀ ਤੇ ਨਰਿੰਦਰ ਮੋਹਨ ਇੱਕ ਵੱਡਾ ਨਾਂ ਹਿੰਦੀ ਪਲੇ ਰਾਈਟਿੰਗ ਵਿੱਚ ਬਟ ਥੀਏਟਰ ਦੀ ਆਪਣੀ ਇੱਕ ਭਾਸ਼ਾ ਹੁੰਦੀ ਹੈ ਔਰ ਮੁਹੱਬਤ ਹੈ ਉਹਨਾਂ ਨੂੰ ਥੀਏਟਰ ਨਾਲ ਇਸ ਕਰਕੇ ਹੀ
ਤੇ ਉਹ ਸਾਡੇ ਨਾਲ ਬਣੇ ਹੋਏ ਨੇ ਔਰ ਇਸ ਡਿਸਕਸ਼ਨ ਵਿੱਚ ਵੀ ਹਿੱਸਾ ਲੈਣਗੇ। ਤੇ ਰੰਗਕਰਮੀ ਦੀ ਸੰਘਰਸ਼ ਯਾਤਰਾ ਦਾ ਜਿਹੜਾ ਸਿਰਲੇਖ ਹੈ ਰਵੀ ਤਨੇਜਾ ਜੀ ਨੇ ਜਾਂ ਕਾਲਜੀਏਟ ਡਰਾਮਾ ਸੁਸਾਇਟੀ ਨੇ ਜੋ ਵੀ ਇਸ ਬਾਰੇ ਸੋਚਿਆ ਹੈ, ਉਸਦਾ ਵਿਚਾਰ ਤੇ ਇਹੀ ਬਣਦਾ ਹੈ ਕਿ ਥੀਏਟਰ ਦਾ ਮਤਲਬ ਹੀ ਸੰਘਰਸ਼ ਹੈ, ਪਰ ਹਰ ਆਦਮੀ ਦਾ ਆਪਣਾ ਸੰਘਰਸ਼ ਕਿਸ ਤਰ੍ਹਾਂ ਹੈ ਉਹ ਉਸਦੇ ਆਪਣੇ ਕ੍ਰੀਏਟਿਵ ਸੰਘਰਸ਼, ਜੇ ਅਸੀਂ ਇਸ ਤੇ ਫੋਕਸ ਕਰਾਂਗੇ ਤਾਂ ਚੰਗਾ ਹੋਏਗਾ। ਫਿਲਹਾਲ ਅਬੀਰ ਹੋਰੀ ਜੀ ਤੁਹਾਨੂੰ ਮੈਂ ਇਨਵਾइट करदा स्वागती भाषण ਲਈ। और धन्यवाद। उम्मीद है कि आप सभी को मेरी आवाज आ रही होगी। जी जी। और सबके भीतर बन गए हैं परीक्षा गृह, सबके भीतर है एक नेपथ्य, एक ग्रीन रूम जिसमें मध्यम सा बल्ब जल रहा है और आईने पर थोड़ी धूल जम गई है। सब तैयार है, सब तैयार है अपने हिस्से के अभिनय के साथ। सबके भीतर है एक संघर्ष चल रहा है। जो कर रहे हैं नाटक, जो कर रहे हैं नाटक, उन्हें भी नहीं है मालूम कितने ये सोचा है। 3 घंटों में कितने सारे वर्षों का रंग संघर्ष यात्रा का ये दौर चल रहा है। क्या बात। आदर 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 अभिनंदन, आभार, नमस्कार, आदाब, स्वागत। आज की खूबसूरत शाम के साथ अबीर एंटरटेनमेंट एक बार फिर अपने सहयोगी दल के साथ लेकर आया है आप सभी के बीच एक उम्दा और बेहतरीन चर्चा, एक रंगकर्मी की संघर्ष यात्रा 4। हमेशा की तरह इस बीच भी रंगकर्म के क्षेत्र से जुड़े बेहतरीन निर्देशक अपने जीवन और रंगकर्म की यात्रा का अनुभव हम सभी के साथ साझा करेंगे। यकीनन उनके अनुभविक यात्रा का सुखद हम सभी को जल्द सुनने और देखने को मिलेगा। इसी के बीच मैं लक्ष्य भाटिया अबीर एंटरटेनमेंट की तरफ से आप सभी का, सभी दर्शकों का, हमारे बीच मौजूद अधिवक्ता और हमारे आज के अतिथि गणों का हार्दिक स्वागत करता हूं, अभिनंदन करता हूं। धन्यवाद। तो हमारे कार्यक्रम बहुत जो हमारे कार्यक्रम की श्रृंखला को आगे तो लेकर जाएंगे ही, और साथ ही साथ हमारे बीच मैं बताना चाहूंगा कि हमारे साथ मौजूद है, मैं उनका भी धन्यवाद करता हूं, स्वागत करता हूं। हमारे साथ मौजूद है संगीत नाटक अकेडमी चंडीगढ़ से बलकार सिद्धू जी, और इसी के साथ हमारे साथ जुड़े हैं दिल्ली की जानी मानी अभिनेत्री, निर्देशक और रंगकर्मी काजल सूरी जी, जिन्होंने रेडियो नाटक के दौर को फिर से जिंदा करने का कार्य किया है। मैं उनका भी हार्दिक स्वागत करता हूं। और हमारे संचालक, हमारे आज के संचालक, आप दोनों का भी मैं स्वागत करता हूं। और इसी के साथ मैं एक ऐसी शख्सियत का धन्यवाद करना चाहूंगा और उनके बारे में चंद लाइनें कहना चाहूंगा कि खूबसूरत से पल का एक किस्सा बन जाता है। गौर कीजिएगा कि खूबसूरत से पल का एक किस्सा बन जाता है, जाने कौन कब जिंदगी का हिस्सा बन जाता है। कुछ खास लोग मिलते हैं जिंदगी के सफर में, जिनसे कभी ना बिछड़ने वाला हिस्सा बनता है। ये बात है रवि तनेजा जी के लिए। रवि तनेजा जी का सहयोग अबीर एंटरटेनमेंट को लगातार मिल रहा है और इस कार्यक्रम की श्रृंखला में हम हर दिन एक नए आयाम को छू रहे हैं। तो मैं आप सभी का धन्यवाद करना चाहूंगा और साथ ही साथ मैं धन्यवाद करना चाहूंगा विजय सिंह जी का, जिन्होंने मुझे आप सभी का स्वागत करने के लिए आमंत्रित किया। धन्यवाद। धन्यवाद लक्ष्य। शुक्रिया लक्ष्य, बहुत शुक्रिया। थैंक यू। ਤੇ ਹੁਣ ਮੈਂ ਅੱਗੇ ਵਧਦੇ ਹੋਏ ਇਸ ਸੈਸ਼ਨ ਵਿੱਚ ਪ੍ਰਤਾਪ ਸਹਿਗਲ ਹੋਰਾਂ ਨੂੰ ਇਨਵਾਈਟ ਕਰਾਂਗਾ ਕਿ ਉਹ ਇਸ ਸੈਸ਼ਨ ਤੋਂ ਪਹਿਲਾਂ ਇੱਕ ਓਪਨਿੰਗ ਰਿਮਾਰਕਸ ਦੇ ਤੌਰ ਤੇ ਕੀ ਕਹਿਣਾ ਚਾਹੁੰਦੇ ਨੇ। ਫਿਰ ਅਸੀਂ ਚਲਾਂਗੇ ਵੈਸੇ ਤੇ ਜਿਵੇਂ ਤੁਹਾਡੀ ਰਾਏ ਹੋਵੇ ਉਸੇ ਤਰ੍ਹਾਂ ਚਲਾਂਗੇ, ਪਰ ਬਲਕਾਰ ਸਿੱਧੂ ਹੋ ਰਹੀ ਪਹਿਲਾਂ ਸ਼ੁਰੂ ਕਰ ਸਕਦੇ ਨੇ ਜਾਂ ਕਾਜਲ ਜੀ, ਜਿਨ੍ਹਾਂ ਦਾ ਵੀ ਪਹਿਲਾਂ ਤੁਸੀਂ ਜਿਹਨੂੰ ਹੁਕਮ ਲਾਓਗੇ ਜੀ, ਸਭ ਤਿਆਰ ਨੇ ਤੁਹਾਡੇ ਆਦੇਸ਼ ਨੂੰ। ਤੇ ਮੇਰੀ ਰਿਕੁਐਸਟ ਹੈ ਪ੍ਰਤਾਪ ਸਹਿਗਲ ਹੋਰਾਂ ਨੂੰ, ਸਰ ਤੁਸੀਂ ਆਓ ਤੇ ਇੱਕ ਓਪਨਿੰਗ ਰਿਮਾਰਕਸ ਦੇ ਤੌਰ ਤੇ अपनी गल को। भैया विजय, आप सब लोगों को बहुत बहुत प्यार भरा नमस्कार, सादर अभिवादन। धन्यवाद। फिर एक शनिवार, हर शनिवार की शाम को हम लोग यहाँ जुटते हैं और किसी एक या दो रंगकर्मियों की संघर्ष यात्रा के साथ आज हमारे साथ सिद्धू और काजल सूरी, इससे पहले गुरिंदर मखना, गीता गुप्ता,
केवल धालीवाल, ये लोग हमारे बीच आ चुके हैं और अपने अपने जीवन की और जो उन्होंने रंग जीवन की जो संघर्ष उनके हुए वो अपने हमारे सामने रखे, और बहुत सारी चीजें जो हम लोग पहले नहीं जानते थे वो खुली। और इस कार्यक्रम का मकसद ही यही है कि हम लोग काम तो कर रहे हैं अपने अपने इलाकों में, अपने अपने एरियाज में काम खूब कर रहे हैं, लेकिन फिर भी कहीं ना कहीं एक एक गैप बना हुआ है कि हम एक दूसरे के काम को जानते नहीं। अगर थोड़ा बहुत जानते भी हैं तो समझते नहीं। तो ये एक मौका है, एक अवसर है इन हालात में, जो भी हालात बने हैं, कि हम ना सिर्फ उन व्यक्तियों को जाने जिन्होंने वो बड़े काम किए हैं, बल्कि उनको समझने की कोशिश भी करें कि उनके उस काम के पीछे उनके क्या संघर्ष रहे हैं, उनकी क्या सोच रही है, उनकी क्या विचारधारा रही है, वगैरह वगैरह। उनके बहुत सारे जो हम लोग तरह तरह के अपने बयान करते हैं। तो आज भी हम उसी तरह से बलकार सिद्धू का मैं माफी चाहता हूं कि बलकार सिद्धू का काम देखने का मौका दिल्ली में तो हमें मिला नहीं, पर बलकार जी ने कभी चंडीगढ़ में हमें बुलाया था। तो नहीं ऐसा नहीं है, दिल्ली भी सर बहुत शो किए हैं। और हाँ, ये इसलिए फासला, ये ना यही फासला बना रहता है। तो शायद अब ये जो हम कार्यक्रम कर रहे हैं इसलिए ये फासले टूटे, और ये फासले ना टूटे, थोड़े कम तो हों, ताकि हम एक दूसरे के करीब आए, एक दूसरे के काम को समझें, ना सिर्फ समझें बल्कि बाकी उस काम को जब हम समझते हैं तो उस काम अच्छा लगता है तो उसको हम आगे भी ले जाते हैं। काजल का काम दिल्ली में है तो मैंने बहुत देखा है। काजल रेडियो पर, मंच पर, वो तो महीने की अपनी जो पूरी सैलरी है वो है, और वो कोई ना कोई नाटक करती रहती है, और रेडियो पर तो काम कर ही रही है, फिल्मों में भी काम करती है। उसके साथ साथ डोगरी में वो एक ऐसे परिवार से आती है, विजय सूरी उनके पिता थे, जो थिएटर से जुड़े हुए थे, और उस एक संस्कार उनको वो मिले हैं जो आगे वो यहाँ दिल्ली में कर रही हैं, बड़ा अच्छा काम कर रही हैं। तो आज हालांकि अब काजल को भी हमने यहाँ देखा है, लेकिन इसके यात्रा शायद वो हमें उतनी मालूम ना हो। मुझे तो थोड़ी बहुत मालूम है, लेकिन और बहुत सारे लोगों को मालूम ना हो। तो ये एक मौका है, हम काजल के बारे में अब जानेंगे। और मैंने बार बार कहा है कि हम लोगों का मकसद एक दूसरे को जानना है, उन जो लोग काम कर रहे हैं उनके काम को एक्सप्लोर करना है, उनके काम को समझना है, और अपने आप को एजुकेट करना है। तो आज आप आए हैं, आपका बहुत बहुत खैर मकदम है, बहुत बहुत स्वागत है। आप आइए और हम सब लोगों को एजुकेट कीजिए। बैक टू विजय। थैंक यू सर, थैंक यू सो मच। शुक्रिया। ਹੁਣ ਮੈਂ ਰਮਨਦੀਪ ਹੋਰਾਂ ਨੂੰ ਇਨਵਾਈਟ ਕਰਦਾ ਕਿ ਉਹ ਸ਼ੁਰੂਆਤ ਵਿੱਚ ਅਸੀਂ ਬਲਕਾਰ ਸਿੱਧੂ ਹੋਰਾਂ ਨਾਲ ਸ਼ੁਰੂ ਕਰ ਸਕਦੇ ਹਾਂ, ਕਿਉਂਕਿ ਇੱਕ ਸੀਨੀਅਰ ਪਰਸਨੈਲਿਟੀ ਹੋਣ ਦੇ ਨਾਤੇ, ਔਰ ਕਾਜਲ ਸੂਰੀ ਘਰ ਦੀ ਜਿਸ ਤਰ੍ਹਾਂ ਸਾਡੇ ਨਾਲ ਦਿੱਲੀ ਵਿੱਚ ਰੋਜ਼ ਇਹਨਾਂ ਨਾਲ ਮਿਲਣਾ ਜੁਲਣਾ ਹੁੰਦਾ ਹੈ, ਇਹਨਾਂ ਨਾਲ ਮੈਂ ਲਿਮਿਟ ਲੈ ਸਕਦਾ ਵਾਂ ਬਿਨਾਂ ਪੁੱਛੇ ਮੈਂ ਇਹਨਾਂ ਕੋਲੋਂ ਉਹ ਪੜਾ ਲਈਏ। ਰਮਨਦੀਪ ਜੀ, ਤੁਸੀਂ ਬਲਕਾਰ ਸਿੱਧੂ ਹੋਰਾਂ ਨਾਲ ਸਰ ਨਾਲ ਆਪਣੇ ਗੱਲਬਾਤ ਦੀ ਸ਼ੁਰੂਆਤ ਕਰੋ। ਉਹਨਾਂ ਪਰ ਮੈਂ ਉਸ ਤੋਂ ਪਹਿਲਾਂ ਬਲਕਾਰ ਸਿੱਧੂ ਸਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣਾ ਇੱਕ 10 ਮਿੰਟ ਦਾ ਟਾਈਮ ਲੈਣ ਤੇ ਆਪਣਾ ਇੱਕ ਇੰਟਰੋਡਕਟਰੀ ਮਤਲਬ ਆਪਣੇ ਬਾਰੇ, ਆਪਣਾ ਪਰਿਚੈ, ਆਪਣੀ ਜਾਣ ਪਛਾਣ ਸਾਡੇ ਉਹਨਾਂ ਦੋਸਤਾਂ ਨਾਲ ਵੀ ਕਰਾਉਣ ਜਿਹੜੇ ਤੁਹਾਡੇ ਕੰਮ ਨਾਲ ਇੰਨੇ ਵਾਕਿਫ ਨਹੀਂ, ਜਿਨ੍ਹਾਂ ਵਿੱਚ ਮੈਂ ਆਪ ਵੀ ਸ਼ਾਮਿਲ ਹਾਂ। थैंक यू सर। तो परम सत्कारयोग प्रताप सहगल जी और विजय सिंह जी, काजल सूरी जी, रमनदीप और रूहे रवा कॉलजिएट ड्रामा सोसाइटी दे रवि तनेजा जी ਤੇ ਹੋਰ ਜਿੰਨੀਆਂ ਵੀ ਸ਼ਖਸੀਅਤਾਂ ਅੱਜ ਇਸ ਮੰਚ ਦੇ ਉੱਤੇ ਜੁੜੀਆਂ ਹੋਈਆਂ ਨੇ, ਜਿਨ੍ਹਾਂ ਵਿੱਚ ਅਭੀਰ ਐਂਟਰਟੇਨਮੈਂਟ ਦੇ ਲਕਸ਼ਵੀ ਜੀ, ਤੋਂ ਤੁਹਾਡਾ ਸਾਰਿਆਂ ਦਾ ਮੈਂ ਇਸ ਗੱਲੋਂ ਵੀ ਸ਼ੁਕਰਗੁਜ਼ਾਰ ਹਾਂ
ਕਿ ਤੁਸੀਂ ਨਾਚੀਜ਼ ਨੂੰ ਮੌਕਾ ਦਿੱਤਾ ਕਿ ਅੱਜ ਇੰਨੀਆਂ ਸਾਰੀਆਂ ਰੂਹਾਂ ਦੇ ਮੈਂ ਦਰਸ਼ਨ ਵੀ ਕਰ ਰਿਹਾ ਔਰ ਉਹਨਾਂ ਨਾਲ ਕੁਝ ਗੁਫ਼ਤਗੂ ਕੋ ਗੱਲਬਾਤ ਵੀ ਸਾਂਝੀ ਕਰ ਰਿਹਾ। ਤੁਸੀਂ ਆਦੇਸ਼ ਦਿੱਤਾ ਹੈ ਕਿ ਮੈਂ ਆਪਣੀ ਰੰਗ ਯਾਤਰਾ ਬਾਰੇ ਤੁਹਾਡੇ ਨਾਲ ਕੁਝ ਤਜਰਬੇ ਸਾਂਝੇ ਕਰਾਂ। ਸੱਚੀ ਗੱਲ ਇਹ ਆ ਕਿ ਜਿੱਦਾਂ ਸਾਡੇ ਪੰਜਾਬੀ 'ਚ ਕਹਿੰਦੇ ਆ ਕਿ ਜਿਹੜਾ ਨਾਟਕ ਚੇਟਕ ਆ ਨਾ ਉਹ ਤਾਂ ਪੰਜਾਬੀਆਂ ਦੇ ਸੁਭਾਅ 'ਚ ਹੀ ਹੁੰਦਾ ਔਰ ਉਹ ਸੱਚੀ ਗੱਲ ਆ ਉਹ ਟੀਚਰਬਾਜੀ ਕਿਸੇ ਦੀ ਨਕਲ ਲਾਉਣੀ। ਹਾਂਜੀ ਉਹ ਏਦਾਂ ਆ ਵੀ ਕੋਈ ਜੇ ਕੋਈ ਓਪਰਾ ਘਰ 'ਚ ਆ ਜਾਵੇ ਤੇ ਉਹਦੀ ਚਾਲ ਉਹਦੇ ਬੋਲਣ ਦਾ ਸਲੀਕਾ ਤੇ ਮਗਰੋਂ ਫਿਰ ਉਹਦਾ ਭਾਵੇਂ ਉਹਦੇ ਸਾਹਮਣੇ ਵੀ ਤੇ ਕਈ ਵਾਰੀ ਉਹਦੇ ਪਿੱਠ ਪਿੱਛੇ ਵੀ ਉਹ ਨਕਲਾਂ ਨੁਕਲਾਂ ਲਾਉਂਦੇ ਰਹਿੰਦੇ। ਤਾਂ ਇਹ ਸਾਡੇ ਪੰਜਾਬੀਆਂ ਦੇ ਖੂਨ 'ਚ ਹੀ ਆ ਜਿਹੜਾ ਇਹ ਨਾਟਕ ਚੇਟਕ ਵਾਲਾ ਜਿਹੜਾ ਅੰਸ਼ ਹੈ ਨਾ ਤੇ ਉਹ ਉੱਥੋਂ ਹੀ ਪੈਦਾ ਹੋਇਆ। ਅਸਲ ਵਿੱਚ ਮੇਰਾ ਜਨਮ 12 ਅਗਸਤ 1952 ਨੂੰ ਇਤਿਹਾਸਿਕ ਜ਼ਿਲ੍ਹਾ ਹੈ ਅੰਮ੍ਰਿਤਸਰ, ਤਾਂ ਉੱਥੇ ਲਾਗੇ ਪਿੰਡ ਆ ਮੱਖਣ ਮੰਡੀ, ਤਾਂ ਉੱਥੇ ਹੋਇਆ। ਔਰ ਬਚਪਨ ਜਿਹੜਾ ਵਾ ਪਿੰਡ ਦੀਆਂ ਗਲੀਆਂ ਦੇ ਵਿੱਚ ਹੀ ਗੁਜ਼ਰਿਆ ਤੇ ਉਦਾਂ ਦੇ ਸ਼ੌਕ ਸੀਗੇ ਵੀ ਐਵੇਂ ਵੇਖਣੇ ਕਿਤੇ ਪ੍ਰੋਗਰਾਮ ਇਹ ਉਹ ਕਈ ਵਾਰੀ ਤੇ ਹੀ ਵੇਖਣਾ। ਰਵੀ ਜੀ ਮੈਨੂੰ ਕਹਿੰਦੇ ਹੁੰਦੇ ਵੀ ਤੁਸੀਂ ਫੋਕ ਥੀਏਟਰ ਵੱਲ ਕਿਵੇਂ ਆਏ, ਤਾਂ ਉਹਦੀ ਮੈਂ ਤੁਹਾਨੂੰ ਦੱਸਦਾ ਵੀ ਉਹ ਕੀ ਆ। ਪਿੰਡਾਂ 'ਚ ਸਾਡੇ ਵੇਲੇ ਕੀ ਹੁੰਦਾ ਸੀਗਾ ਵੀ ਜਦੋਂ ਜੰਝ ਜਾਂ ਕੱਢਣਾ ਸੀ, ਹਾਂ ਬਰਾਤ ਚਲੀ ਜਾਣੀ ਨਾ ਜੀ, ਤੇ ਉਹ ਪਿੱਛੋਂ ਔਰਤਾਂ ਜਾਂ ਜ਼ਨਾਨੀਆਂ ਕੀ ਕਰਦੀਆਂ ਨੇ ਬਈ ਇਕੱਠੀਆਂ ਹੋ ਕੇ ਤੇ ਸੌਂਗ ਕਰਦੀਆਂ ਨੇ, ਗਿੱਧੇ ਪਾਉਂਦੀਆਂ ਨੇ, ਗਾਉਂਦੀਆਂ ਨੱਚਦੀਆਂ ਨੇ। ਤਾਂ ਇਹ ਪਹਿਲਾਂ ਤਾਂ ਜਿਨ੍ਹਾਂ ਦਾ ਦਿਨੇ ਵਿਆਹ ਹੁੰਦਾ ਉਹ ਅੱਜ ਕੱਲ ਤਾਂ ਇੱਕ ਦਿਨ ਦਾ ਰਿਵਾਜ ਤੁਹਾਡੇ ਕੋਲ ਤੇ ਕਿਸੇ ਦੀ ਪਿੱਛੇ ਆਵਾਜ਼ ਆ ਰਹੀ ਹੈ। ਲਕਸ਼य जी प्लीज टेक्निकली देखो जरा। हाँ सर कंटिन्यू प्लीज। हाँ जी, ਤਾਂ ਉਹ ਅਸੀਂ ਛੋਟੇ ਛੋਟੇ ਬੱਚੇ ਭਾਵੇਂ ਪੜੋਲਿਆ ਮਗਰ ਸੰਦੂਕਾਂ ਉਹਲੇ ਲੁਕ ਜਾਣਾ ਤੇ ਉਹਨਾਂ ਔਰਤਾਂ ਨੂੰ ਪਿੰਡ ਦੀਆਂ ਜਨਾਨੀਆਂ ਨੂੰ ਵੇਖਣਾ ਵੀ ਉਹ ਕਿੱਦਾਂ ਗਿੱਧੇ ਪਾਉਂਦੇ, ਕੀ ਬੋਲ ਕਰਦੇ, ਮਰਦ ਬਣ ਕੇ ਸੌਂਗ ਬਣ ਕੇ ਕਿੱਦਾਂ ਕਰਦੇ। ਤੇ ਬਚਪਨ ਦੇ ਵਿੱਚ ਇਹ ਕੁਝ ਵੇਖਿਆ। ਜਿਵੇਂ ਦਰਅਸਲ ਉਹ ਸਾਡੀ ਤਾਰੀਖ ਵੀ ਲੋਕ ਥੀਏਟਰ ਦੀ ਤਾਰੀਖ ਵਿੱਚ ਵੀ ਇਹ ਗੱਲ ਪਈ ਹੋਈ ਆ ਕਿ ਜਿਹੜੀ ਆਪਾਂ ਕਹਿੰਦੇ ਰਤ ਜਗਾ, ਤੇ ਉਹ ਰਤ ਜਗਾ ਇਹਦਾ ਸੀ ਕਿ ਸਾਡੀ ਕਿਉਂਕਿ ਹਿੰਦੁਸਤਾਨੀ ਤਹਿਜ਼ੀਬ ਦੇ ਵਿੱਚ ਹਿੰਦੂ ਪਰੰਪਰਾ ਰਹੀ ਕਿ ਕਈ ਵਾਰੀ ਪੰਡਤ ਜੀ ਨੇ ਕਿਸੇ ਦਾ ਜਿਹੜਾ ਵਾ ਸਾਹ ਵਾ ਉਹ ਰਾਤ ਦਾ ਕੱਢ ਦੇਣਾ। ਜੋ ਹਿੰਦੂ ਸਾਡੇ ਵੀਰਾਂ ਦੇ ਕਈ ਵਾਰੀ ਰਾਤ ਨੂੰ ਵਿਆਹ ਹੁੰਦੇ ਸੀਗੇ, ਤੇ ਜਦੋਂ ਉਹ ਰਾਤ ਨੂੰ ਉਹਨਾਂ ਨੇ ਵਿਆਹ ਵਾਲੇ ਥਾਂ ਤੇ ਜਾਣਾ ਤੇ ਪਿੱਛੋਂ ਘਰ ਮੁਹੱਲੇ ਦੀਆਂ ਜਨਾਨੀਆਂ ਨੇ ਨਾਲੇ ਤਾਂ ਘਰ ਦੀ ਰਾਖੀ ਕਰਨੀ, ਸਾਰੀ ਰਾਤ ਜਾਗਦੇ ਰਹਿਣਾ, ਜਿਹਨੂੰ ਰਤ ਜਗਾ ਕਹਿੰਦੇ ਸੀ। ਉਹ ਰਤ ਜਗਾ ਇਹੋ ਹੀ ਆ ਵੀ ਸਾਰੀ ਰਾਤ ਉਹ ਵਿਆਹ ਵਾਲੇ ਘਰ ਵਿੱਚ ਆਈਆਂ ਨੇ, ਨਾਲੇ ਤਾਂ ਰਾਖੀ ਕਰਨੀ ਘਰ ਦੀ ਤੇ ਨਾਲੇ ਆਪਣੀ ਪੜਾਸ ਕੱਢਣੀ, ਨੱਚ ਕੇ ਟੱਪ ਕੇ ਸੌਂਗ ਕਰਕੇ। ਤਾਂ ਏਦਾਂ ਹੀ ਫਿਰ ਮੇਰਾ ਜੜਾਵ ਏਦਾਂ ਹੋਇਆ। ਫਿਰ ਪਿੰਡ ਦੀਆਂ ਤੀਆਂ ਸਾਉਣ, ਜਿੱਦਾਂ ਅੱਜ ਕੱਲ੍ਹ ਸਾਉਣ ਮਹੀਨਾ ਚੱਲ ਰਿਹਾ, ਤੇ ਸਾਉਣ 'ਚ ਜਾਣਾ ਤੇ ਨਿਆਣਿਆਂ ਨੇ ਮੁੰਡਿਆਂ ਨੇ ਛਾਲਾਂ ਛੋਲਾਂ ਮਾਰਨੀਆਂ ਤੇ ਕਈ ਕੁਛ ਖੇਡਣਾ। ਤੇ ਲੇਕਿਨ ਜਿਹੜੀਆਂ ਸਾਡੀਆਂ ਕੁੜੀਆਂ ਚਿੜੀਆਂ ਨਾਰਾਂ, ਨਵੀਆਂ ਨੂੰਹਾਂ ਬਹੂਆਂ ਤੇ ਜਾਂ ਸਾਡੀਆਂ, ਤਾਂ ਉਹਨਾਂ ਨੇ ਜਦੋਂ ਪਿੜ ਬੰਨ ਕੇ ਗੋਲ ਧਾਰੇ ਦੇ ਵਿੱਚ ਗਿੱਧਾ ਪਾਉਣਾ, ਤਾਂ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰਭਾਵ ਰਿਹਾ। ਫਿਰ ਕਿਉਂਕਿ ਸਾਡੀ ਲੋਕ ਧਾਰਾ ਦੇ ਵਿੱਚ ਪੰਜਾਬੀਆਂ ਦਾ ਤੇ ਕਿ ਪੰਜਾਬੀ ਤਾਂ ਜੰਮਦਾ ਵੀ ਗੀਤਾਂ 'ਚ ਤੇ ਮਰਦਾ ਵੀ ਗੀਤਾਂ 'ਚ ਆ। ਤੇ ਉਹ ਜਦੋਂ ਲੋਕ ਗੀਤਾਂ ਦਾ ਏਡਾ ਤਕੜਾ ਖਜ਼ਾਨਾ ਸਾਡੇ ਸਾਹਮਣੇ ਹੋਵੇ ਵੀ ਇੱਕ ਵਾਰੀ ਮੈਨੂੰ ਯਾਦ ਆ ਕਿ ਪਿੰਡ ਕਿਸੇ ਬਜ਼ੁਰਗ ਔਰਤ ਦੀ ਇੰਤਕਾਲ ਹੋ ਗਿਆ, ਉਹਦੀ ਡੈਥ ਹੋ ਗਈ, ਦੇਹਾਂਤ ਹੋ ਗਿਆ। ਤਾਂ ਉਹ ਫਿਰ ਸਾਡੇ ਪਿੰਡਾਂ 'ਚ ਵੀ ਜਦੋਂ ਵੱਡੀ ਉਮਰ ਦਾ ਕੋਈ ਹੋ ਕੇ ਮਰੇ ਤੇ ਦੋ ਤੇ ਪੋਤੀਆਂ ਵਾਲਾ ਤੇ ਉਹਨੂੰ ਵੱਡਾ ਕਰਦੇ ਆ, ਤੇ ਉਹਦੀ ਜਿਹੜੀ ਮਈਅਤ ਆ ਕਹਿ ਲਓ ਜਾਂ ਜਨਾਜ਼ਾ ਕਹਿ ਲਓ, ਤਾਂ ਉਹਦੇ ਉੱਤੇ ਬਕਾਇਦਾ ਗੁਬਾਰੇ, ਪਕਾਨੇ, ਬੁਲਬੁਲੇ ਕਈ ਕੁਛ ਉਹ ਲਾ ਕੇ ਤੇ ਉਹ ਕੱਢਦੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਗੁੜ ਗੜ ਵੰਡਦੇ ਆ ਜੋ ਸਾਰਾ ਕੁਛ, ਤੇ ਨਾਲ ਗਾਉਂਦੀਆਂ ਜਾਂਦੀਆਂ ਔਰਤਾਂ ਲੰਮੇ ਲੰਮੇ ਘੁੰਡ ਕੱਢ ਕੇ ਤੇ ਉਹ ਬਕਾਇਦਾ ਉਹਨੂੰ ਜਿੱਦਾਂ ਆਪਾਂ ਕਹਿੰਦੇ ਨੇ ਵੀ ਹਾਸਾ ਮਜ਼ਾਕ ਵੀ ਕਰਦੀ ਤੇ ਨਾਲ ਕਹਿੰਦੇ ਜਿੱਦਾਂ ਖਾਂਦੀ ਪੀਂਦੀ ਮਰ ਗਈ ਨੀ ਮਾਂ ਦੀ ਚੁਗਲ ਬਟੇਰ, ਹੈ ਨੀ ਮਾਂ ਦੀ ਚੁਗਲ ਬਟੇਰ ਹੈ। ਤੇ ਉਹਦੇ ਬਾਰੇ ਵੀ ਆਹ ਕਰਦੀ ਸੀਗੀ, ਆਹ ਉਹ ਕਰਦੀ ਹੁੰਦੀ ਸੀਗੀ। ਉਹ ਸਾਰੀਆਂ ਜਨਾਨੀਆਂ ਨੇ ਉਹ ਕਰਨਾ। ਤਾਂ ਇਹਨਾਂ ਸਾਰੀਆਂ ਗੱਲਾਂ ਦਾ ਮੇਰੇ ਮਨ ਦੇ ਉੱਤੇ ਕਿਤੇ ਬਚਪਨ ਦੇ ਵਿੱਚ ਪ੍ਰਭਾਵ ਰਿਹਾ ਵੀ ਇਹ ਜਿਹੜੀ ਸਾਡੇ ਲੋਕ ਧਾਰਾ ਦੀ ਜਾਂ ਲੋਕ ਵਿਰਸੇ ਦੀ
ਜਾਂ ਲੋਕ ਗੀਤਾਂ ਦੀ ਜਾਂ ਲੋਕ ਨਾਚਾਂ ਦੀ ਜਿਹੜੀ ਵਿਰਾਸਤ ਆ ਇਹ ਇੰਨੀ ਅਮੀਰ ਆ ਤੇ ਇਹ ਸਿਰਫ ਕੱਲੇ ਪੰਜਾਬ ਦੀ ਨਹੀਂ, ਹਿੰਦੁਸਤਾਨ ਦੇ ਸਾਰੀਆਂ ਸਟੇਟਸ ਨੇ, ਸਾਰੇ ਸੂਬੇ ਨੇ, ਸਾਰੀਆਂ ਉਹਨਾਂ ਦੀਆਂ ਆਪਣੀਆਂ ਆਪਣੀਆਂ ਜਿਹੜੀਆਂ ਨੇ ਉਹ ਵੱਖਰੀਆਂ ਵੱਖਰੀਆਂ ਨੇ ਔਰ ਇਦਾਂ ਦੀਆਂ ਹੀ ਨੇ ਤਕਰੀਬਨ ਸਾਰੇ। ਤਾਂ ਉਹ ਫਿਰ ਕਰਦੇ ਕਰਾਉਂਦੇ ਫਿਰ ਹੋਇਆ ਵੀ ਵੱਡੀ ਪੜ੍ਹਾਈ ਚਾਹੀਦੀ ਆ ਤੇ ਫਿਰ ਮੈਨੂੰ ਸ਼ਹਿਰ ਦੇ ਵਿੱਚ ਲੈ ਆਏ ਮੇਰੇ ਮਾਪੇ। ਤਾਂ ਮੈਂ ਫਿਰ ਚੰਡੀਗੜ੍ਹ ਆ ਗਿਆ। ਇੱਥੇ ਅਸੀਂ ਜਦੋਂ ਸਕੂਲ 'ਚ ਪੜ੍ਹਨਾ ਵੱਡੀਆਂ ਜਮਾਤਾਂ 'ਚ ਤੇ ਸਾਡੇ ਸਹਿਪਾਠੀ ਹੁੰਦੇ ਸੀ ਕੁਛ, ਤੇ ਇੱਕ ਨੇ ਅੱਜ ਕੱਲ੍ਹ ਬੜੇ ਉਹਨਾਂ ਦਾ ਇੰਟਰਨੈਸ਼ਨਲ ਨਾਮ ਆ ਪੀਟਰ ਸੋਢੀ ਜੀ। ਤਾਂ ਉਹ ਸਾਡੇ ਕਲਾਸ ਫੈਲੋ ਹੁੰਦੇ ਸੀਗੇ ਤੇ ਉਹ ਨਵੇਂ ਨੇ ਮੁੰਡੇ ਜਿਹੜੇ 13, 14, 15 ਸਾਲ ਦੇ ਤੇ ਉਹ ਮੁੱਛ ਫੁੱਟ ਗੱਭਰੂ, ਕਈ ਵਾਰੀ ਮੁੱਛਾਂ ਵੀ ਨਹੀਂ ਆਉਂਦੀਆਂ, ਲੇਕਿਨ ਉਹ ਗੋਰੇ ਸਿੱਖਾਂ ਦੇ ਸਰਦਾਰ ਮੁੰਡੇ, ਵਾਲ ਉਹਨਾਂ ਦੇ ਲੰਮੇ ਕਰਨੇ। ਤੇ ਅਸੀਂ ਕੀ ਕਰਨਾ, ਜਦੋਂ ਸਾਨੂੰ ਹਿਸਟਰੀ ਦਾ ਪੀਰੀਅਡ ਮੈਡਮ ਨੇ ਪੜ੍ਹਾ ਕੇ ਹਟਣਾ ਤੇ ਅਸੀਂ ਤੇ ਉਸ ਵੇਲੇ ਤਾਂ ਉਹਨਾਂ ਨੂੰ ਭੈਣ ਜੀ ਜਾਂ ਕਹਿੰਦੇ ਹੁੰਦੇ ਸੀ, ਮਾਸਟਰ ਜੀ ਕਹਿੰਦੇ ਹੁੰਦੇ ਸੀਗੇ। ਤੇ ਉਹ ਭੈਣ ਜੀ ਨੇ ਜਦੋਂ ਪੜ੍ਹਾ ਕੇ ਹਟਣਾ ਤੇ ਉਹਦੇ ਜਾਣ ਤੋਂ ਬਾਅਦ ਅਸੀਂ ਕੀ ਕਰਨਾ ਬਈ ਜਿਹੜੀਆਂ ਸਾਡੀਆਂ ਸਹਿਪਾਠਣਾਂ ਹੁੰਦੀਆਂ ਸੀਗੀਆਂ ਉਹਨਾਂ ਕੋਲੋਂ ਚੁੰਨੀਆਂ, ਕਿਸੇ ਕੋ ਕੁਛ ਇਕੱਠਾ ਕਰਕੇ ਤਾਂ ਉਹ ਪੀਟਰ ਸੋਢੀ ਹੁਣਾਂ ਨੂੰ ਅਸੀਂ ਇੱਕ ਵਾਰੀ ਨੂਰ ਜਹਾਂ ਬਣਾਇਆ, ਜੋ ਨਾ ਪੜ੍ਹਾ ਕੇ ਜਾਣਾ ਹਿਸਟਰੀ ਦਾ ਪੀਰੀਅਡ। ਇੱਦਾਂ ਅਕਬਰ ਸੀ, ਇੱਦਾਂ ਫਲਾਨਾ ਸੀ, ਇੱਕ ਔਰੰਗਜ਼ੇਬ ਸੀ, ਇੱਕ ਰਾਜੇ ਮਹਾਰਾਜੇ ਸੀ, ਅਸ਼ੋਕ ਮਹਾਨ ਸੀ, ਇਹ ਤੇ ਉੱਦਾਂ ਦਾ ਹੀ ਫਿਰ ਉਹਨੂੰ ਰੂਪ ਦੇ ਕੇ ਤੇ ਲੜਕੀਆਂ ਨੇ ਸਾਡੀ ਮਦਦ ਕਰਨੀ ਤੇ ਅਸੀਂ ਆਪ ਹੀ ਉਹਦੇ ਮੁਕਾਲਮੇ ਡਾਇਲੋਗ ਜੇ ਕਰਕੇ ਤੇ ਉਹ ਕਰ ਲੈਣੇ। ਤਾਂ ਉਹ ਥੀਏਟਰ ਅਚੇਤ ਮਨ ਦੇ ਉੱਤੇ ਬੈਠਾ ਰਿਹਾ। ਵੈਸੇ ਸਾਡੇ ਸਕੂਲਾਂ 'ਚ ਇੱਕ ਪੀਰੀਅਡ ਵੀ ਹੁੰਦਾ ਸੀਗਾ ਕਲਚਰਲ ਐਕਟੀਵਿਟੀਜ਼ ਦਾ, ਜਿਹਦੇ 'ਚ ਤੁਸੀਂ ਗੀਤ ਵੀ ਗਾ ਸਕਦੇ ਹੋ ਤੇ ਕੁਝ ਸਕਿੱਟ ਵੀ ਕਰ ਸਕਦੇ ਹੋ, ਕੋਈ ਜੋਕਸ ਸੁਣਾ ਸਕਦੇ ਸੀ। ਤਾਂ ਇੱਦਾਂ ਤੁਹਾਡੀ ਜਿਹੜੀ ਹੈ ਨਾ ਪਰਸਨੈਲਿਟੀ ਦਾ ਥੋੜ੍ਹਾ ਜਿਹਾ ਵਿਕਾਸ, ਡਿਵੈਲਪਮੈਂਟ ਹੁੰਦੀ ਰਹਿੰਦੀ ਸੀ। ਤਾਂ ਉਹਦੇ ਵਿੱਚ ਵੀ ਹਿੱਸਾ ਲੈਣ ਦਾ ਫਿਰ ਮੌਕਾ ਮਿਲਦਾ ਰਿਹਾ। ਕਾਲਜ ਖਤਮ ਹੋਇਆ ਤੇ ਉਸ ਤੋਂ ਬਾਅਦ ਜੌਬ ਦੇ ਵਿੱਚ ਚਲੇ ਗਏ। ਬੀਇੰਗ ਐਲਡਰ ਇਨ ਮਾਈ ਫੈਮਿਲੀ, ਤਾਂ ਸਾਡੇ ਕਿਉਂਕਿ ਸੰਸਕਾਰ ਸੀਗੇ ਵੀ ਅਸੀਂ ਜਿਹੜਾ ਵੱਡਾ ਬੱਚਾ ਹੁੰਦਾ ਨਾ ਤਾਂ ਉਹਨੇ ਮਾਪਿਆਂ ਦੀ ਨਾ ਸਿਰਫ ਸਹਿਯੋਗ ਕਰਨਾ ਹੁੰਦਾ, ਛੋਟੇ ਭੈਣਾਂ ਭਰਾਵਾਂ ਦਾ ਵੀ ਖਿਆਲ ਰੱਖਣਾ ਹੁੰਦਾ। ਤੇ ਉਸ ਚੱਕਰ ਦੇ ਵਿੱਚ ਫਿਰ ਮੈਂ ਜੌਬ ਜਦੋਂ ਸ਼ੁਰੂ ਕੀਤੀ ਤੇ ਜੌਬ ਦੇ ਦੌਰਾਨ ਹੀ ਇੱਕ ਦਿਨ ਸਾਨੂੰ ਸ਼ੌਂਕ ਸੀਗਾ ਵੇਟ ਵੂਟ ਲਿਫਟਿੰਗ, ਐਵੇਂ ਬੋਡੀ ਬਿਲਡਿੰਗ ਜਿਹਦਾ ਹੁੰਦਾ ਹੀ ਆ, ਤਾਂ ਉਹ ਅਸੀਂ ਕਰ ਰਹੇ। ਤਾਂ ਇੱਕ ਸਾਡੇ ਚੰਡੀਗੜ੍ਹ ਦੇ ਥੀਏਟਰ ਡਾਇਰੈਕਟਰ ਸੀਗੇ, ਅੱਜ ਕੱਲ੍ਹ ਸ਼ਾਇਦ ਅਮਰੀਕਾ ਗਏ ਹੋਏ ਨੇ, ਦਵਿੰਦਰ ਕੁਮਾਰ ਵਰਮਾਨੀ। ਤਾਂ ਉਹ ਮੇਰੇ ਕੋਲ ਆਏ ਤੇ ਕਹਿੰਦੇ ਭਾਜੀ ਅਸੀਂ ਇੱਕ ਪਲੇ ਕਰਨਾ ਵਾ ਤੇ ਤੁਸੀਂ ਉਸ 'ਚ ਐਕਟਿੰਗ ਕਰ ਦੋਗੇ। ਇੱਕ ਪਠਾਨ ਦਾ ਰੋਲ ਹੈ ਵੀ ਸਾਨੂੰ ਸਿਹਤ ਵਾਲਾ ਬੰਦਾ ਚਾਹੀਦਾ ਤੇ ਏਦਾਂ ਤੇ ਕੁਦਰਤ ਵੱਲੋਂ ਤੁਹਾਨੂੰ ਮਹਾਰਾਜ ਨੇ ਰੰਗ ਰੂਪ ਉਹ ਦਿੱਤਾ ਤੇ ਤੁਸੀਂ। ਮੈਂ ਆਖਿਰ ਸਾਡੇ ਤਾਂ ਖਾਨਦਾਨ 'ਚ ਨਹੀਂ, 7 ਪੀੜ੍ਹੀਆਂ 'ਚ ਕਿਸੇ ਨੇ ਐਕਟਿੰਗ ਉਕਟਿੰਗ ਕੀਤੀ, ਮੈਨੂੰ ਆਉਂਦੀ ਨਹੀਂ ਕਿ ਨਾ ਮੇਰੇ ਤੋਂ ਹੋਣੀ ਆ। ਤੇ ਅਸੀਂ ਤੇ ਦੂਜੇ ਸਪੋਰਟਸ ਵਾਲੇ ਬੰਦੇ ਆ, ਉਹ ਕਹਿੰਦਾ ਨਹੀਂ ਤੁਸੀਂ ਐਕਟਿੰਗ ਮੈਂ ਕਰਾ ਲੂੰਗਾ, ਤੁਸੀਂ ਆ ਜਾਓ। ਚਲੋ ਜੀ ਖੈਰ ਮੈਂ ਉਹ ਪਲੇ ਸੀਗਾ, ਅੱਛਾ ਪਲੇ ਉਹ ਮੁਤਾਸਰ ਸੀਗਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪਲੇ ਸਪਰੂ ਹਾਊਸ ਦਿੱਲੀ ਹੋਇਆ ਕਰਦੇ ਸੀਗੇ, ਉਹ ਡਬਲ ਇੰਟੈਂਡਰ ਵਾਲੇ, ਅਸ਼ਲੀਲ ਸ਼ਬਦਾਵਲੀ ਤੇ ਉਹਦਾ ਤਾਂ ਪਲੇ ਸੀਗਾ ਸਸਤੀ ਵੋਟੀ ਤੇ ਮਹਿੰਗੀ ਰੋਟੀ। ਹਾਲਾਂਕਿ ਉਹਦੀ ਸਟੋਰੀ ਲਾਈਨ ਬੜੀ ਅੱਛੀ ਸੀਗੀ, ਲੇਕਿਨ ਸਾਨੂੰ ਪਤਾ ਨਹੀਂ ਸੀਗਾ। ਸਾਨੂੰ ਚਲੋ ਸਟੇਜ ਦੇ ਉੱਤੇ ਸੀ ਜੋ ਡਾਇਰੈਕਟਰ ਨੇ ਕਰਾਉਣਾ ਸੀ ਬੋਲ ਦੇਣਾ। ਤੇ ਉਹ ਮੇਰੇ ਕੋਲੇ ਇੱਕ ਪਠਾਨ ਦਾ ਰੋਲ ਸੀਗਾ ਤੇ ਉਹ ਜਾਂ ਰੋਲ ਉਹ ਥੋੜੀ ਜਿਹੀ ਆਵਾਜ਼ ਵੀ ਕੁਛ ਓਏ ਖੁੱਚੇ ਵਗੈਰਾ ਇਸ ਤਰ੍ਹਾਂ ਜਿਹਦੀ ਕੱਢ ਕੇ। ਤਾਂ ਉਹ ਜਦੋਂ ਉਹ ਰੋਲ ਹੋਇਆ ਤਾੜੀਆਂ ਥੋੜੀਆਂ ਵੱਜੀਆਂ ਤੇ ਮੈਨੂੰ ਬੜਾ ਚੰਗਾ ਲੱਗਾ। ਅਗਲੇ ਦਿਨ ਅਸੀਂ ਚੰਡੀਗੜ੍ਹ, ਸਾਡਾ ਜਿਹੜਾ ਖੂਬਸੂਰਤ ਸ਼ਹਿਰ ਚੰਡੀਗੜ੍ਹ ਦਾ ਦਿਲ ਆ 17 ਸੈਕਟਰ, ਤਾਂ ਉਹਦੀ ਮਾਰਕੀਟ ਵਿੱਚ ਅਸੀਂ ਘੁੰਮ ਰਹੇ ਆਪਣੇ ਕੁਲੀਗਸ ਦੇ ਨਾਲ। ਤਾਂ ਸਾਹਮਣੇ ਉਹ 2-3 ਬੜੀਆਂ ਸੋਹਣੀਆਂ ਕੁੜੀਆਂ ਆਈਆਂ ਤੇ ਉਹ ਉਹਨਾਂ ਨੇ ਰਿਮਾਰਕ ਕੀਤਾ, ਖਾਨ ਸਾਹਿਬ ਆਦਾਬ। ਤੇ ਮੈਂ ਚਲੋ ਖੈਰ ਉਹਦਾ ਸ਼ੁਕਰੀਆ ਕੀਤਾ ਉਹਨਾਂ ਨੇ, ਪਰ ਮੈਂ ਉਹ ਤਾਂ ਚਲੋ ਚੜ੍ਹਦੀ ਜੀ ਉਮਰ ਸੀਗੀ, ਜਵਾਨੀ ਜੀ। ਤੇ ਮੈਂ ਆਖਿਆ ਵੀ ਇੰਨੀਆਂ ਸੋਹਣੀਆਂ ਕੁੜੀਆਂ ਸ਼ਹਿਰ ਦੀਆਂ ਤੇ ਇੰਨੀਆਂ ਐਲੀਟ ਕਲਾਸ ਦੀਆਂ, ਇਹ ਪਛਾਣ ਲੈਂਦੀਆਂ ਬੰਦੇ ਨੂੰ ਜਿਹਨੇ ਐਕਟਿੰਗ ਕੀਤੀ ਤੇ ਲਾਈਨ ਮਾੜੀ ਨਹੀਂ ਗਈ, ਤਾਂ ਇਹਦੇ ਲਈ ਫਿਰ ਸੀਰੀਅਸਲੀ ਕਿਉਂ ਨਾ ਹੋਇਆ ਜਾਵੇ। ਤੇ ਫਿਰ ਮੈਂ ਕੁਛ ਨਾਟਕ ਜਿਹੜੇ ਉਹਨਾਂ ਨਾਲ ਕੀਤੇ ਏਦਾਂ ਹੀ। ਫਿਰ ਮੈਨੂੰ ਉਹ ਜਿਹੜਾ ਬਚਪਨ ਦੇ ਵਿੱਚ ਅਚੇਤ ਮਨ ਦੇ ਉੱਤੇ ਪਿਆ ਸੀਗਾ ਲੋਕ ਨਾਚਾਂ ਵਾਲੀ ਗੱਲ ਤੇ ਲੋਕ ਗੀਤਾਂ ਵਾਲੀ, ਉਹ ਫਿਰ ਅਸੀਂ ਇੱਕ ਗੁਰੂ ਧਾਰੇ ਅੱਜ ਕੱਲ੍ਹ ਉਹ ਵੀ ਹਿਊਸਟਨ ਹੁੰਦੇ ਆ, ਸਰਦਾਰ ਮਹਿੰਦਰ ਸਿੰਘ, ਤੇ ਉਹਨਾਂ ਕੋਲੋਂ ਬਾਕਾਇਦਾ ਭੰਗੜਾ ਸਿੱਖਿਆ ਤੇ ਉੱਥੋਂ ਸ਼ੁਰੂ ਕੀਤਾ। ਫਿਰ ਦੂਜੇ ਲੋਕ ਨਾਚ ਪੰਜਾਬ ਦੇ ਜਿੱਦਾਂ ਝੂਮਰ ਆ, ਮਲਵਈ ਜਾਂ ਮਰਦਾਂ ਦਾ ਗਿੱਧਾ, ਫਿਰ ਸੰਮੀ ਕੁੜੀਆਂ ਦੀ, ਤੇ ਇਹ ਸਾਰਾ ਕੁਝ
ਸਿੱਖਿਆ। ਇਹ ਹਾਲੇ ਮਤਲਬ ਆਪਣੇ ਆਪ ਨੂੰ ਸਮਰੱਥ ਥੀਏਟਰਿਸਟ ਜਾਂ ਫੋਕ ਥੀਏਟਰਿਸਟ ਬਣਾਉਣ ਦੇ ਕੋਸ਼ਿਸ਼ ਸੀਗੀ। ਫਿਰ ਟੈਗੋਰ ਥੀਏਟਰ ਕਲਾਸੀਕਲ ਡਾਂਸਰਸ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਉਹਦੇ 'ਚ ਕ੍ਰਿਸ਼ਨ ਮਹਾਰਾਜ ਜੀ ਹੁੰਦੇ ਸੀ ਪਹਿਲਾਂ, ਬਿਰਜੂ ਮਹਾਰਾਜ ਹੋਣ ਤੋਂ ਪਹਿਲਾਂ। ਤਾਂ ਉਹਨਾਂ ਦੀ ਪਰਫੋਰਮੈਂਸ ਵੇਖੀ ਤੇ ਮੈਂ ਕਿਹਾ ਬਰੀਕੀਆਂ ਵੀ ਜੇ ਨਾਚ ਹੀ ਸਿੱਖਣੇ ਤੇ ਕਿਉਂ ਨਾ ਬਰੀਕੀਆਂ ਸਿੱਖੀਆਂ ਜਾਣ। ਤੇ ਦੈਨ ਫਿਰ ਮੈਂ ਸਾਡੇ ਹੁਣ ਤਾਂ ਮਰਹੂਮ ਨੇ ਤੋਂ ਪੰਡਿਤ ਕਨ੍ਹਈਆ ਲਾਲ ਸ਼ਰਮਾ ਜੀ, ਸੋ ਉਹ ਗੁਰੂ ਜੀ ਉਹਨਾਂ ਕੋਲ ਮੈਂ 3 ਸਾਲ ਕੱਥਕ ਨ੍ਰਿਤ ਦੀ ਸਿੱਖਿਆ ਲਈ ਬਕਾਇਦਾ। ਤੇ ਨਾਲ ਹੀ ਉਸ ਤੋਂ ਬਾਅਦ ਸਾਡੇ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਪੰਜਾਬ ਯੂਨੀਵਰਸਿਟੀ ਵਿੱਚ ਪਰ ਚਾਂਸ ਮੋਹਨ ਮਹਾਰਿਸ਼ੀ ਹੋਰਾਂ ਦੇ ਸ਼੍ਰੀਮਤੀ ਜੀ ਮੈਡਮ ਅੰਜਲਾ ਮਹਾਰਿਸ਼ੀ ਜੀ, ਤਾਂ ਉਹਨਾਂ ਕੋਲੋਂ ਫਿਰ ਮੈਂ ਭਰਤਨਾਟਿਅਮ ਦੀ 4 ਸਾਲ ਦਾ ਡਿਪਲੋਮਾ ਬਕਾਇਦਾ ਪਾਸ ਆਊਟ ਕੀਤਾ। ਉਹ ਅਲੱਗ ਤੋਂ ਇੰਸਟੀਟਿਊਸ਼ਨ ਸੀਗਾ ਤੇ ਉੱਥੋਂ ਪਰ ਸਿੱਖਿਆ ਸਾਰਾ ਉਹਨਾਂ ਕੋਲੋਂ। ਇਹ ਜਦੋਂ ਸਾਰੀਆਂ ਗੱਲਾਂ ਸਾਊਥ ਵਾਲਾ ਕਲਾਸੀਕਲ ਡਾਂਸ, ਸਾਡਾ ਨਾਰਥ ਵਾਲਾ ਕਲਾਸੀਕਲ ਡਾਂਸ, ਫੋਕ ਡਾਂਸਿਸ ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ, ਤਾਂ ਇਹਨਾਂ ਵਾਲੇ ਪਾਸੇ ਜਦੋਂ ਹੋ ਗਿਆ ਤੇ ਫਿਰ ਮੈਂ ਆਖਿਆ ਵੀ ਕਿਉਂ ਨਾ ਜਿਹੜੇ ਨੇ ਬੈਲੇ ਅਪੇਰਾ ਤੇ ਕੰਮ ਕੀਤਾ ਜਾਵੇ, ਕਿਉਂਕਿ ਡਰਾਮੇ ਤਾਂ ਚੱਲ ਰਹੇ ਆ ਲੇਕਿਨ ਇਸ ਪਾਸੇ ਘੱਟ ਆ। ਔਰ ਸਾਡੀ ਪਰੰਪਰਾ ਰਹੀ ਸੀ, ਕਿਉਂਕਿ ਮੈਂ ਬਾਅਦ 'ਚ ਇਪਟਾ ਨਾਲ ਵੀ ਜੁੜਿਆ ਤੇ ਇਪਟਾ ਨੇ ਸਾਨੂੰ ਦੱਸਿਆ ਵੀ ਜਿਹੜਾ ਥੀਏਟਰ ਆ ਉਹ ਕਲਾ ਜਿਹੜੀ ਆ ਉਹ ਕਲਾ ਵਾਸਤੇ ਘੱਟ ਤੇ ਲੋਕਾਂ ਵਾਸਤੇ ਜ਼ਿਆਦਾ, ਲੋਕਾਂ ਦੇ ਮਸਲੇ, ਲੋਕਾਂ ਦੇ ਦੁੱਖ ਦਰਦ ਤੇ ਉਹ ਉੱਦਾਂ ਦੀਆਂ ਗੱਲਾਂ ਵਾਸਤੇ। ਤੇ ਫਿਰ ਮੈਂ ਜਦੋਂ ਇਪਟਾ ਨਾਲ ਜੁੜਿਆ ਤਾਂ ਫਿਰ ਇਪਟਾ ਤੋਂ ਉੱਥੋਂ ਪਤਾ ਲੱਗਾ ਵੀ ਜਿਹੜੇ ਅਪੇਰੇ ਬੈਲੇ ਆ ਉਹਦੇ 'ਚ ਸ਼ੀਲਾ ਭਾਟੀਆ ਜੀ ਵੀ ਕਰਦੇ ਰਹੇ, ਤੁਹਾਡੇ ਦਿੱਲੀ ਵਾਲੇ ਚੰਨ ਬੱਦਲਾਂ ਦਾ ਤੇ ਹੋਰ ਬਹੁਤ ਸਾਰੇ। ਤੇ ਇਸੇ ਤਰ੍ਹਾਂ ਹੀ ਸੁਰਿੰਦਰ ਕੌਰ ਜੀ ਜਿਹੜੇ ਪੰਜਾਬ ਦੀ ਕੋਇਲ, ਬਹੁਤ ਵੱਡੇ ਪੰਜਾਬੀ ਸਿੰਗਰ ਰਹੇ, ਉਹਨਾਂ ਨੇ ਵੀ ਹੀਰ ਰਾਂਝਾ ਦਾ ਜਿਹੜਾ ਨਾਟਕ ਆ ਉਹਦੇ 'ਚ ਅਪੇਰਾ ਤੇ ਉਹਦੇ 'ਚ ਹੀਰ ਦਾ ਰੋਲ ਕਰਦੇ ਰਹੇ। ਤੇ ਇਸੇ ਤਰ੍ਹਾਂ ਹੀ ਤੇਰਾ ਸਿੰਘ ਚੰਨ ਹੋਰਾਂ ਦੇ ਹੋਰ ਸੀਗੇ। ਤੇ ਕੁਛ ਇੱਕ ਫਿਰ ਮੈਂ, ਕਿਉਂਕਿ ਮੈਨੂੰ ਸੀ ਵੀ ਜਿਹੜਾ ਮੈਂ ਕਲਾਸੀਕਲ ਨਾਚ ਸਿੱਖੇ ਆ ਤੇ ਕਿਉਂ ਨਾ ਇਹਨਾਂ ਬੈਲਿਆਂ ਪੇਰਾਂ ਵਿੱਚ ਉਹਨਾਂ ਦੀ ਇਸਤੇਮਾਲ ਕੀਤਾ ਜਾਵੇ। ਤੇ ਫਿਰ ਮੈਂ ਕੁਛ ਅਪੇਰੇ ਜਿਹੜੇ ਨੇ ਬੈਲੇ ਖੇਡਣੇ ਸ਼ੁਰੂ ਕੀਤੇ, ਤਿਆਰ ਕਰਾਉਣੇ ਸ਼ੁਰੂ ਕੀਤੇ ਆਪਣੇ ਗਰੁੱਪ ਦੇ ਵਿੱਚ। ਤਾਂ ਉਹਦੇ 'ਚ ਫਿਰ ਅਸੀਂ ਹੀਰ ਰਾਂਝਾ ਵੀ ਖੇਡਿਆ, ਸੋਹਣੀ ਮਹੀਵਾਲ ਖੇਡਿਆ, ਸੱਸੀ ਪੁੰਨੂ ਖੇਡਿਆ ਤੇ ਮਿਰਜ਼ਾ ਸਾਹਿਬਾਂ ਖੇਡਿਆ। ਸੱਸੀ ਪੁੰਨੂ ਮੈਂ ਪੰਜਾਬ ਨੈਸ਼ਨਲ ਬੈਂਕ ਵਾਲਿਆਂ ਦੇ ਇੰਪਲਾਈਜ਼ ਨੂੰ ਤਿਆਰ ਕਰਾਇਆ ਤੇ ਉਹਦੇ ਅਸੀਂ ਸ਼ੋ ਫਿੱਕੀ ਆਡੀਟੋਰੀਅਮ ਤੁਹਾਡੇ ਇੱਥੇ ਪਿਆਰੇ ਲਾਲ ਮੇਰੇ ਖਿਆਲ ਭਵਨ ਹੈਗਾ ਤੇ ਇੱਥੇ ਵੀ ਅਸੀਂ ਖੇਡ ਕੇ ਗਏ ਹਾਂ। ਤੇ ਉਹਦੇ ਵਿੱਚ ਕੀ ਸੀਗਾ, ਉਹ ਆਲ ਇੰਡੀਆ ਦਾ ਕੰਪੀਟੀਸ਼ਨ ਸੀਗਾ ਬੈਂਕਾਂ ਵਾਲਿਆਂ ਦਾ। ਉਹ ਅਸੀਂ ਨਾਰਥ ਜ਼ੋਨ ਤੋਂ, ਇਧਰਲੇ ਪਾਸੇ ਜ਼ੋਨ ਤੋਂ ਆਏ ਸੀਗੇ। ਦੂਜੇ ਪਾਸੇ ਤੁਹਾਡੇ ਦਿੱਲੀੋਂ ਥੱਲੋਂ ਸੀਗਾ ਪਲੇ ਤੇ ਹੋਰ ਬੰਗਾਲ ਤੋਂ ਵੀ ਸੀ, ਸਾਊਥ ਵਾਲੇ ਪਾਸਿਓਂ ਵੀ ਸੀਗੇ। ਤੇ ਉਹ NSD ਦੇ ਜਿਹੜੇ ਸੀਗੇ ਪ੍ਰੋਫੈਸਰ ਸਾਹਿਬ ਉਹ ਉਹਦੇ ਵਿੱਚ ਬਤੌਰ ਜੱਜਿਸ ਬੈਠੇ ਸੀਗੇ। ਤੇ ਚਲੋ ਜੀ ਉਹ ਪਲੇ ਜਦੋਂ ਸੱਸੀ ਪੁੰਨੂ ਹੋਇਆ ਤਾਂ ਪਲੇ ਮੇਰੇ ਹਿਸਾਬ ਨਾਲ ਅੱਛਾ ਤਿਆਰ ਮੈਂ ਕਰਾਇਆ ਸੀ। ਚਲੋ ਤੇ ਉਹ ਜਿੰਨਾ ਕੁਛ ਮੈਂ ਸਿੱਖਿਆ ਸੀ ਉਹਦੇ ਵਿੱਚ ਮੈਂ ਉਹਦੇ 'ਚ ਡਾਂਸਿਸ ਦਾ, ਮਿਊਜ਼ਿਕ ਦਾ ਤੇ ਮੁਕਾਲਮੇ, ਡਾਇਲੋਗਸ ਵਗੈਰਾ ਉਹ ਸਾਰੇ ਉਹਦੇ ਵਿੱਚ ਸੀਗੇ। ਤਾਂ ਕੁਛ ਦ੍ਰਿਸ਼ ਵੀ ਉੱਦਾਂ ਦੇ ਸੀਗੇ, ਕਿਉਂਕਿ ਉਹ ਡਾਚੀਆਂ ਆਉਣਾ ਤੇ ਮਾਰੂਥਲ ਦੇ ਸੀਨ ਸੀਗੇ ਕਈ, ਕੁਛ ਸਟੋਰੀ ਦੇ ਮੁਤਾਬਕ ਜਿਵੇਂ ਸੀ। ਤਾਂ ਉਹ ਪਲੇ ਉਸ ਕੰਪੀਟੀਸ਼ਨ ਦੇ ਵਿੱਚ ਜੱਜਾਂ ਨੇ ਅਵਲ ਲਿਆਤਾ, ਫਸਟ ਕੱਢ ਦਿੱਤਾ ਤੇ ਬੈਸਟ ਐਕਟਰੈਸ ਵੀ ਸਾਡੀ ਚੰਡੀਗੜ੍ਹ ਦੀ ਪੰਜਾਬ ਨੈਸ਼ਨਲ ਬੈਂਕ ਦੀ ਊਸ਼ਾ ਆਹੂਜਾ, ਉਹਨਾਂ ਨੂੰ ਉਹ ਅਵਾਰਡ ਦੇ ਦਿੱਤਾ। ਤੇ ਅਸੀਂ ਜਦੋਂ ਜੱਜਿਸ ਨੂੰ ਪੁੱਛਿਆ ਵੀ ਕੀ ਗੱਲ ਵੀ ਤੁਸੀਂ ਇਹੀ ਪਲੇ ਕਿਉਂ ਕਿੱਦਾਂ ਕੱਢਿਆ, ਤਾਂ ਉਹਨਾਂ ਨੇ ਕੱਢਿਆ ਵੀ ਇਸ ਪਲੇ ਦੀ ਗੱਲ ਇਹ ਆ ਵੀ ਜਿਹੜਾ ਸਾਡਾ ਸੈਕਿੰਡ ਤੇ ਥਰਡ ਪਲੇ ਅਸੀਂ ਕੱਢੇ ਆ ਉਹ 3-4 ਦਿਨ ਇਕੱਠੇ ਚੱਲਦਾ ਹੁੰਦਾ ਕੰਪੀਟੀਸ਼ਨ 'ਚ। ਵੀ ਜਿਹੜਾ ਸੈਕਿੰਡ ਥਰਡ ਉਹਦੇ ਵਾਸਤੇ ਸਾਨੂੰ ਸੰਘਰਸ਼ ਕਰਨਾ ਪਿਆ ਵੀ ਸੈਕਿੰਡ ਕਿਹਨੂੰ ਦਈਏ ਤੇ ਥਰਡ ਕਿਹਨੂੰ ਕਰੀਏ। ਲੇਕਿਨ ਪਹਿਲੇ ਵਾਸਤੇ ਕੋਈ ਰੌਲਾ ਹੀ ਨਹੀਂ ਸੀ, ਕਿਉਂਕਿ ਇਹ ਵੱਡਾ ਪਲਾ ਸੀ। ਔਰ ਇਹਦੇ 'ਚ ਜਿਹੜੀ ਖੂਬਸੂਰਤੀ ਸੀ ਉਹ ਇਹ ਸੀ ਕਿ ਇਹਦੇ ਵਿੱਚ ਸਾਂਝੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਸੀ ਤੇ ਸਾਨੂੰ ਲੱਗਿਆ ਵੀ ਇਹ ਵਧੀਆ। ਸੋ ਏਦਾਂ ਫਿਰ ਹੌਸਲਾ ਵੱਧਦਾ ਗਿਆ ਤੇ ਫਿਰ ਅਸੀਂ ਤੇਰਾ ਸਿੰਘ ਚੰਨ ਹੋਰਾਂ ਦਾ ਇੱਕ ਅਪੇਰਾ ਹੈਗਾ ਲੱਕੜ ਦੀ ਲੱਤ, ਉਹ ਸੰਸਾਰ ਅਮਨ ਦੇ ਉੱਤੇ ਹੈ ਕਿਉਂਕਿ ਉਦੋਂ ਲਹਿਰ ਵੀ ਚੱਲੀ ਸੀਗੀ। ਤੇ ਉਹ ਵੀ ਖਿਡਵਾਇਆ ਤੇ ਖੁਦ ਵੀ, ਕਿਉਂਕਿ ਰੋਲ ਵੀ ਕਰਦੇ ਸੀ ਤੇ ਨਾਲ ਅਸੀਂ ਖਿਡਵਾਉਂਦੇ ਵੀ ਸੀਗੇ। ਤੇ ਏਦਾਂ ਫਿਰ ਦੂਜੇ ਨਾਟਕ ਸਤੀਸ਼ ਡੇ ਹੋਣਾ ਦਾ ਪਲੇ ਸੀਗਾ ਦਿੱਲੀ ਦੀ। ਜੇ ਮੈਂ ਗੱਲ ਕਰਾਂ ਤਾਂ ਦਿੱਲੀ ਪੰਜਾਬੀ ਅਕੈਡਮੀ ਵਾਲਿਆਂ ਵੱਲੋਂ ਜਦੋਂ ਕੰਪੀਟੀਸ਼ਨ ਦਾ ਰੀਤਾ ਸ਼ਰਮਾ ਹੋਰਾਂ ਦੇ ਨਾਲ ਉਹਨਾਂ ਦਾ ਇੱਕ ਪਲੇ ਸੀਗਾ
ਪਲੇ ਤਾਂ ਓਰੀਜਨਲੀ ਤਾਂ ਸੀਗਾ ਸਈਓ ਭਇਓ ਕੋਤਵਾਲ ਤੇ ਪਰ ਉਹਨਾਂ ਨੇ ਪੰਜਾਬੀ ਚ ਨਾ ਅਡਾਪਟ ਕੀਤਾ ਸੀਗਾ ਗੁੱਡ ਮੈਨ ਦੀ ਲਾਲਟੈਨ ਦੇ ਨਾਂ ਦੇ ਉੱਤੇ। ਤਾਂ ਉਹ ਫਿਰ ਇੱਥੇ ਅਸੀਂ 2 ਦਿਨ ਖੇਡਿਆ, ਰਵੀਲ ਸਿੰਘ ਉਹਨਾਂ ਦੀ ਉਦੋਂ ਸੀਗੀ ਸੈਕਟਰੀਸ਼ਿਪ ਤੇ ਉਹਦੇ ਚ ਕਿਉਂਕਿ ਮੈਂ 2-3 ਕਰੈਕਟਰ ਵੀ ਸੀ ਮੇਨ ਕਰ ਰਿਹਾ, ਨਾਲ ਉਹਦੀ ਕੋਰੀਓਗ੍ਰਾਫੀ ਸੀਗੀ, ਡਾਂਸਿਸ ਵਗੈਰਾ ਤੇ ਮਿਊਜ਼ਿਕ, ਤੇ ਉਹ ਇੱਥੇ ਸਾਨੂੰ ਇੰਨਾ ਉਤਸ਼ਾਹ ਮਿਲਿਆ। ਤੇ ਫਿਰ ਅਸੀਂ ਉਸ ਤੋਂ ਅਗਲੇ ਸਾਲ ਕਮਲ ਵਿਦਰੋਹੀ ਤੇ ਕੁਲਵੰਤ ਭਾਟੀਆ ਉਹਨਾਂ ਨਾਲ 2-3 ਪਲੇ ਲੈ ਕੇ ਆਏ। ਇੱਕ ਸੀ ਉੱਠੀ में ਮਿਰਜ਼ਾ ਸੁੱਤਿਆ, ਤਾਂ ਉਹਦੇ ਵਿੱਚ ਮਿਰਜ਼ੇ ਦਾ ਰੋਲ ਸੀ। ਇਹ ਜਿਹੜਾ ਦਿੱਲੀ ਦੇ ਸੀ ਨਾਟਕ ਖੇਡੇ। ਤੇ ਇਸ ਤੋਂ ਇਲਾਵਾ 1-2 ਪਲੇ ਹੋਰ ਸੀਗੇ, ਮੈਨੂੰ ਨਾਂ ਭੁੱਲ ਗਏ ਉਹਨਾਂ ਦੇ, ਤੇ ਉਹ ਅਸੀਂ ਇੱਥੇ सिद्धू साहब हाँ विचार में टोकांगा क्योंकि एक बहुत लंबी यात्रा है। मैं तुहाडा बायोडाटा भी देख रहा सी अपने सोर्सेज नाल, और इन्ना लंबा तुहाडा अनुभव है कि उसनू थोड़े ਜਿਹੇ ਚਿਰ ਵਿੱਚ ਤੇ ਸਮੇਟਿਆ ਨਹੀਂ ਜਾ ਸਕਦਾ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਹਾਡਾ ਬਾਇਓਡਾਟਾ ਪੜ੍ਹਨ ਨਾਲ ਉਹਨਾਂ 4 ਕੁੜੀਆਂ ਦਾ ਜ਼ਿਕਰ ਉਸ ਵਿੱਚ ਨਹੀਂ ਸੀਗਾ। विजय जी एक गल तो मैं भी कहांगा कि विजय जी एक गल मैं कहांगा जो गल बायोडाटा च नहीं सी ਉਹ ਤੁਸੀਂ ਹੀ ਦੱਸ ਸਕਦੇ ਸੀ। ਪਰ ਅਸੀਂ ਤੁਹਾਡੇ ਥੀਏਟਰ ਬਾਰੇ ਜ਼ਰੂਰ ਹੋਰ ਲੰਮੀ ਗੱਲ ਕਰਾਂਗੇ। ਪਰ ਇੱਥੇ ਮੈਂ ਤੁਹਾਨੂੰ ਚਾਹਾਂਗਾ ਕਿ ਤੁਸੀਂ ਅਗਲੇ 2-3 ਮਿੰਟ ਵਿੱਚ ਸਮ ਅਪ ਕਰਕੇ ਇਸ ਇੱਕ ਸਮ ਤੇ ਲਿਆਓ। ਇੰਨਾ ਜ਼ਬਰਦਸਤ ਪਰਸਨੈਲਿਟੀ, भरतनाट्यम, कथक, हिंदी, हाँ उर्दू लैंग्वेज के जानकार जबरदस्त ते इन्ना सारा एक्सपीरियंस पूरी दुनिया घूमे हुए शख्सियत नाल असीं गल कर रहे हैं। किवें असीं सैशन नूं उन्हां नूं कह सकते हैं कि तुसीं अपनी जान पछाण साडे नाल 10 मिनट कराओ जी। चलो ये तो चलो देखो असीं ये तो महाराज दे जस भगवान दे हत्थ च है जी। ਤੇ ਉਹ ਕਹਿੰਦੇ ਵੀ ਰਾਜ ਕਰਾਏ ਤਾਂ ਕਵਨ ਵਡਾਈ, ਭੀਖ ਮੰਗਾਏ ਤਾਂ ਕਿਆ ਕਟ ਜਾਈ। ਸੋ ਜਿੱਥੇ ਉਹਦੀ ਕਿਰਪਾ ਹੁੰਦੀ ਆ ਤਾਂ ਉਹਨੇ ਸਾਨੂੰ, ਤਾਂ ਬੰਦਾ ਉੱਥੇ ਤੱਕ ਨਹੀਂ ਜਾ ਸਕਦਾ ਜਹਾਜ਼ ਚੜ ਕੇ, ਤਾਂ ਉਹਨੇ ਸਾਨੂੰ ਅੱਧੀ ਦੁਨੀਆ ਘੁਮਾ ਦਿੱਤਾ। ਔਰ ਗਵਰਨਮੈਂਟ ਆਪਣਾ ਇਸ ਦੇ ਬਾਵਜੂਦ ਇਹ ਨਿਮਾਣਾਪਣ ਤੁਹਾਡੇ ਅੰਦਰ ਹੈ ਜੀ। ਇਹ ਤੇ ਹੁਣ ਤੁਹਾਡੇ ਵਰਗੀਆਂ ਸ਼ਖਸੀਅਤਾਂ ਦਾ ਅਸਰ ਹੈ ਜੀ। ਉਹਨਾਂ ਕੋਲੋਂ ਸੋਭਤ ਰਹੀ ਆ ਤੇ ਉਹਨਾਂ ਕੋਲੋਂ ਅਸੀਂ ਇਹ ਇਨਸਾਨੀ ਗੁਣ ਥੋੜੇ ਬਹੁਤੇ ਜਿਹੜੇ ਸਿੱਖਦੇ ਰਹੇ ਆ। ਨਹੀਂ ਉੱਥੇ ਵੀ ਗੋਰੀ ਮਹਿਮਾਨ ਨਹੀਂ ਮਿਲਿਆ ਤੁਹਾਨੂੰ ਫਿਰ? ਗੋਰੀ ਮਹਿਮਾਨ ਬਹੁਤ ਇਸ ਨਾਲ ਥੀਏਟਰ ਅੱਗੇ ਵਧਿਆ ਹੋਵੇ ਹੋਰ। ਹਾਂਜੀ ਬਿਲਕੁਲ ਬਿਲਕੁਲ ਸਰ। ਅਸੀਂ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਤੁਸੀਂ ਤੁਹਾਨੂੰ ਦੱਸੀਏ ਮੇਰਾ ਐਕਸਪੀਰੀਅੰਸ ਕਿ ਅਸੀਂ ਚੈੱਕ ਰਿਪਬਲਿਕ ਨਾਲੇ ਤੇ ਮਿਰਜ਼ਾ ਸਾਹਿਬ ਵੈਲੇ ਖੇਡਿਆ ਉੱਥੇ ਤੇ ਭੰਗੜਾ ਔਰ ਕੁਝ ਲੋਕ ਨਾਚ ਦਿਖਾਏ। ਤਾਂ ਮੇਮਾ ਬੜੇ ਮੁਤਾਸਰ ਹੋਈਆਂ ਤੇ ਉਹ ਕਹਿੰਦੇ ਜੇ ਅਸੀਂ ਸਿੱਖਣਾ ਚਾਹੁੰਦੇ ਹਾਂ, ਜੇ ਤੁਸੀਂ ਸਾਨੂੰ ਆਪਣੇ ਕੰਟਰੀ, ਕਹਿੰਦੇ ਸਾਨੂੰ ਤਾਂ ਸਾਡੀ ਸਰਕਾਰ ਸਪਾਂਸਰ ਕਰ ਦਿੰਦੀ ਆ ਤੇ ਅਸੀਂ ਤੁਹਾਡੇ ਇੰਡੀਆ ਆ ਕੇ ਸਿੱਖ ਲਾਂਗੇ। ਤੇ ਅਸੀਂ ਫਿਰ ਉੱਥੇ ਇੰਟਰਨੈਸ਼ਨਲ ਵਰਕਸ਼ਾਪ ਲਾਈ ਚੰਡੀਗੜ੍ਹ ਤੇ ਸਿਪਾ ਵੱਲੋਂ, ਔਰ ਬਕਾਇਦਾ ਉਹਨਾਂ ਨੂੰ ਸਿੱਖਿਆ। ਔਰ ਉਹਨਾਂ ਨੇ ਇੰਨੀ ਤਨਦੇਹੀ ਨਾਲ ਸਿੱਖਿਆ, ਮੈਂ ਨਾ ਇੰਨੀ ਡੈਡੀਕੇਸ਼ਨ ਤਾਂ ਸਾਡੇ ਬੱਚਿਆਂ ਦੀ ਨਹੀਂ ਹੈਗੀ ਜਿੰਨੀ ਉਹਨਾਂ 'ਚ ਹੈਗੀ ਆ। ਤੇ ਉਹ ਬਕਾਇਦਾ ਹੁਣ ਚਲੋ ਕੁਝ ਲਫ਼ਜ਼ਾਂ ਦੀ ਜਿਹੜੀ ਆ ਉਹਨਾਂ ਨੂੰ ਮੁਸ਼ਕਿਲ ਆਉਂਦੀ ਆ, ਜਿੱਦਾਂ ਉਹ ਹੜੀਪਾ ਜੜਾੜਾ ਨਹੀਂ ਬੋਲ ਸਕਦੇ, ਉਹ ਹਰੀਪਾ ਵਗੈਰਾ ਵਗੈਰਾ। ਤਾਂ ਹੋਰ ਇੱਦਾਂ ਹੀ ਹੋਰ ਜਿਹੜੇ ਸੀਗੇ। ਤੇ ਇੱਦਾਂ ਅਸੀਂ ਜਿਹੜੀ ਨਾ ਆਪਣੇ ਭਾਰਤ ਮੁਲਕ ਦੀ ਕਹਿ ਲਓ ਜਾਂ ਪੰਜਾਬ ਦੀ ਕਹਿ ਲਓ, ਤੇ ਉਹਦੇ ਜਿਹੜੇ ਵੱਡੀ ਲੋਕ ਪਰੰਪਰਾ ਵਾ ਉਹਨਾਂ ਨੂੰ ਕਰਦੇ ਰਹੇ। लक्ष्य जी ऑडियो पीछे से आ रहा है और बातचीत में प्लीज थोड़ी सी वो भी बढ़ती जाए, मैं रिक्वेस्ट करूंगा। सर इसी का वो मेरी रिक्वेस्ट है जिनका हेलो ऑडियो म्यूट कर दीजिए उनका। जो पैनलिस्ट हैं तो उनसे रिक्वेस्ट है जब वो बोले तो एक बार म्यूट रखें जी। चलो ठीक है। हाँ थैंक यू सर जी। हाँ बिल्कुल। ते हुण लेटेस्ट ਜਿਹੜਾ ਦਿੱਲੀ ਦਾ, ਕਿਉਂਕਿ ਉਹ ਬੀਬੀ ਹੈਗੀ ਆ ਮੰਜਰੀ ਚਤੁਰਵੇਦੀ ਤੁਹਾਡੇ ਦਿੱਲੀ ਤੋਂ, ਉਹ ਵੈਸੇ ਪਿੱਛੋਂ ਲਖਨਊ ਤੋਂ ਨੇ, ਤੇ ਉਹਨਾਂ ਦੀ ਹੈਗੀ ਆ ਸੂਫੀ ਫਾਊਂਡੇਸ਼ਨ। ਤੇ ਉਹਨਾਂ ਵੱਲੋਂ 2 ਤਿਆਰ ਕੀਤੇ ਗਏ ਸੀਗੇ ਨਾਚਨੁਮਾ, ਇੱਕ ਉਹ ਬੁੱਲਿਆ ਤੇ ਇੱਕ ਸੀਗਾ ਉਹ ਜੁਗਨੀ ਪੰਜਾਬ ਦੀ।
ਤਾਂ ਉਹਦੇ ਵਿੱਚ ਸਟੋਰੀ ਟੈਲਿੰਗ ਵਾਲਾ ਪੋਰਸ਼ਨ, ਉਹਦੇ ਚ ਨਾਲ ਪੰਜਾਬੀ ਫੋਕ ਦਾ ਪੋਰਸ਼ਨ, ਤਾਂ ਉਹ ਸੀਗਾ। ਇਹ ਬਿਲਕੁਲ ਲੋਕਡਾਊਨ ਤੋਂ ਪਹਿਲਾਂ ਸੀ, ਇੱਥੇ ਵੀ ਖੇਡਿਆ, ਚੰਡੀਗੜ੍ਹ ਵੀ ਖੇਡਿਆ। ਇਹ ਵਿੱਚ ਵਿਚਾਲੇ ਹੁਣ 50-60 ਡਰਾਮੇ ਨੇ ਮੈਂ ਕੱਲੇ ਬਾਰੇ। ਚੰਡੀਗੜ੍ਹ ਤੇ ਮੇਰੇ ਖਿਆਲ ਕੋਈ ਹੋਊਗਾ ਡਾਇਰੈਕਟਰ ਜਿਹਦੇ ਨਾਲ ਕੰਮ ਨਹੀਂ ਕੀਤਾ, ਜਿਹਦੇ ਅੰਡਰ ਕੰਮ ਨਹੀਂ ਕੀਤਾ। ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ ਜੀ। ਅਸੀਂ ਹੁਣ ਮਾਫ ਕਰਨਾ, ਅੱਛਾ ਨਹੀਂ ਲੱਗਦਾ ਮੈਨੂੰ, ਪਰ ਆਈ ਐਮ ਸੌਰੀ, ਤੁਹਾਡੇ ਰੰਗਕਰਨ ਬਾਰੇ ਅਸੀਂ ਹੁਣੇ ਗੱਲ ਕਰਾਂਗੇ। ਪਰ ਅਸੀਂ ਇੱਕ ਇੰਟਰੋਡਕਸ਼ਨ ਦੇ ਤੌਰ ਤੇ, ਜਾਣ ਪਛਾਣ ਦੇ ਤੌਰ ਤੇ, ਖਾਸ ਤੌਰ ਤੇ ਮੇਰੇ ਵਰਗੀ ਲੋਕਾਂ ਨੂੰ ਜਿਨ੍ਹਾਂ ਨੂੰ ਬਿਲਕੁਲ ਵੀ ਤੁਹਾਡੇ ਬਾਰੇ ਨਹੀਂ ਪਤਾ ਸੀ, ਉਹਨਾਂ ਵਾਸਤੇ ਇੱਕ ਅਹਿਮ ਜਾਣਕਾਰੀ ਹੈ। ਕਾਜਲ ਸੂਰੀ ਹੋਰਾਂ ਜੀ, ਜੇ ਤੁਸੀਂ ਵੀ ਆਪਣੇ ਬਾਰੇ ਕੁਝ ਘੱਟ ਲਫ਼ਜ਼ਾਂ ਵਿੱਚ ਦੱਸ ਸਕੋ ਤੇ ਫਿਰ ਅਸੀਂ ਇਸ ਸੈਸ਼ਨ ਦੇ ਸੰਘਰਸ਼ ਯਾਤਰਾ ਵਾਲੇ ਪੋਰਸ਼ਨ ਤੇ ਆਉਂਦੇ। ਜ਼ਰੂਰ ਜੀ। ਸਤਿ ਸ੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ जी। सारे नु सत श्री अकाल, नमस्कार। तो हिंदी में भी बात कर सकती हैं, पंजाबी में भी, हाँ, अभी शुरुआत हिंदी से करूंगी क्योंकि बहुत सारे लोग जुड़े हैं। डोगरी में करोगे ज्यादा अच्छा लगेगा। जी बिल्कुल। तो सबसे पहले अपनी शुरुआत की अगर मैं बात करूं तो 3 साल की उम्र में पापा मम्मी दोनों थिएटर से जुड़े हुए हैं। घर में वैसा ही एटमॉस्फेयर था, स्क्रिप्ट रीडिंग होती थी, थिएटर से जुड़े लोग आते थे। कश्मीर में पापा थे तो बहुत थिएटर किया उन्होंने, और उनका था कि उनका एक नाटक था पिंजरा करके, तो उसमें उनको एक बच्चे की जरूरत थी, 3 साल के बच्चे की। तो तब मेरी शुरुआत हुई टैगोर हॉल से, श्रीनगर में टैगोर हॉल था। उसके बाद तो नाटकों का सिलसिला चलता रहा। पापा जाहिर है दोनों नाटक करते, थिएटर से जुड़े हैं। मम्मी पापा दोनों थिएटर से जुड़े हैं। मम्मी संस्कृत नाटकों से भी जुड़ी रही हैं, मम्मी ने बहुत संस्कृत नाटक भी किए हैं। तो बस ये सिलसिला उनके साथ चलता रहा। एज ए चाइल्ड आर्टिस्ट थिएटर किया, रेडियो से जुड़ी रही, दूरदर्शन से जुड़ी रही, दूरदर्शन में एज ए चाइल्ड आर्टिस्ट काम किया, सीरियल्स किए, नाटक किए। रेडियो में पंजाबी प्रोग्राम्स बहुत करती थी। और वादी की आवाज करके एक प्रोग्राम होता था जो पंजाबी और इसमें होता था, उसमें छोटे नाटक होते थे पंजाबी के, वो किए एज अ चाइल्ड आर्टिस्ट। उसके बाद जब थोड़े बड़े हुए और हम लोग जम्मू शिफ्ट हुए, तो जम्मू में जब मैंने थिएटर शुरू किया तो अपनी जर्नी बताती हूँ कि पापा के साथ ही करती रही थिएटर, फिर एक प्रॉपर ग्रुप के साथ थिएटर किया। और हम लोग सुबह 5 बजे हम लोग जाते थे, क्योंकि मेरा कॉलेज 9 बजे होता था, तो 5 बजे हम लोग रिहर्सल करते थे। इतना एक ऑक्सीजन था थिएटर हम लोगों के लिए। मम्मी भी थिएटर करती रही थी, पापा भी करते थे, मैं भी करती रही थी। और हम 5 बजे जाते थे रिहर्सल करने के लिए। मैं एक हॉल था तो वहां जाके हॉल पे हम लोग रिहर्सल करते थे 5 to 8। जम्मू में बहुत ठंड होती थी, ठंड के दिनों में। तो बस ये सिलसिला चलता रहा। 9 बजे कॉलेज और सुबह 5 बजे से 8 बजे तक, 8:30 तक रिहर्सल। और वहाँ पे गवर्नमेंट हर साल, JNK गवर्नमेंट, जब अब तो UT हो गया है, हर साल फेस्टिवल करवाती है पूरे JNK स्टेट का, जिसमें लद्दाख, सारे जिले और सब कुछ कवर होता है। एक बहुत बड़े लेवल का फेस्टिवल होता है और उसमें बेस्ट प्ले और बेस्ट डायरेक्टर का अवार्ड दिया जाता है। अलग अलग कैटेगरीज में अवार्ड दिया जाता है। तो कॉन्टिन्यूसली 7 साल मुझे वो अवार्ड मिला। क्या हो गया? हेलो, उनकी थोड़ी नेटवर्क प्रॉब्लम आई है। काजल मैम, आप सुन पा रहे हैं? हाँ, मैं बिल्कुल सुन पा रही हूँ आपको। ठीक है, अब हम सुन रहे हैं आपको। जी जी जी। कुछ प्रॉब्लम आया था क्या? हाँ, बीच में डिस्कनेक्ट हो गया। आप वहीं से शुरू कीजिए जब आपने अवार्ड्स लिए। हाँ बिल्कुल। 7 बार कॉन्टिन्यूसली अवार्ड लिया। JNK गवर्नमेंट ने बेस्ट एक्ट्रेस का अवार्ड दिया। उसके बाद मैंने MSc की मास्टर्स किया। उसके बाद मुझे आकाशवाणी में जब नौकरी मिली तो मैं दिल्ली शिफ्ट हुई। नाटक अनुभाग देखना था मुझको, तो दिल्ली शिफ्ट हुई क्योंकि जम्मू में बहुत काम किया था और दिल्ली बिल्कुल मेरे लिए नया था। जम्मू एक छोटा सा शहर जहाँ से मैं दिल्ली आ गई और बिल्कुल नया शहर था मेरे लिए। और यहाँ मुझे थिएटर करना था क्योंकि थिएटर ही था जो मुझे लगता था। मैंने दूरदर्शन में बहुत काम किया, बहुत सीरियल्स वगैरह किए हैं, बहुत सीरियल्स प्रोड्यूस किए, टेलीफिल्म्स प्रोड्यूस की, डॉक्यूमेंट्रीज प्रोड्यूस की, लेकिन थिएटर कुछ ऐसा था जो मुझे बहुत ही डिवाइन, एक
डिवाइन लगता था, एक बहुत ही जो आत्म संतुष्टि होती है वो मुझे थिएटर से ही मिली है। तो दिल्ली में आके जब मैं आई तो मैं सब कुछ छोड़ दिया। मैं क्योंकि जॉब करती थी, फ्रीलांस प्रोड्यूसर भी रही हूँ दूरदर्शन के लिए बहुत, तो मुझे लगा कि मुझे, मैं कुछ भी ना करूँ लेकिन मैं थिएटर नहीं छोड़ सकती, तो बहुत कुलबुलाहट होती थी। फिर यहाँ आके मैं बहुत समअप कर रही हूँ। मैंने यहाँ आके एप्टा ज्वाइन किया, एप्टा के साथ बहुत सारे नाटक किए। जम्मू में मैंने पंजाबी नाटक भी बहुत किए। सुजान सिंह थे, सुजान अंकल, प्रोफेसर मदन मोहन शर्मा, पापा, हम लोग सबका एक ग्रुप था और हम लोग नाटक किया करते थे। फिर हम दिल्ली आई तो दिल्ली में एप्टा के साथ बहुत नाटक किए। नॉर्थ जोन कल्चरल सेंटर के साथ के लिए हम जाते रहे शोज करने के लिए। और यहाँ पे फिर पंजाबी अकेडमी के साथ नाटक किया मैंने, जिसमें फीमेल डायरेक्टर्स को उन्होंने चुना था, उसमें एक मैं भी थी फीमेल डायरेक्टर। आई वाज वन ऑफ देम। नाटक का नाम था और एक सच। तो इसमें चुगते की स्टोरी थी और वो नाटक था, उसमें रवि सर भी थे। और फिर रवि सर के साथ पंजाबी नाटक किए, बिंगर दी जोड़ू, और जब मैंने जिन्हें लाहौर नहीं देखा। तो ये सिलसिला चलता रहा, नाटकों का सिलसिला चलता रहा। और फिर इसके बाद अभी 2017 में ऑल ओवर इंडिया से 25 वुमेन का सिलेक्शन हुआ, जिसमें अलग अलग फील्ड की वुमेन को चुना गया। दैट वाज 10th नेशनल वुमेन एक्सीलेंस अवार्ड, नेशनल वुमेन एक्सीलेंस अवार्ड। तो वो मुझे थिएटर के लिए मिला। 2017 में वो अवार्ड दिया गया थिएटर के लिए। और अभी 2020 के शुरुआत में ही जोहरा सहगल नेशनल अवार्ड मिला थिएटर के लिए। एक छोटी सी जर्नी रही, लेकिन छोटी सी जर्नी है, लेकिन जर्नी अभी जारी है, छोटी सी नहीं है। मैं रमनदीप और मैडम ਨੂੰ रिक्वेस्ट करांगा जी, रमनदीप जी, ਤੁਸੀਂ डिस्कशन ਦੀ शुरुआत करो। हालांकि 9:45 ਵੱਜ गए ने इस इंट्रोडक्शन में। जी 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 मैं वाकई मैं बड़े ध्यान ਨਾਲ ਸੁਣ ਰਹੀ ਸੀ ਦੋਨਾਂ ਦੀਆਂ ਗੱਲਾਂ, ਤੇ ਮੈਂ ਬਲਕਾਰ ਭਾਜੀ ਨੂੰ ਕਹਿਣ ਹੀ ਲੱਗੀ ਸੀ ਕਿ ਸਰ ਭਾਜੀ ਹੁਣ ਥੀਏਟਰ ਵਾਲੇ ਪਾਸੇ ਆਓ, ਸਾਨੂੰ ਪਤਾ ਤੁਹਾਡੀ ਜਿਹੜੀ ਯਾਤਰਾ ਹੈ ਡਾਂਸਿਸ ਦੀ ਔਰ ਬਹੁਤ ਸਾਰੀ ਲੰਬੀ ਹੈ। ਤੋਂ ਇਹਨੇ ਨੂੰ ਚਲੋ ਤੁਸੀਂ ਕਿਹਾ, ਤੇ ਹੁਣ ਮੈਂ ਬਲਕਾਰ ਭਾਜੀ ਨਾਲ ਪਹਿਲਾਂ ਪੁੱਛਾਂ ਉਹਨਾਂ ਨੂੰ ਕੁਝ ਜੋ ਵੀ ਤੁਹਾਡਾ ਜੀ। ਹਾਂਜੀ ਪਲੀਜ਼ ਮੈਂ ਭਾਜੀ ਨੂੰ ਪੁੱਛ ਰਹੀ ਸੀ ਪਹਿਲਾਂ ਤਾਂ ਇਹੀ ਕਿ ਸਭ ਤੋਂ ਪਹਿਲਾਂ ਤੁਸੀਂ ਪਲੇ ਕਿਹੜੇ ਗਰੁੱਪ ਨਾਲ ਕੀਤਾ ਜਾਂ ਕਿਹਨਾਂ ਨੇ ਤੁਹਾਨੂੰ, ਤਾਂ ਉਹਨਾਂ ਨੇ ਥੋੜਾ ਜਿਹਾ ਜਿਵੇਂ ਦੱਸ ਚੁੱਕੇ ਨੇ, ਪਰ ਫਿਰ ਵੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕਿੰਨੇ ਕੁ ਪਲੇਸ ਹੁਣ ਤੱਕ ਕਰ ਚੁੱਕੇ ਹਿੰਦੀ ਪੰਜਾਬੀ, ਔਰ ਕੋਈ ਡ੍ਰੀਮ ਪ੍ਰੋਜੈਕਟ ਉਹਨਾਂ ਦਾ ਹੋਵੇ ਜਿਹੜਾ ਉਹ ਕਰਨਾ ਚਾਹੁੰਦੇ ਸੀ ਹਲੇ ਨਹੀਂ ਕੀਤਾ ਜਾਂ ਕਰ ਚੁੱਕੇ ਨੇ, ਉਹਦੇ ਬਾਰੇ ਕੁਝ ਦੱਸਣ। मैं ना जी मैं ड्रीम प्रोजेक्ट पहला कर देना, क्योंकि जो मैं प्लेयां की गिनती शुरू करने लग पाया तो टाइम बड़ा लग जाना। नहीं नहीं नहीं, जस्ट गिनती 30 35 25 ऐदा। ਇਹ ਮੈਨੂੰ ਲੱਗਦਾ ਕਿ ਉਹ 50 ਦੇ ਲੱਗ ਸਕੇ ਹੋਣੇ। ਔਰ ਉਹਦੇ ਵਿੱਚ ਉਹ ਪਲੇ ਵੀ ਸ਼ਾਮਲ ਆ ਬਸ਼ੀਰਾ, ਜਿਹੜਾ ਮੈਂ ਰਮਨਦੀਪ ਢਿੱਲੋਂ ਦੀ ਨਿਰਦੇਸ਼ਨਾ ਹੇਠ ਕੀਤਾ ਔਰ ਤੁਹਾਡੇ ਨਾਲ ਖੇਡਿਆ। ਤੇ ਜੀ ਤੇ ਬਾਕੀ ਮੈਂ ਦੱਸਿਆ ਨਾ ਵੀ ਤਕਰੀਬਨ JS ਲਖਾੜੀ ਹੁਣਾਂ ਤੋਂ ਲੈ ਕੇ ਤੇ ਲੇਟੈਸਟ ਰਾਜੀਵ ਮਹਿਤਾ ਤੱਕ ਹਰ ਇੱਕ ਡਾਇਰੈਕਟਰ ਨਾਲ ਕੰਮ ਕਰਨ ਦਾ ਮੈਨੂੰ ਇਤਫਾਕ ਹੋਇਆ। ਤੇ ਜਾਂ ਤੇ ਅੱਛਾ, ਜਿਹੜਾ ਤੁਸੀਂ ਡ੍ਰੀਮ ਪ੍ਰੋਜੈਕਟ ਕਹਿੰਦੇ ਹੋ, ਉਹ ਡ੍ਰੀਮ ਪ੍ਰੋਜੈਕਟ ਮੇਰਾ ਹਾਲੇ ਇੱਕ ਮਾਈਂਡ ਦੇ ਵਿੱਚ ਨਾ ਉਹ ਸਟ੍ਰਾਈਕ ਕਰਦਾ, ਉਹ ਹੈਗਾ ਹਾਂਜੀ, ਉਹ ਆ ਬਾਬੇ ਫਰੀਦ ਨੂੰ ਲੈ ਕੇ ਇੱਕ ਨਾਟਕ ਖੇਡਣਾ ਸੂਫੀਆਨਾ ਦਾ। ਕਿਆ ਬਾਤ। ਉਹ ਇਸ ਕਰਕੇ ਕਿ ਹਾਂ ਉਹ ਇਨਸਾਨੀਅਤ ਦੀ ਗੱਲ ਕਰਦੇ। ਔਰ ਇੰਨਾ ਜਿਹੜੇ ਸਾਡੇ, ਕਿਉਂਕਿ ਅਸੀਂ ਸਾਡਾ ਪਹਿਲਾਂ ਤਾਂ ਹਿੰਦੂ ਸੀ, ਆਪਾਂ ਸਾਰੇ ਹਿੰਦੁਸਤਾਨ ਦੇ ਰਹਿਣ ਵਾਲੇ, ਤਾਂ ਜਿਹੜਾ ਇਸਲਾਮ ਜਾਂ ਮੁਸਲਮਾਨ ਕਨਵਰਟ ਹੋਏ ਆ, ਉਹ ਜਿੰਨੇ ਸੌਫਟਲੀ ਇਨਸਾਨੀਅਤ ਕਦਰਾਂ ਕੀਮਤਾਂ ਇਹਨਾਂ ਨੇ ਸੂਫੀਆਂ ਨੇ ਕੀਤੀਆਂ, ਲੋਕਾਂ 'ਚ ਪਿਆਰ ਮੁਹੱਬਤ ਵੰਡ ਕੇ ਇਨਸਾਨੀਅਤ ਭਾਈਚਾਰਾ ਬਣਾ ਕੇ, ਤੇ ਉਹਨਾਂ ਔਰੰਗਜ਼ੇਬ ਦੀ ਤਲਵਾਰ ਨਹੀਂ ਕਰ ਪਾਈ ਜਾਂ ਦੂਜੇ ਨਹੀਂ ਕਰ ਪਾਏ ਜਿਹੜੇ ਧੱਕੇ ਨਾਲ ਜਿਹੜਾ। ਅੱਛਾ, ਲੇਕਿਨ ਉਹ ਇਸ ਕਰਕੇ ਕਿ ਇੱਕ ਜਿੱਥੇ ਬਾਬੇ ਫਰੀਦ ਹੋਰਾਂ ਨੇ ਅਧਿਆਤਮਕ ਦੀ ਗੱਲ ਕੀਤੀ ਆ, ਉੱਥੇ ਨਾਲ ਜ਼ਿਆਦਾ ਜਿਹੜੀ ਸੋਸ਼ਲ ਐਸਪੈਕਟ ਆ, ਜਿਹਦੇ 'ਚ ਉਹਨਾਂ ਨੇ ਵੱਖ-ਵੱਖ ਕਮਿਊਨਿਟੀਜ਼ ਨੂੰ, ਲੋਕਾਂ ਨੂੰ ਆਪਸ 'ਚ ਜੋੜਨ ਦੀ ਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੇ ਨਾਲ, ਤੇ ਉਹਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਸਤੇ ਜਿੰਨਾ ਉਹਨਾਂ ਨੇ ਹਿੱਸਾ ਪਾਇਆ, ਯੋਗਦਾਨ ਪਾਇਆ, ਤੇ ਉਹ ਮੇਰੇ ਮਨ ਦੇ ਵਿੱਚ ਹਲੇ ਅਟਕਿਆ ਪਿਆ ਕਿ ਮੈਨੂੰ ਆ ਵੀ, ਕਿਉਂਕਿ ਉਹ ਸੀਗੇ ਪਾਕਪਟਨ, ਉਹਨਾਂ ਦਾ ਮੇਨ ਟਿਕਾਣਾ ਇੱਧਰ ਆ, ਤੇ ਉੱਥੋਂ ਦੀ ਜਿਹੜੀ ਉਸ ਵੇਲੇ ਦੀ ਲੋਕ ਬੋਲੀ ਸੀਗੀ ਸਰਾਇਕੀ ਮੁਲਤਾਨੀ, ਜਿਹਨੂੰ ਅੱਜ ਕਹਿੰਦੇ ਆ, ਉਹਦੇ ਵਿੱਚ ਮੈਂ ਚਾਹੁੰਦਾ ਵੀ ਉਸ ਬੋਲੀ ਦੇ ਵਿੱਚ ਉਹਨਾਂ ਦੇ ਜਿਹੜੇ ਮੁਕਾਲਮੇ, ਵਾਰਤਾਲਾਪ, ਗੱਲਬਾਤ ਹੋਵੇ। ਤੇ ਜਿਹੜੇ ਜੀ ਮੈਂ ਬਲਕਾਰ ਜੀ ਤੁਹਾਨੂੰ ਇੱਕ ਸਜੈਸ਼ਨ ਦਾਂਗਾ
ਪ੍ਰਤਾਪ ਜੀ ਸਹਿਗਲ ਜੀ ਸਾਡੇ ਕੋਲ ਬੈਠੇ ਆ, ਇਹਨਾਂ ਨੇ ਹੁਣੇ ਨਵਾਂ ਪਲੇ ਲਿਖਿਆ ਬੁੱਲੇ ਦੀ ਸ਼ਾਹ ਉੱਤੇ, ਬਹੁਤ ਹੀ ਕਮਾਲ ਦਾ ਪਲੇ ਲਿਖਿਆ। ਵਾਹ ਕੀ ਤੇ ਬਾਤ, ਤੁਸੀਂ ਔਰ ਸਿਰਾਇਕੀ ਇਹਨਾਂ ਦੀ ਬੋਲੀ ਆ ਪ੍ਰਤਾਪ ਸਹਿਗਲ, ਮਜ਼ਾ ਆ ਗਿਆ, ਮਜ਼ਾ ਆ ਗਿਆ। ਤੇ ਤੁਸੀਂ ਪ੍ਰਤਾਪ ਸਹਿਗਲ ਜੀ ਨੂੰ ਬੋਲੋ ਕਿ ਬਾਬਾ ਫਰੀਦ ਉੱਤੇ ਤੁਹਾਨੂੰ ਇੱਕ ਸਿਰਾਇਕੀ ਭਾਸ਼ਾ ਵਿੱਚ ਲਿਖ ਕੇ ਦੇਣ, ਤੁਹਾਨੂੰ ਮਜ਼ਾ ਆਏਗਾ। ਕੀ ਬਾਤ ਹੈ। ਇੱਕ ਸਵਾਲ ਮੇਰੇ ਮਨ ਵਿੱਚ ਆਂਦਾ ਹੈ ਸਿੱਧੂ ਸਾਹਿਬ ਕਿ ਜਿਸ ਤਰ੍ਹਾਂ ਦਾ ਤੁਹਾਡਾ ਜ਼ਿਆਦਾਤਰ ਫੋਕਸ ਜਾਂ ਤੁਹਾਡਾ ਕੰਮ ਦਾ ਜੋ ਓਵਰਆਲ ਦਾਇਰਾ ਹੈ ਉਹ ਫੋਕ ਥੀਏਟਰ ਦੇ ਨੇੜੇ ਤੇੜੇ ਜ਼ਿਆਦਾ ਬੈਠਦਾ ਹੈ। ਹਾਂਜੀ ਹਾਂਜੀ ਜੀ। ਫੋਕ ਥੀਏਟਰ ਕਰਦੇ ਹੋਏ ਕੀ ਤੁਸੀਂ ਕਦੀ ਜਾਂ ਤੁਹਾਡਾ ਇਹ ਸੰਘਰਸ਼ ਕਿਵੇਂ ਜਾ ਰਿਹਾ ਕਿ ਤੁਸੀਂ ਮੇਨ ਸਟ੍ਰੀਮ ਦੇ ਜਿਹੜੇ ਥੀਏਟਰ ਪਰਸਨੈਲਿਟੀ ਜਾਂ ਡਰਾਮ ਥੀਏਟਰ ਦਾ ਮੇਨ ਸਟ੍ਰੀਮ ਜਿਸ ਨੂੰ ਕਿਹਾ ਜਾਂਦਾ ਹੈ, ਖਾਸ ਤੌਰ ਤੇ ਇੱਕ ਅਰਬਨ ਥੀਏਟਰ ਜਿਸ ਨੂੰ ਅਸੀਂ ਆਮ ਬੋਲਚਾਲ ਚ ਕਹਿੰਦੇ ਹਾਂ, ਉਸ ਵਿੱਚ ਤੁਹਾਡੀ ਵਾਰਤਾ ਤੁਹਾਨੂੰ ਐਕਸੈਪਟੈਂਸ ਮਿਲੀ ਜਾਂ ਨਹੀਂ ਮਿਲੀ, ਤੇ ਮਿਲੀ ਤੇ ਕਿੰਨਾ ਸੰਘਰਸ਼ ਕਰਨਾ ਪਿਆ ਤੁਹਾਨੂੰ? ਆਊਟਸਾਈਡਰ ਤੇ ਨਹੀਂ ਕਿਹਾ ਗਿਆ ਤੇ ਫੋਕ ਥੀਏਟਰ ਵਾਲਾ ਹੈ, ਇਸ ਤਰ੍ਹਾਂ ਦੀ ਗੱਲ ਤੇ ਨਹੀਂ ਕਰੀ ਹੋਈ? ਨਹੀਂ, ਏਦਾਂ ਦੀ ਗੱਲ ਸਰ ਹੋਈ ਨਹੀਂ ਗੀ। ਉਹਦਾ ਕਾਰਨ ਇਹ ਆ ਕਿ ਉਹ ਜਿਹੜੀ ਪਬਲਿਸਿਟੀ ਜਾਂ ਹੈ ਨਾ, ਸੈਲਫ ਪਬਲਿਸਿਟੀ, ਆਪਣੇ ਮੂੰਹਾਂ ਮਿੱਠੂ, ਉਹ ਮੇਰੇ ਸੁਭਾਅ 'ਚ ਨਹੀਂ, ਤੇ ਮੈਂ ਪਬਲਿਸਿਟੀ ਕੀਤੀ ਕੋਈ ਨਹੀਂ। ਔਰ ਸੱਚੀ ਗੱਲ ਜੇ ਤੇ ਉਹਦੇ 'ਚ ਅਰਬਨ ਅਸੀਂ ਡਾਕਟਰ ਚਰਨ ਸਿੰਘ ਹੋਣਾ ਤੋਂ ਕੱਲ੍ਹ ਅੱਜ ਤੇ ਭਲਕ ਤੋਂ ਲੈ ਕੇ ਪਤਾ ਨਹੀਂ ਕਿੰਨੇ ਪਲੇ ਕੀਤੇ, ਕੈਨੇਡਾ, ਅਮਰੀਕਾ, ਹਰ ਇੱਕ ਸ਼ਹਿਰ, ਉਹਨਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਫਿਰ ਪੂਨੇ ਖੇਡਾ, ਮੁੰਬਈ ਖੇਡਦੇ ਰਹੇ ਹਾਂ, ਫਿਰ ਲਖਨਊ ਤੇ ਛੱਤੀਸਗੜ੍ਹ, ਡੋਂਗਰਗੜ੍ਹ, ਤੇ ਇਸੇ ਤਰ੍ਹਾਂ ਹੀ ਜਿਹੜਾ ਝਾਰਖੰਡ ਦਾ ਹੈਗਾ ਵਾ। ਮਤਲਬ ਇਹ ਹੈ ਕਿ ਤੁਹਾਨੂੰ ਕਦੀ ਵੀ ਇਸ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪਿਆ ਕਿ ਤੁਸੀਂ ਫੋਕ ਥੀਏਟਰ ਦੇ ਐਲੀਮੈਂਟ ਨਾਲ ਥੀਏਟਰ ਕਰਨ ਵਾਲੀ ਪਰਸਨੈਲਿਟੀ ਹੋਣ ਦੇ ਬਾਵਜੂਦ ਜਿਹੜੇ ਰੰਗ ਕਰਮ ਦੇ ਉਹ ਲੋਕ ਹੁੰਦੇ ਨੇ, ਜਿਹੜੇ ਸੈਂਟਰ ਸਟੇਜ ਬੜੀ ਛੇਤੀ ਹਾਸਲ ਕਰ ਲੈਂਦੇ ਨੇ ਕਿਉਂਕਿ ਉਹਨਾਂ ਦੀ ਇੱਕ ਅਰਬਨ ਪਛਾਣ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ, ਉਸ ਵਿੱਚ ਵੀ ਤੁਸੀਂ ਆਪਣੀ ਪਹਿਲ ਬਣਾਉਣ ਵਿੱਚ ਕਾਮਯਾਬ ਰਹੇ। ਹਾਂਜੀ, ਮੈਂ ਦੱਸਿਆ ਨਾ ਵੀ ਤੁਹਾਡੀ ਕਿਰਪਾ ਦੇ ਨਾਲ ਜਦੋਂ ਮੈਂ ਉਰਦੂ ਅਦਬ ਸਿੱਖਿਆ ਤੇ ਏਦਾਂ ਹੀ ਹਿੰਦੀ ਦੀ ਤਾਲੀਮ ਹਾਸਲ ਕੀਤੀ। ਤੇ ਇੱਕ ਪਲੇ ਸੀ ਸਾਡਾ ਮੈਂ ਵਹੀ ਹੂੰ, ਹਿੰਦੀ ਦੇ ਵਿੱਚ ਸੀਗਾ, ਉਹ ਵਿਕਟਰ ਬੇਗ ਕਾਇਲ ਹੁਣ ਦੇ ਨਿਰਦੇਸ਼ਨਾ ਹੇਠ। ਤਾਂ ਉਹਦੇ ਵਿੱਚ ਮੈਂ ਪਿੰਡੋਂ ਤਾਜ਼ਾ ਨਵਾਂ ਆਇਆ ਸੀਗਾ, ਇੱਕ ਅੱਧਾ ਪਲੇ ਮਸਾ ਖੇਡਿਆ ਸੀ, 1-2 ਪਲੇ ਖੇਡੇ ਸੀ। ਤਾਂ ਉਹਦੇ ਵਿੱਚ ਇੱਕ CID ਇੰਸਪੈਕਟਰ ਦਾ ਰੋਲ ਸੀਗਾ ਵੀ ਉਹ ਸਾਧੂ ਜਿਹਾ ਬਣ ਕੇ ਜਾਂਦਾ ਸਮਗਲਰ ਦੇ ਘਰ ਤੇ ਉਹਦੇ ਕੋਲ। ਤਾਂ ਮੇਰਾ ਪਹਿਲਾ ਡਾਇਲੌਗ ਇਹ ਸੀਗਾ, ਬੱਚਾ तुम्हारे मस्तिष्क कीड़े खाए ये तो मस्तिष्क फस गया मेरे को। मैं बोला किदा मैं, मैनू डायरैक्टर कहंदा भी तुसी माथे की कह दो। मैं ऐसी दी तैसी, तो मैं मस्तिष्क ही बोलना। मैं फिर हिंदी के दिवाले हो गया, फिर मैं प्रभाकर ऑनर्स इन हिंदी पास की, इदा ही उर्दू के दिवाले होया, इदा ही जबाना भी सीखियां ते सारियां जुबानां ते होल्ड है। हाँ जी, अर्बन थिएटर फिर मैं बकायदा काफ़ी प्ले किए, इत्थे भी तो बाहर भी। अर्बन करके मैनू कई फिल्मां वालियां ने करैक्टर दिते, जिद्दां मेरे डैड की मारुति, एक अमीशा पटेल उन्हां दी होम प्रोडक्शन हैगी, आ रही है छेती, देसी मैजिक आई बड़ा कोटार तू ऋषि कपूर होना ना, इदा बड़े जेड़ा वो अर्बन करके दिती। और तकरीबन हिंदी ज्यादा ते कुछ एक उर्दू ਤੁਹਾਡੇ ਇੱਥੋਂ ਦੀ ਸਾਦੀਆ ਜੀ ਹੈਗੇ ਨੇ, ਉਹਨਾਂ ਨੇ ਮੇਰੇ ਤੋਂ DD ਉਰਦੂ ਵਾਸਤੇ। इसका मतलब ਤੁਹਾਡਾ ਦਖਲ ਜਿਹੜਾ ਹੈ ਉਹ ਦੋਵੇਂ ਤਰ੍ਹਾਂ ਦੀ ਸਟ੍ਰੀਮਸ ਧਾਰਾਵਾਂ ਵਿੱਚ ਰਿਹਾ ਔਰ ਲਗਾਤਾਰ ਰਿਹਾ। ਬਿਲਕੁਲ ਲਗਾਤਾਰ ਹੋ। ਅਸੀਂ ਕਾਜਲ ਹੋਰਾਂ ਕੋਲ ਚੱਲਾਂਗੇ ਕਿ ਇੱਕ ਹੋਰ ਸਵਾਲ ਨਾਲ, ਪਰ ਇਸ ਤੋਂ ਪਹਿਲਾਂ ਜੇ ਸਾਡੇ ਪਾਰਟਿਸਿਪੈਂਟ ਜਿਹੜੇ ਲੋਕ ਸਾਨੂੰ ਸੁਣ ਰਹੇ ਨੇ ਔਰ ਸਾਡੇ ਇਸ ਡਿਸਕਸ਼ਨ ਨੂੰ ਦੇ ਆਬਜ਼ਰਵਰਸ ਨੇ, ਉਹਨਾਂ ਦੇ ਮਨ 'ਚ ਇਨਕਲੂਡਿੰਗ ਰਵੀ ਤਨੇਜਾ ਜੀ ਕੋਈ ਸਵਾਲ ਆਂਦਾ ਹੈ ਤੇ ਉਹ ਪੁੱਛ ਸਕਦੇ ਨੇ। ਅਸੀਂ ਫਿਰ ਅੱਗੇ ਵਧਾਂਗੇ ਕਾਜਲ ਜੀ ਵੱਲ ਤੇ ਫਿਰ ਵਾਪਸ ਆਵਾਂਗੇ, ਇਸ ਤਰ੍ਹਾਂ ਗੱਲ ਕਰਦੇ ਰਵਾਂਗੇ। ਤੇ ਮੈਂ ਲਕਸ਼ਯ ਜੀ ਨੂੰ ਰਿਕੁਐਸਟ ਕਰਾਂਗਾ ਕਿ ਸੈਸ਼ਨ ਮੇਰਾ ਖਿਆਲ ਥੋੜਾ ਜਿਹਾ ਹੋਰ ਅੱਗੇ ਚੱਲੇਗਾ, ਇਸ ਦਾ ਇੰਤਜ਼ਾਮ ਰੱਖਣਗੇ ਉਹ ਜ਼ੂਮ ਤੇ। ਥੈਂਕ ਯੂ ਵਿਜੇ ਜੀ, ਤੁਸੀਂ ਬਹੁਤ ਅੱਛਾ ਸੰਚਾਲਨ ਕਰ ਰਹੇ ਹੋ। ਸਾਡੇ ਕੋਲੋਂ ਨਹੀਂ ਸੰਭਾਲਿਆ ਜਾਂਦਾ ਵੀ ਟਾਈਮ, ਸਾਨੂੰ ਲੱਗਦਾ ਵੀ ਬਲਕਾਰ ਭਾਜੀ ਤੁਹਾਡੇ ਕੋਲ ਗੱਲਾਂ ਬਹੁਤ ਜ਼ਿਆਦਾ ਨੇ ਤੇ ਇਸ ਹਿਸਾਬ ਨਾਲ ਟਾਈਮ ਸਾਡੇ ਕੋਲ ਘੱਟ। ਜੀ ਜੀ ਜੀ। ਹੈਲੋ, ਹਾਂਜੀ, ਕਿਸੇ ਦਾ ਸਵਾਲ ਕੋਈ? ਕਿਸੇ ਦਾ ਕੋਈ ਸਵਾਲ ਸਿੱਧੂ ਸਾਹਿਬ ਨੂੰ ਪੁੱਛਣਾ ਚਾਹਣ? ਬਲਕਾਰ ਸਿੱਧੂ ਜੀ ਨੇ ਜੋ ਸਵਾਲ ਕੋਈ ਇਸ ਤਰ੍ਹਾਂ ਦਾ ਜੋ ਉਹਨਾਂ ਦੇ ਥੀਏਟਰ ਨੂੰ ਲੈ ਕੇ
ਸੰਘਰਸ਼ ਯਾਤਰਾ ਤੇ ਇਸ ਵਿੱਚ ਮਤਲਬ ਉਹਨਾਂ ਦਾ ਸੰਘਰਸ਼ ਲੈਂਗੁਏਜਸ ਤੇ ਮਾਸਟਰੀ ਪਾਉਣ ਦਾ ਰਿਹਾ, ਉਹ ਤੇ ਆਪਣਾ ਇੱਕ ਕ੍ਰੀਏਟਿਵ ਸੰਘਰਸ਼ ਉਹਨਾਂ ਦਾ ਰਿਹਾ। ਪਰ ਤੁਸੀਂ ਕੋਈ ਪਲੇਸ ਡਾਇਰੈਕਟ ਵੀ ਕੀਤੇ ਨੇ ਐਜ਼ ਐਨ ਐਕਟਰ ਤੇ? ਜੀ ਐਜ਼ ਐਨ ਐਕਟਰ, ਜੀ ਐਜ਼ ਐਨ ਐਕਟਰ। ਉਹ ਜਿਹੜਾ ਮੈਂ ਦੱਸਿਆ ਸੀ ਨਾ ਸਤੀਸ਼ ਡੇ ਹੋਣਾ ਦਾ ਪਲੇ, ਪਹਿਲਾ ਪਲੇ ਮੈਂ ਉਹ ਡਾਇਰੈਕਟ ਕੀਤਾ ਸੀਗਾ ਜੀ। ਤੇ ਉਦੋਂ ਮੈਨੂੰ ਸੱਚੀ ਬੜੀਆਂ ਮੁਸ਼ਕਲਾਂ ਆਈਆਂ ਸੀਗੀਆਂ, ਐਕਟਰਾਂ ਨੂੰ ਸੰਭਾਲਣਾ, ਇਹ ਉਹ ਲੈਣਾ ਦੇਣਾ। ਤੇ ਹਾਲਾਂਕਿ ਟੈਕਨੀਕਲੀ ਮੈਨੂੰ ਉਹਦੀ ਨਹੀਂ ਸੀ ਕੋਈ ਮੁਸ਼ਕਲ ਆਈ ਵੀ ਉਹਨਾਂ ਦੀ ਰੀਡਿੰਗ ਦੇ ਦੌਰਾਨ ਉਹਨਾਂ ਦੀ। ਤੁਸੀਂ ਲਗਾਤਾਰ ਜੌਬ ਵਿੱਚ ਵੀ ਰਹੇ ਹੋ, ਤੇ ਕੀ ਇਸ ਜੌਬ ਵਿੱਚ ਹੋਣ ਦਾ ਤੁਹਾਨੂੰ ਥੀਏਟਰ ਵਿੱਚ ਫਾਇਦਾ ਮਿਲਿਆ? ਜਿਸ ਤਰ੍ਹਾਂ ਸਪੋਜ਼ ਕਰੋ ਤੁਸੀਂ ਲੈਂਗੁਏਜ ਡਿਪਾਰਟਮੈਂਟ ਸੀਗੇ ਤੇ ਮੇਰੇ ਵਰਗਾ ਇੱਕ ਸੰਘਰਸ਼ ਕਰਨ ਵਾਲਾ ਥੀਏਟਰ ਆਂਦਾ ਕਿ ਯਾਰ ਇਹਨਾਂ ਨਾਲ ਕੰਮ ਕਰਾਂ ਤੇ ਹੋ ਸਕਦਾ ਲੈਂਗੁਏਜ ਡਿਪਾਰਟਮੈਂਟ ਤੋਂ ਵੀ ਕੁਝ ਕੰਮ ਮਿਲ ਜਾਵੇ। ਨਹੀਂ ਇਦਾਂ ਦੇ ਨਹੀਂ ਸਰ, ਜਿਹੜਾ ਲੈਂਗੁਏਜ ਡਿਪਾਰਟਮੈਂਟ ਹੈ ਨਾ ਉਹ ਸਿਹਤ ਨਾਲ ਜੁੜਿਆ, ਸਾਹਿਤਕਾਰਾਂ ਨਾਲ, ਉਹਨਾਂ ਦੀ ਸੇਵਾ ਕਰਨੀ, ਉਹਨਾਂ ਦੀਆਂ ਗ੍ਰਾਂਟਾਂ, ਉਹਨਾਂ ਦੇ ਇਨਾਮ, ਉਹਨਾਂ ਨੂੰ ਉਤਸ਼ਾਹਿਤ ਕਰਨਾ, ਉਹ ਹੋਰ ਤਰ੍ਹਾਂ ਦਾ ਪਰਫਾਰਮਿੰਗ ਆਰਟ ਨਹੀਂ ਸੀਗਾ। ਨਹੀਂ, ਪਰਫਾਰਮਿੰਗ ਆਰਟਸ ਬਿਲਕੁਲ ਨਹੀਂ ਸੀ। ਉਹ ਆਰਗੇਨਾਈਜ਼ ਕਰਵਾਉਂਦੇ ਸੀਗੇ, ਉਹ ਕਦੇ NZCC ਵਾਲਿਆਂ ਕੋਲ ਟੀਮਾਂ ਲੈ ਲੈਣੀਆਂ ਜਾਂ ਕਿਸੇ ਦੂਜੇ ਹੋਰ ਕਿਸੇ ਗਰੁੱਪ ਨੂੰ ਕਹਿ ਦੇਣਾ ਤੇ ਉਹਨਾਂ ਨੂੰ ਪੈਸੇ ਦੇ ਦੇਣੇ, ਤੇ ਉਹ ਇਦਾਂ ਕਰਾਉਂਦੇ ਸੀ, ਲੇਕਿਨ ਆਪ ਨਹੀਂ ਸੀ ਕੁਝ ਵੀ ਤਿਆਰ ਕਰਾਉਂਦੇ ਤੇ ਨਾ ਹੀ ਆਪ ਕਰਦੇ ਸੀਗੇ। ਤਾਂ ਪਰਫਾਰਮਿੰਗ ਆਰਟਸ ਇਸ ਤਰ੍ਹਾਂ ਉੱਥੇ ਉਸ ਮਹਿਕਮੇ 'ਚ ਨਹੀਂ ਸੀ ਇਸ ਤਰ੍ਹਾਂ ਦਾ। ਉਹ ਸਾਡਾ ਲੈਂਗੁਏਜ ਡਿਪਾਰਟਮੈਂਟ ਪੰਜਾਬ ਦਾ ਵੱਖਰਾ, ਹਾਲਾਂਕਿ ਹਿਮਾਚਲ ਦੇ ਵਿੱਚ ਕਲਚਰ ਤੇ ਲੈਂਗੁਏਜ ਇਕੱਠਾ ਹੈ ਔਰ ਕਈ ਜਗ੍ਹਾ ਤੇ ਇਕੱਠੇ ਹੈਗੇ ਆ, ਲੇਕਿਨ ਸਾਡੇ ਇਦਾਂ ਨਹੀਂ ਸੀਗੇ। ਸਾਡਾ ਕਲਚਰ ਦਾ ਵੱਖਰਾ ਡਿਪਾਰਟਮੈਂਟ ਸੀ ਪੰਜਾਬ ਦਾ, ਅੱਜ ਸਾਡੀਆਂ ਜੋ ਵੱਖਰਾ ਸੀਗਾ। ਜੀ ਦੋ ਸ਼ਖਸੀਅਤਾਂ ਸਾਡੇ ਨਾਲ ਨੇ जो बलकार सिद्धू जी ने सवाल और नोट कर रखे हैं, रमन जी ने कुछ सवाल नोट कर रखे हैं इनके लिए। चलो पहले काजल मैम नाल गल जी को सवाल पूछदे हां ते फिर भाजी नाल गल वापस आ जाएगी। मेरी रीडिंग जेडी इस सेशन दी हुन तक है वो ये आ रही है कि आज साडे नाल जो दो शख्सियतां ने उन्हां दी संघर्ष यात्रा एक थिएटर विच अपने आप नूं एस्टैबलिश करन दी उन्नी नहीं रही जिन्नी शायद अपने अंदरूनी क्रिएटिव प्रोसेस ਨੂੰ ਲੈ ਕੇ ਰਹੀ ਹੈ। ਜੀ ਬਿਲਕੁਲ ਤੁਸੀਂ ਸਹੀ ਐਨਾਲਿਸਿਸ ਕੀਤਾ ਜੀ, ਬਹੁਤ ਸੋਹਣਾ ਵਿਸ਼ਲੇਸ਼ਣ। ਹੁਣ ਕਾਜਲ ਮੈਮ ਨੂੰ ਨੈਕਸਟ ਕੁਐਸਚਨ ਕਰੋ, ਫਿਰ ਆਪਾਂ ਬਲਕਾਰ ਭਾਜੀ ਨੂੰ ਫਿਰ ਤੋਂ ਕਰੋ ਜੀ, ਪੁੱਛੋ। ਆਓ ਜੀ ਰਮਨ ਜੀ, ਕਾਜਲ ਨੂੰ। ਹਾਂਜੀ ਸਰ ਵਿਜੇ ਜੀ, ਕਾਜਲ ਜੀ ਬਾਰੇ ਮੈਂ ਬਹੁਤ ਜ਼ਿਆਦਾ ਨਹੀਂ ਜਾਣਦੀ, ਉਹਨਾਂ ਨੂੰ ਸਵਾਲ ਤੁਸੀਂ ਕਰੋ ਪਲੀਜ਼। ਕਾਜਲ ਜੀ ਹੋਰਾਂ ਨੂੰ ਜਿੰਨਾ ਤੁਸੀਂ ਸੁਣਿਆ ਉਸ ਹਿਸਾਬ ਨਾਲ ਜੋ ਤੁਹਾਡੇ ਮਨ ਵਿੱਚ ਜੋ ਸਵਾਲ ਉੱਠਦੇ ਨੇ ਤੁਸੀਂ ਮਨ ਚ ਸਵਾਲ ਨਹੀਂ, ਮੈਂ ਤਾਂ ਇਸ ਗੱਲੋਂ ਬੜੀ ਖੁਸ਼ ਹੋ ਰਹੀ ਸੀ ਜਦੋਂ मैं एक सवाल करना चाहता हूँ जी। थैंक यू नमस्ते सर। हाँ नमस्ते। ये बताओ कि आप रेडियो नाटक भी करते हो जी, आप मंच के लिए नाटक भी करते हो, आप टीवी पर भी परफॉर्म करते हो, आपने फिल्मों में भी काम किया है, और ये सारे मीडियम एक दूसरे से कहीं ना कहीं थोड़ा बहुत अलग हैं। थोड़ा बहुत क्या मतलब स्टेज से रेडियो तो एकदम बहुत ही अलग है। तो एक मीडियम से दूसरे मीडियम में शिफ्ट करने में कितनी मुश्किल आती है, और क्या ये खतरा नहीं रहता कि एक मीडियम दूसरे मीडियम में हस्तक्षेप कर रहा हो? यानी जो आप थिएटर कर रहे हो तो लगे कि ये तो रेडियो जैसा नाटक हो रहा है, और रेडियो कर रहे हो तो लगे कोई कुछ ये उसके जैसा नाटक हो रहा है। क्या ये खतरा होता है? अगर ये होता है तो इससे कैसे निपटती हो? सर सबसे पहले तो मैं थैंक यू सवाल पूछने के लिए। रेडियो और थिएटर की अगर मैं बात करती हूँ तो दोनों में बहुत ज़्यादा डिफरेंस है, बहुत ज़्यादा डिफरेंस है, क्योंकि रेडियो में जब हम डायलॉग भी बोलते हैं तो माइक्रोफोन हमारे सामने होता है, वॉइस प्रोजेक्शन की इतनी ज़रूरत नहीं होती। तो लेकिन जब हम स्टेज पे करते हैं तो आपको वॉइस प्रोजेक्शन की जरूरत होती है। तो कई बार मेरी अगर इस बात से किसी को कुछ वो लगे तो मैं पहले ही माजरत चाहूंगी। कई बार ऐसा होता है कि बहुत बार ऐसा देखा, जैसे मैं रेडियो में नाटक करती हूँ तो अगर रेडियो के क्राफ्ट किसी को पता ना हो, अगर हम फॉर एग्जाम्पल किसी को बुलाते हैं जो रेगुलर थिएटर कर रहे हैं, कई बार ऐसा हुआ है, उनको हम अगर स्टेज यहाँ बुलाएं ऑडिशन करके ही जाहिर सी बातें आते हैं, तो वो अगर माइक्रोफोन के सामने भी कई बार होता है कि स्टेज लाने की कोशिश करते हैं, तो थोड़ा डिफरेंट हो जाता है ये चीजें। लेकिन दोनों अगर स्टेज और इसकी रेडियो की बात करें तो बहुत अलग है, और स्विच ऑन करना भी दोनों में मुश्किल है, क्योंकि हम रेडियो में जिस तरह से नाटक करते हैं उस तरह से स्टेज पे नहीं कर सकते, और जिस तरह से हम टीवी पे नाटक करते हैं या फिल्मों में हम एक्ट करते हैं तो हमें अपने आप को स्विच ऑन स्विच ऑफ करने में भी थोड़ा वक्त लग जाता है। तो ये डिफरेंस रहता है आवाज के माध्यम से आप कैसे बात करते हो, जो स्टेज पे कर रहे हो या आप रेडियो पे कर रहे हो, तो वो डिफरेंस बहुत ज्यादा
होता है, आपको वॉइस एंड अपनी सांसों के साथ खेलना है रेडियो में। सिर्फ आपको एक पेंटिंग सी ऑडियंस जो आपको सुन रहे हैं उनके सामने एक पेंटिंग सी दिखानी है, और जो आपके जो ऑडियंस है उनको उनके साथ आपने एक कनेक्शन मेंटेन करना है। और ये जो कनेक्शन मेंटेन करने की बात होती है बहुत जरूरी होती है। ये स्टेज पर भी एक रंगकर्मी को अपने दर्शकों के साथ कनेक्शन मेंटेन करना बहुत जरूरी है। अगर वो कनेक्शन मेंटेन नहीं होगा तो वो आपको आपका चैनल चेंज कर लेंगे, उसी तरह से आपका दर्शक उठ के चला जाएगा। तो वो उस कनेक्शन को मेंटेन करना बहुत जरूरी है, आवाज के माध्यम से रेडियो पर, और एक पिक्चर क्रिएट करके, और आपकी जो एक्टिंग वो है, बॉडी लैंग्वेज है, आपकी वॉइस है, बहुत सारी चीजें उनके जरिए स्टेज पर। हेलो, आवाज की दिक्कत आ रही थोड़ी मेरी आप पे हेलो नेटवर्क की प्रॉब्लम है काजल, तुम्हारी थोड़ा अब ठीक है, अब ठीक है थोड़ा। मेरा नेट तो ठीक है, मेरा नेट तो ठीक है यहाँ। हेलो हाँ, हाँ आवाज रुक जाती है बीच आ में। गया, कोई नहीं, बोलिए 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 मैम। जी चलो जी जी। मेरे जी ख्याल वही में ऐसे में आप क्या करती होंगी, शायद डायरेक्टर से चुपके से कह के आ जाती होंगी कि ये क्या रेडियो नाटक जैसा लग रहा है सर, इसका कुछ और कीजिए। डायरेक्टर अच्छा, जो तो ਤੁਹਾਡੇ ਕੋਲੋਂ ਸਵਾਲ ਪੁੱਛਣ ਵੇਲੇ ਇੱਕ ਰਮਨ ਜੀ ਕੁਝ ਕਹਿਣ ਵਾਲੇ ਸਨ। ਰਮਨ नहीं ਜੀ मैं ਕਿਸ हाँ ਗੱਲ ਤੋਂ जी ਖੁਸ਼ੀ ਹੋਈ ਹੈ ਤੁਹਾਨੂੰ? ਮੈਂ ਇਹ ਖੁਸ਼ ਹੋ ਰਹੀ ਸੀ ਕਿ ਕਿੰਨੀ ਮਜ਼ੇਦਾਰ ਗੱਲ ਹੈ ਕਿ ਘਰ ਦੇ ਵਿੱਚ ਮਦਰ ਫਾਦਰ ਦੋਨੋਂ ਥੀਏਟਰ ਕਰਦੇ ਯਾਰ। ਕਿੰਨਾ ਅੱਛਾ, ਮੈਂ ਇੱਕ ਕਲਪਨਾ ਹੀ ਕਰ ਰਹੀ ਸੀ ਕਿ ਕਿੰਨਾ ਅੱਛਾ ਮਾਹੌਲ ਮਿਲਿਆ ਹੋਏਗਾ ਕਿ ਬਚਪਨ ਤੋਂ ਹੀ ਉਹ ਸਭ ਕੁਝ ਸਿੱਖ ਲਿਆ। ਕਿੰਨਾ ਅੱਛਾ ਸੰਸਕ੍ਰਿਤ ਨਾਟਕ ਵੀ ਕੀਤੇ ਜਿਹੜੇ ਅਸੀਂ ਸ਼ਾਇਦ ਸੋਚ ਵੀ ਨਹੀਂ ਸਕਦੇ, ਦੇਖਦੇ ਹਾਂ ਕਦੇ ਕਦੇ ਤਾਂ ਉਹ ਲੈਂਗੁਏਜ ਸਮਝ ਨਹੀਂ ਲੱਗਦੀ। ਤਾਂ ਮੈਨੂੰ ਬਹੁਤ ਮਤਲਬ ਮੈਂ ਜਦੋਂ ਸੁਣ ਰਹੀ ਸੀ ਇਹਨਾਂ ਦੀ ਗੱਲ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਸੀ। ਮੈਂ ਕਿਹਾ ਕਿਆ ਬਾਤ ਹੈ, ਕਿਆ ਜ਼ਿੰਦਗੀ ਰਹੀ ਹੋਏਗੀ, ਕਿੰਨਾ ਹੁਣ ਵਧੀਆ ਤੁਹਾਡਾ ਰਿਹਾ ਕੋਈ ਹੋਏਗਾ। ਸਵਾਲ ਉਹਨਾਂ ਕੋਲੋਂ? एक और हाँ गल, जी। मम्मी ना वोकल म्यूजिक प्रोफेसर भी रही है जम्मू में, जम्मू यूनिवर्सिटी में, तो उनसे म्यूजिक भी सीखा है। मेरा क्या वीडियो रुक बात रहा है। है, मेरा आई थिंक वीडियो नहीं, रुक रहा है आपकी मेरा। बात सुन रही है हमें। काजल, अभी एक ठीक है सवाल मैम, मेरा ठीक भी है। है काजल, जी एक सवाल आपके मेरा भी जी है। जी सर। सवाल हेलो मेरा ये कि जी मैंने अक्सर तुम्हारे जो स्टेज प्ले देखे हैं काजल, जी उसमें सर। तुम्हारी शुरुआत एक म्यूजिक से होती है और एक डांस से होती है। सर वही उसी बात पे मैं आ रही थी कि मेरे घर में मम्मी से म्यूजिक सीखा। ग्रेजुएशन मैंने अलग से की है म्यूजिक में, वोकल में, बिसाइड नहीं, डूइंग मैं बीएससी में, बीएससी मेरा की सवाल थोड़ा स्टूडेंट। डिफरेंट है, मेरा सवाल थोड़ा डिफरेंट है। जी हो सर। सकता है तुम्हारा पैशन हो इसलिए तुम म्यूजिक रखना चाहती हो, लेकिन कई बार हाँ मुझे लगता है कि तुम्हारे उस नाटक के अंदर वो ओपनिंग जो डांस तुम रखा, लेकिन तुम शुरुआत हमारे ज्यादातर नाटक सभी उसी से शुरुआत होते हैं, तो ये क्यों म्यूजिक होता से है ऐसा? होती है। और कई बार मुझे लगता है कि वो उस कंटेंट से, उस नाटक के जो थीम से, उससे वो अलग है, और लेकिन तुम्हारा शुरुआत हर प्ले जो है म्यूजिक और डांस से होता है। ये क्या कारण क्या है इसका? सर इसका कोई खास कारण नहीं है, क्योंकि मेरे घर में जैसे मैंने बताया था कि बचपन से थिएटर के साथ साथ म्यूजिक दोनों साथ साथ चलते रहे हैं, बिल्कुल पैरेलल चलते रहे हैं। और मम्मी सुबह सुबह वोकल का रियाज करती थी सुबह से उठकर। और हेलो हेलो हाँ जी हाँ जी हाँ जी। आ रही क्लियर है मैम। तो फिर मैं भी उनके साथ ही म्यूजिक की मम्मी से ही ट्रेनिंग ली है, जिस तरह से एक्टिंग पापा और मम्मी से दोनों से सीखा है। तो जब भी मुझे लगता है कि जब भी एक मुझे लगता है, ये मेरी अपनी राय है कि म्यूजिक से ना एक बहुत अच्छा सा पॉजिटिव सा एक कनेक्टिविटी बन जाती है आपकी ऑडियंस के साथ। इसलिए मेरी कोशिश रहती है कि मैं अपने ये, लेकिन हमेशा नहीं रहती, हर नाटक में ये नहीं रहती, कुछ नाटक की अगर हम बात करें, कुछ नाटकों में रहती है। जैसे चाहे मैंने हीर रांझा किया हो, या मिर्जा साहिबा किया हो, या हब्बा खातून अभी जो रिसेंट किया है, या कुछ और नाटक हैं, अभियान शकुंतलम किया, तो उनकी शुरुआत में म्यूजिक और डांस रहा है। लेकिन कुछ और नाटक, बापू में भी देखा मैंने, बापू में भी मैंने देखा सर कुछ और नाटक है, जैसे वनी दफन अभी मैंने वनी दफन किया है। वनी दफन एक ऐसा नाटक है जो अफगानिस्तान और पाकिस्तान के बॉर्डर के बीच में एक कस्टम है जिसको वनी कहते हैं, उस पर बेस्ड है वो नाटक। और वो एक उस जो ट्रेडिशन है, वो जो रस्म है, उस पर वो नाटक किया है, और ये अभी भी कायम है। तो उसमें मैंने म्यूजिक नहीं लिया, उस स्टार्टिंग में म्यूजिक नहीं किया। जानवर करके किया था, जो जनोर करके पंजाबी में भी हुआ है,
डोगरी में भी हुआ है। तो उस नाटक था साइकोलॉजिकल नाटक था, स्किज़ोफ्रेनिक एक वुमेन की कहानी थी। उसके स्टार्ट में मैंने वो म्यूजिक नहीं लिया, लेकिन कुछ नाटकों में मैं डांस भी प्रेफर करती हूँ और म्यूजिक भी करती हूँ, खासकर जब वो फोक होते हैं या वो हमारी संस्कृति से जुड़े होते हैं। तो मेरा हमेशा फोकस रहता है कि इसमें म्यूजिक अच्छा रहे। अच्छा, मेरा एक सवाल बलकार सिद्धू सर नाल है। जी सर, जी सर। ਉਹ ਪੰਜਾਬ ਦੇ ਥੀਏਟਰ ਨੂੰ ਉਹ ਕਿੰਨਾ ਕੁ ਵੇਖਦੇ ਨੇ, ਮਤਲਬ ਕਿੰਨਾ ਕੁ ਟਾਈਮ ਉਹਨਾਂ ਨੂੰ ਮਿਲਦਾ ਹੈ ਦੂਜੇ ਡਾਇਰੈਕਟਰਸ ਦੀ ਪਰਫਾਰਮੈਂਸਿਸ ਵੇਖਣ ਦਾ, ਔਰ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸੈਕਟਰੀ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ? ਹਾਂ, ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸੈਕਟਰੀ ਹੋਣ ਦੇ ਨਾਤੇ ਤੁਸੀਂ ਪੰਜਾਬੀ ਥੀਏਟਰ ਨੂੰ ਅੱਗੇ ਵਧਾਉਣ ਵਾਸਤੇ ਜਿੰਨੇ ਵੀ ਉਪਰਾਲੇ ਕਰ ਰਹੇ ਹੋ, ਕੀ ਤੁਹਾਨੂੰ ਲੱਗਦਾ ਕਿ ਪੰਜਾਬੀ ਥੀਏਟਰ ਦਾ ਜਿਹੜਾ ਆਪਣਾ ਇੱਕ ਰੁਤਬਾ ਹੈ, ਜੋ ਕਈ ਵੱਡੀ ਸ਼ਖਸੀਅਤਾਂ ਨੇ ਪਹਿਲਾਂ ਜੋ ਲਕੀਰ ਖਿੱਚੀ ਹੋਈ ਹੈ, ਉਸ ਤੋਂ ਅੱਗੇ ਜਾਣ ਦਾ ਕੁਝ ਤੁਹਾਨੂੰ ਨਵੇਂ ਡਾਇਰੈਕਟਰਸ ਜਾਂ ਕੋਈ ਇਸ ਤਰ੍ਹਾਂ ਦੀ ਉਮੀਦਾਂ, ਕੋਈ ਕੰਮ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੋਵੇ, ਉਸ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਬਿਲਕੁਲ ਸਰ, ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਣਾ ਚਾਹਾਂਗਾ। ਪਹਿਲੀ ਗੱਲ ਕਿ ਤੁਸੀਂ ਕਿਹਾ ਵੀ ਤੁਸੀਂ ਥੀਏਟਰ ਵੇਖਦੇ ਹੋ। ਮੈਂ ਬਤੌਰ ਸੈਕਟਰੀ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੀ ਬਹੁਤ ਸਾਰੇ ਕੋਈ ਪਲੇ ਮਤਲਬ ਮਜਬੂਰੀ ਡਿਊਟੀ ਵੇਲੇ ਵੀ ਦੇਖਣਾ ਪੈਂਦਾ, ਵੈਸੇ ਵੀ ਦੇਖਣਾ। ਔਰ ਇੱਕ ਸ਼ਾਮ ਦਾ ਜਦੋਂ ਪੰਜਾਬ ਸਰਕਾਰ ਤੋਂ ਰਿਟਾਇਰ ਹੋਏ ਆ ਤੇ ਡਾਇਰੈਕਟਰ ਟੈਗੋਰ ਥੀਏਟਰ ਵੀ ਕੁਝ 1.5 ਸਾਲ ਮੈਂ ਸੇਵਾ ਕੀਤੀ ਹੈ, ਉੱਥੇ ਵੀ ਹਰੇਕ ਪ੍ਰੋਡਕਸ਼ਨ ਮੈਂ ਦੇਖਣੀ, ਭਾਵੇਂ ਡਿਊਟੀ ਵਾਲੀ ਜਾਂ ਬਗੈਰ ਡਿਊਟੀ ਵਾਲੀ। ਤਾਂ ਦੇਖਣ ਵੱਲੋਂ ਤਾਂ ਮੇਰੇ ਖਿਆਲ ਕੋਈ ਦਿਨ ਲੰਘਦਾ ਹੀ ਨਹੀਂ ਸੀ ਵੀ ਜਿੱਦਾਂ ਪੰਜਾਬੀ ਥੀਏਟਰ ਮੈਨੂੰ ਲੱਗਦਾ ਵੀ ਨੰਬਰ ਆਫ ਪਲੇਸ ਤੇ ਨੰਬਰ ਆਫ ਪਰਫਾਰਮੈਂਸਿਸ ਜਿੰਨੀਆਂ ਪੰਜਾਬੀ 'ਚ ਹੋ ਰਹੀਆਂ ਨੇ, ਉਹ ਮੇਰਾ ਖਿਆਲ ਸ਼ਾਇਦ ਹਿੰਦੁਸਤਾਨ ਦੀ ਹੋਰ ਕਿਸੇ ਜ਼ੁਬਾਨ ਦੇ ਵਿੱਚ ਨਹੀਂ ਹੋ ਰਹੀਆਂ, ਭਾਵੇਂ ਕਿ ਨੈਸ਼ਨਲ ਲੈਵਲ ਦੇ ਉੱਤੇ ਹਿੰਦੀ ਵੀ ਆ, ਮਰਾਠੀ ਵੀ ਆ ਉਧਰ, ਤੇ ਬੰਗਾਲੀ ਵੀ ਆ। ਲੇਕਿਨ ਨਵੀਂ ਇਨਫੋਰਮੇਸ਼ਨ ਹੈ ਸਾਡੇ ਕੋਲ। ਜੀ ਬਿਲਕੁਲ, ਮਤਲਬ ਇਹ ਅਥੈਂਟਿਕ ਹੈ ਜੀ ਸਰ। ਅੱਛਾ, ਕਿਉਂਕਿ ਸਾਡੇ ਬਹੁਤ ਸਾਰੇ ਗਰੁੱਪ ਨੇ ਪੰਜਾਬ ਦੇ ਵਿੱਚ, ਪਿੰਡਾਂ ਵਿੱਚ ਵੀ ਬਣ ਗਏ ਨੇ, ਕਸਬਿਆਂ 'ਚ ਵੀ ਬਣ ਗਏ ਨੇ। ਅੰਮ੍ਰਿਤਸਰ ਵੱਡਾ ਗੜ੍ਹ ਹੈਗਾ, ਪਟਿਆਲੇ ਥੋੜਾ ਜਿਹਾ ਘੱਟ ਹੁੰਦਾ ਹੈ, ਤੇ ਚੰਡੀਗੜ੍ਹ ਬਹੁਤ ਕੰਮ ਹੁੰਦਾ ਹੈ, ਤੇ ਬਰਨਾਲੇ, ਬਠਿੰਡੇ, ਬਹੁਤ ਥਾਵਾਂ ਦੇ ਉੱਤੇ, ਔਰ ਸਟੇਟ ਤੋਂ ਬਾਹਰ ਵੀ, ਹੁਣ ਤਾਂ ਕੈਨੇਡਾ, ਅਮਰੀਕਾ ਵੀ। ਅੱਛਾ, ਜਿਹੜਾ ਅੱਗੇ ਭਵਿੱਖ ਦੀ ਗੱਲ ਆ, ਤੇ ਮੈਂ ਥੋੜਾ ਜਿਹਾ ਮਾਣ ਲੈਣਾ ਕਿ ਕੁਛ ਇੱਕ ਕਲਾਕਾਰ ਜਿਨ੍ਹਾਂ ਨੂੰ ਮੈਂ ਤਰਾਸ਼ਿਆ ਇਸ ਢੰਗ ਦੇ ਨਾਲ ਕਿ ਉਹ ਇੰਡੀਪੈਂਡੈਂਟਲੀ ਕੰਮ ਕਰ ਸਕਣ। ਅੱਜ ਕੱਲ ਬੋਹੇਮੀਅਨਸ ਗਰੁੱਪ ਵਾਲੇ 20 ਮੰਚ ਵਰਚੁਅਲ ਥੀਏਟਰ ਕਰ ਰਹੇ ਨੇ। ਉਹਨਾਂ ਦੇ ਪਹਿਲਾ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ ਚਲਾਇਆ, ਅੱਜ 42ਵਾਂ, ਕੱਲ ਨੂੰ ਦਿਨ ਆ, ਅੱਜ 42ਵਾਂ ਦਿਨ। ਇਹਨੇ ਦਿਨ ਲਗਾਤਾਰ ਚੱਲ ਰਿਹਾ, ਰੋਜ਼ ਸ਼ਾਮ ਨੂੰ 8 ਵਜੇ ਉੱਥੇ ਕੋਈ ਨਾ ਕੋਈ ਪ੍ਰੈਜੈਂਟੇਸ਼ਨ ਹੁੰਦੀ। ਔਰ ਇਹਦੇ ਵਿੱਚ ਮੇਰੇ ਕੁਛ ਜਿਹੜੇ ਰਹੇ ਨੇ ਸ਼ਾਗਿਰਦਾ, ਨੀਤੂ ਸ਼ਰਮਾ, ਉਹਨਾਂ ਨੇ ਆਪਣੀ ਇੱਕ ਇੰਡੀਪੈਂਡੈਂਟ ਪਰਫਾਰਮੈਂਸ ਦਿੱਤੀ ਆ। ਸੁਸ਼ਮਾ ਗਾਂਧੀ ਨੇ ਪਰਫਾਰਮੈਂਸ ਦਿੱਤੀ ਆ, ਰਵਨੀਤ ਕੌਰ ਨੇ ਦਿੱਤੀ। 3 ਪਰਫਾਰਮੈਂਸ ਜਿਹੜੇ ਮੇਰੇ ਤੋਂ ਅੱਗੇ, ਤੇ ਉਹਨਾਂ ਤੋਂ ਸਾਨੂੰ ਬੱਚਿਆਂ ਤੋਂ ਇੰਨਾ ਆਸ ਆ ਕਿ ਉਹ ਉਹਦੇ ਐਸਥੈਟਿਕਲੀ ਤੇ ਕੰਟੈਂਟ ਵਾਈਜ਼ ਜੋ ਵੀ ਕੋਈ ਪ੍ਰੋਬਲਮ ਉਹਨਾਂ ਨੂੰ ਲੱਗਦੀ, ਭਾਵੇਂ ਜੇ ਕੈਨੇਡਾ ਤੇ ਕੈਨੇਡਾ ਵਾਲਿਆਂ ਦੀਆਂ ਪ੍ਰੋਬਲਮਸ, ਇੱਥੇ ਤੇ ਇੱਥੇ ਵਾਲਿਆਂ ਦੀ ਰੇਪ ਦੀ ਬੜੀ ਵੱਡੀ ਪ੍ਰੋਬਲਮ, ਤੇ ਹੋਰ ਜਿਹੜੀ ਇਵਨ ਲੋਕਡਾਊਨ ਦੀ ਪ੍ਰੋਬਲਮ, ਯਾਨੀ ਹਰ ਤਰ੍ਹਾਂ ਦੇ ਉਹਨਾਂ ਨੇ ਤਾਜ਼ੀਆਂ ਸਕ੍ਰਿਪਟਾਂ ਲਿਖ ਕੇ ਤਾਜ਼ੀ ਕਰਕੇ ਤੇ ਉਹਨਾਂ ਨੇ ਖੇਡੇ ਨੇ। ਤੇ ਇਸ ਕਰਕੇ ਮੈਨੂੰ ਤਾਂ ਭਵਿੱਖ ਬੜਾ ਰੋਸ਼ਨ ਲੱਗਦਾ ਹੈ, ਵੈਰੀ ਮਚ ਆਪਟੀਮਿਸਟਿਕ। ਮੈਂ ਬੜਾ ਆਸਵੰਦ ਹਾਂ ਕਿ ਪੰਜਾਬੀ ਥੀਏਟਰ ਦਾ ਜਿਹੜਾ ਭਵਿੱਖ ਆ ਬਹੁਤ ਰੋਸ਼ਨ ਹੈ ਸਰ। बलकार जी, एक सवाल मैं पूछ सकता? जी बिल्कुल, कमाल है सर, मालिक ਤੁਹਾਡੇ ਲਈ ਸ਼ੁਕਰਗੁਜ਼ਾਰ। ਤੁਹਾਡੀ ਬਦੌਲਤ ਤਾਂ ਸਰ, ਤੁਹਾਡੀ ਬਦੌਲਤ ਅਸੀਂ ਅੱਜ ਇੱਥੇ ਆ, ਇੰਨੀਆਂ ਰੂਹਾਂ ਦੇ ਦਰਸ਼ਨ ਕਰ ਰਹੇ ਹਾਂ ਸਰ। ਪਲੀਜ਼ ਸਰ, ਪਲੀਜ਼। ਨਹੀਂ, ਮੈਂ ਵਿਜੇ ਦੀ ਪਰਮਿਸ਼ਨ ਲੈ ਕੇ ਸਵਾਲ ਪੁੱਛ ਰਿਹਾ। ਤੁਸੀਂ ਪੰਜਾਬ ਦਾ ਥੀਏਟਰ ਵੇਖਿਆ, ਤੁਸੀਂ ਬਾਕੀ ਹਿੰਦੀ ਦਾ ਥੀਏਟਰ ਵੀ ਬਹੁਤ ਵੇਖਿਆ, ਔਰ ਬੰਗਾਲੀ, ਮਰਾਠੀ ਵੀ ਤੁਸੀਂ ਕਹਿ ਰਹੇ ਹੋ। ਮੈਂ ਪੁੱਛਣਾ, ਤੁਸੀਂ ਪੰਜਾਬ ਦਾ ਥੀਏਟਰ ਜੋ ਹੈ ਬਾਕੀ ਸਟੇਟ ਦੇ ਬਾਕੀ ਭਾਸ਼ਾਵਾਂ ਦੇ ਥੀਏਟਰ ਦੇ ਨਾਲੋਂ ਕਿੰਨੀ ਕਦਰਾਂ ਵਾਲਾ ਹੈਗਾ? ਕਿਆ ਤੁਸੀਂ ਉਹਨਾਂ ਦੀ ਉਸ ਕਦਰਾਂ ਵਾਲਿਆਂ ਤੋਂ ਖੁਸ਼ ਹੋ ਪੰਜਾਬੀ ਥੀਏਟਰ ਦੇ ਜੋ ਪੰਜਾਬ ਵਿੱਚ ਹੋ ਰਿਹਾ? ਜਿੱਦਾਂ ਹਰ ਇੱਕ ਜਿਹੜੀ ਪਰਫਾਰਮੈਂਸ ਕਿਰਤ ਆ, ਉਹਦੀ ਹਰੇਕ ਦਾ ਆਪਣਾ ਗੁਣ, ਆਪਣਾ ਲਹਿਜ਼ਾ, ਆਪਣੀ ਆਭਾ ਹੁੰਦੀ ਆ। ਬੰਗਾਲੀ ਦਾ ਆਪਣਾ, ਹਿੰਦੀ ਦਾ ਆਪਣਾ, ਪੰਜਾਬੀ ਦਾ ਆਪਣਾ। ਤੇ ਲੇਕਿਨ ਪੰਜਾਬੀ ਦਾ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਟੈਕਨੀਕਲੀ ਉਹਨਾਂ ਤੋਂ। ਦੇਖੋ ਅੱਜ ਸਾਰੀਆਂ ਜਿੱਦਾਂ ਨਵੀਆਂ ਟੈਕਨੀਕਸ ਆਉਂਦੀਆਂ ਨੇ, ਉਹ ਥੀਏਟਰ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ। ਲਾਈਟ ਸਾਊਂਡ ਦੇ ਪਲੇ ਵੀ ਹੁੰਦੇ ਨੇ,
ਤੇ ਵਿਜ਼ੂਅਲ ਵੀ ਹੁੰਦੇ ਨੇ ਤੇ ਹਰ ਤਰ੍ਹਾਂ ਦੇ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਵੀ ਔਰ ਸਾਰੇ ਵਰਲਡ ਦੇ ਵਿੱਚ ਜਾਂਦੇ ਨੇ ਔਰ ਇੱਥੇ ਵੀ ਹੁੰਦੇ ਨੇ। ਟਿਕਟ ਲੈ ਕੇ ਕਿੰਨੇ ਸ਼ੋਅ ਹੁੰਦੇ ਨੇ? ਹਾਂਜੀ, ਟਿਕਟ ਲੈ ਕੇ ਕਿੰਨੇ ਦਰਸ਼ਕ ਵੇਖਣ ਆਉਂਦੇ ਨੇ? ਜਿਹੜੀ ਹਾਂ ਇਹ ਗੱਲ ਤੁਹਾਡੇ ਮੈਂ ਥੋੜੀ ਜਿਹੀ ਤੁਹਾਡੇ ਨਾਲ ਕਰਨਾ ਚਾਹਾਂਗਾ ਕਿ ਟਿਕਟ ਕਿਸੇ ਵੇਲੇ ਟਿਕਟ ਲੱਗਦੀ ਹੁੰਦੀ ਸੀਗੀ ਸਾਡੇ ਚੰਡੀਗੜ੍ਹ ਵੀ, ਲੇਕਿਨ ਉਸ ਤੋਂ ਬਾਅਦ ਇਹ ਬੰਦ ਹੋ ਗਈ। ਹੁਣ ਕੀ ਆ ਵੀ ਹੁਣ ਕੋਸ਼ਿਸ਼ ਕਰ ਰਹੇ ਸੀਗੇ ਕੁਛ ਇੱਕ ਗਰੁੱਪ ਟਿਕਟਾਂ ਦੇ ਉੱਤੇ ਥੀਏਟਰ ਕਰਨ ਦਾ, ਲੇਕਿਨ ਉਹ ਲੋਕਡਾਊਨ ਹੋ ਗਿਆ, ਉਹ ਗੱਲ ਨਹੀਂ ਬਣ ਰਹੀ। ਲੇਕਿਨ ਟਿਕਟ ਦਾ ਰਿਵਾਜ ਸਾਡੇ ਅੰਮ੍ਰਿਤਸਰ ਨਾਟਸ਼ਾਲਾ ਬਕਾਇਦਾ ਟਿਕਟਾਂ ਦੇ ਉੱਤੇ ਥੀਏਟਰ ਹੁੰਦਾ ਹੈ ਤੇ ਹੋਰ ਵੀ ਕਈ ਜਗ੍ਹਾ ਦੇ ਉੱਤੇ ਜਿੱਥੇ ਥੀਏਟਰ ਕਰਦੇ ਨੇ, ਈਵਨ ਭਾਵੇਂ ਆਰਗੇਨਾਈਜ਼ਰ ਦੂਜੇ ਨੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹਨਾਂ ਦਾ ਮੰਜਰੀ ਚਤੁਰਵੇਦੀ ਹੋਣਾ ਦਾ, ਉਹ ਭਾਵੇਂ ਮੁੰਬਈ ਸ਼ੋਅ ਹੋਵੇ, ਭਾਵੇਂ ਜੈਪੁਰ ਹੋਵੇ, ਭਾਵੇਂ ਚੰਡੀਗੜ੍ਹ ਹੋਵੇ, ਉਹ ਟਿਕਟਾਂ ਦਾ ਉੱਤੇ ਬਕਾਇਦਾ ਕਰਦੇ ਨੇ ਜੇ ਸਪਾਂਸਰ ਕੋਈ ਨਹੀਂ ਮਿਲਦਾ ਤਾਂ। ਤੇ ਇਹ ਸਾਰੀ ਪ੍ਰੋਬਲਮ ਟਿਕਟਾਂ ਵਾਲੀ ਸਾਡੇ ਨਾਰਥ ਦੇ ਵਿੱਚ ਹੈ ਆ। ਲੇਕਿਨ ਕਿਸੇ ਵੇਲੇ ਦਿੱਲੀ ਸਾਰੇ ਪਲੇਆਂ ਦੀ ਟਿਕਟਾਂ ਲੱਗਦੀਆਂ ਹੁੰਦੀਆਂ ਸੀ, ਟਿਕਟਾਂ ਦੇ ਉੱਤੇ ਲੋਕੀ ਆਉਂਦੇ ਹੁੰਦੇ ਸੀਗੇ, ਲੇਕਿਨ ਹੁਣ ਸ਼ਾਇਦ ਉਦਾਂ ਦਾ ਨਹੀਂ ਰਿਵਾਜ ਰਿਹਾ। ਤੇ ਇਦਾਂ ਦਾ ਹੀ ਰਿਵਾਜ ਸਾਡੇ ਚੰਡੀਗੜ੍ਹ ਵੀ ਨਹੀਂ ਐਡਾ, ਚੰਡੀਗੜ੍ਹ ਹੀ ਨਹੀਂ ਹੈ। ਹਾਂਜੀ, ਚੰਡੀਗੜ੍ਹ ਹੀ ਰਿਵਾਜ ਨਹੀਂ ਆਏ। ਅੱਛਾ ਜੀ 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 ਜੀ। ਬਾਕੀ ਕੈਨੇਡਾ ਬਕਾਇਦਾ ਟਿਕਟਾਂ ਦੇ ਉੱਤੇ ਸ਼ੋਅ ਹੋ ਰਹੇ ਜੀ, ਇੰਗਲੈਂਡ ਟਿਕਟਾਂ ਦੇ ਸ਼ੋਅ ਹੋ ਰਹੇ ਨੇ ਜੀ, ਆਸਟ੍ਰੇਲੀਆ ਟਿਕਟਾਂ ਦੇ ਸ਼ੋਅ ਹੋ ਰਹੇ ਨੇ ਪੰਜਾਬੀ ਥੀਏਟਰ ਦੇ, ਤੇ ਟਿਕਟਾਂ ਵਾਲੀ ਗੱਲ ਵੀ ਨਾਲ ਹੀ ਹੈ ਜੀ। ਮੈਂ ਕਾਜਲ ਨੂੰ ਪੁੱਛਣਾ ਚਾਹਾਂਗਾ ਜੀ, ਉਹ ਡੋਗਰੀ ਔਰ ਪੰਜਾਬੀ ਥੀਏਟਰ ਵਿੱਚ ਕਿਸ ਤਰ੍ਹਾਂ ਦਾ ਡਿਫਰੈਂਸ ਮਹਿਸੂਸ ਕਰਦੇ ਨੇ? डोगरी और पंजाबी थिएटर में बहुत मिलती है, डोगरी पंजाबी डोगरी से बहुत मिलती है। तनेजा रवि सर ने तो मुझे पहले ही कहा कि मैं पंजाबी जो है डोगरी स्टाइल में बोलती हूँ, शायद ये सच है। तो डोगरी तो कहते भी है कि डोगरी पंजाबी तो पुरानी भाषा है, डोगरी पंजाबी की मां है, कुछ लोग तो ये भी क्लेम करते हैं। वो तो ठीक है गल, पर जब तुसी दोवां लैंग्वेजेस विच शिफ्ट करते हो तो की अपने एज एन एक्टर ਤੁਹਾਡੀ ਕੀ ਤਿਆਰੀ ਰਹਿੰਦੀ ਹੈ ਡਿਕਸ਼ਨ ਦੀ, ਜਾਂ ਕਿਸ ਤਰ੍ਹਾਂ, ਹਾਊ ਡੂ ਯੂ ਮੈਨੇਜ ਇਟ? डिक्शन ਤੇ ਹਮੇਸ਼ਾ ਜ਼ਰੂਰੀ ਹੈ ਹਰ ਚੀਜ਼, ਭਾਵੇਂ ਉਹ ਪੰਜਾਬੀ ਹੋ, ਡੋਗਰੀ ਹੋ, कश्मीरी हो। मैं कश्मीर ਚ भी सीरियल किते थे, प्ले किते थे। तो डिक्शन इज वेरी वेरी इंपॉर्टेंट। आप कुछ भी करो, डिक्शन इंपॉर्टेंट है और उसके लिए आपको होमवर्क करना पड़ेगा। जब आप किसी भी तरह का थिएटर करो, लेकिन अगर आपने उसमें होमवर्क नहीं किया हर चीज को, क्योंकि अगर आप डोगरी प्ले कर रहे हो या पंजाबी प्ले कर रहे हो, तो डोगरी अगर कोई जो करेक्टर है उसका मैनरिज्म कैसा होगा, पंजाबी का हल्का सा डिफरेंस होगा, हल्का सा वो, लेकिन छोटी छोटी चीजें भी बहुत मैटर करती है। तो इन छोटी छोटी चीजों को वर्क, डोगरी च भी गूगल ते पंजाबी च भी गूगल, पंजाबी डोगरी च भी रोटी, पंजाबी च भी रोटी, डोगरी च भी रोटी कहनी रोटी खा लो, पंजाबी च भी रोटी खा लो। मिठा डोगरी भी, मिठा पंजाबी भी जी। थोड़ा सा टोन दा फर्क है, बस थोड़ा सा डिफरेंस है, भज जा नस जा, नसना या भजना, थोड़ा सा फर्क है, ज्यादा फर्क नहीं है जी। कि नस जा भी पंजाबी बोलते हैं पंजाबी च भी है। ਹਾਂਜੀ ਡੋਗਰੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ, ਪੰਜਾਬੀ ਦੀ ਉਪਭਾਸ਼ਾ ਹੀ ਮੈਂ ਕਹਿ ਰਹੀ ਸੀ ਸਰ ਕਿ ਪੰਜਾਬੀ ਦੀ ਉਪਭਾਸ਼ਾ, ਇਸ ਕਰਕੇ ਪੰਜਾਬੀ ਵਾਲਾ ਪੂਰਾ ਰੰਗ ਹੈ ਉਹਨਾਂ 'ਚ। ਹਾਂ ਚਲੋ ਰਮਨ ਜੀ, ਹੁਣ ਕੁਝ ਸਵਾਲ ਤੁਸੀਂ ਪੁੱਛੋ, ਸਾਡੇ ਕੋਲ ਟਾਈਮ ਹੈਗਾ 15-20 ਮਿੰਟ। ਅੱਛਾ ਜੀ, ਸਵਾਲ ਮੇਰੇ ਕੋਲ ਦੋਵਾਂ ਵਾਸਤੇ ਇੱਕ ਹੀ ਸਵਾਲ ਸੀ ਕਿ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕੋਈ ਡ੍ਰੀਮ ਪ੍ਰੋਜੈਕਟ, ਏਦਾਂ ਹੀ ਮੈਂ ਬਲਕਾਰ ਭਾਜੀ ਨੂੰ ਪੁੱਛਣਾ ਚਾਹ ਰਹੀ ਸੀ ਕਿ ਜਿਸ ਤਰ੍ਹਾਂ ਉਹ ਦੋਨੋਂ ਪਾਸੇ ਨੇ, ਗੀਤ ਸੰਗੀਤ ਵਿੱਚ ਵੀ ਮਤਲਬ ਉਹ ਜਿਵੇਂ ਬੈਲੇਜ਼ ਤੇ ਕਿੱਸੇ ਜਿਹੜੇ ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ, ਸਾਰਾ ਕੁਝ ਜਿਹੜੀਆਂ ਡਾਂਸ ਦੀਆਂ ਜਿਹੜੀਆਂ ਹੈਗੀਆਂ ਨੇ ਫਾਰਮਸ, ਜਿਨ੍ਹਾਂ ਚੋਂ ਪਲੇ ਵੀ ਕਰਦੇ ਨੇ, ਲਾਈਟ ਐਂਡ ਸਾਊਂਡ ਵੀ ਕਰਦੇ ਨੇ ਤੇ ਦੂਸਰੇ ਪਲੇਜ਼ ਵੀ ਕਰਦੇ ਨੇ, ਉਹਨਾਂ ਨੂੰ ਵਧੀਆ ਕਿਹਦੇ ਚ ਲੱਗਦਾ, ਸਕੂਨ ਕਿਹ ਮਿਲਦਾ, ਉਸ ਪਾਸੇ ਕਿ ਉਸ ਪਾਸੇ? ਭਾਵੇਂ ਕਿ ਪਲੇ ਦੇ ਵਿੱਚ ਮਿਊਜ਼ਿਕ ਡਾਂਸ ਜਿਹੜਾ ਹੈ ਉਹਦੇ ਵਿੱਚ ਮਿਕਸ ਹੈ, ਸਾਰਾ ਕੁਝ ਹੀ ਹੁੰਦਾ ਥੀਏਟਰ ਦੇ ਵਿੱਚ, ਫੇਰ ਵੀ ਅਗਰ ਦੋਵਾਂ ਚੋਂ ਇੱਕ ਛਾਂਟਣਾ ਹੋਵੇ ਤਾਂ ਕਿਹਦੇ ਵੱਲ ਉਹਨਾਂ ਦਾ ਝੁਕਾਅ ਜ਼ਿਆਦਾ ਹੋਏਗਾ? ਤੁਸੀਂ ਬੜਾ ਔਖਾ ਸਵਾਲ ਪੁੱਛ ਲਿਆ। ਜੇ ਉਹ ਤਾਂ ਕਿਸੇ ਮਾਂ ਨੂੰ ਕੋਈ ਪੁੱਛਦਾ ਨਾ ਕਿ ਤੈਨੂੰ ਕਿਹੜਾ ਬੱਚਾ ਚੰਗਾ ਲੱਗਦਾ, ਕਿਹੜਾ ਬੱਚਾ ਚੰਗਾ ਲੱਗਦਾ, ਕ੍ਰੀਏਸ਼ਨ ਹੁੰਦੀ ਨਾ ਆਪਣੀ, ਸਾਰੀ ਕ੍ਰੀਏਸ਼ਨ ਚੰਗੀ ਲੱਗਦੀ ਹੁੰਦੀ ਆ, ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਆ। ਹਾਲਾਂਕਿ ਇੰਪਰੂਵ ਕਰਨ ਦਾ ਗੁੰਜਾਇਸ਼ ਤਾਂ ਰਹਿੰਦੀ ਆ, ਲੇਕਿਨ ਜਿਹੜਾ ਮੈਨੂੰ ਪਰਸਨਲ ਜਿਹੜੀ ਸੈਟਿਸਫੈਕਸ਼ਨ ਹੁੰਦੀ ਆ ਉਹ ਕਦੀ ਤੇ ਰੋਲ ਪਲੇ ਚ ਹੁੰਦੀ ਹੈ ਜੇ ਉਹਦਾ ਇੰਪੈਕਟ ਪ੍ਰੋਪਰ ਪੈ ਗਿਆ, ਜਿਹੜਾ ਸਿਰਫ ਮੁਕਾਲਮਿਆਂ ਤੇ ਡਾਇਲੌਗਸ ਦੇ ਉੱਤੇ ਮੁਤਾਸਰ ਹੋਵੇ। ਜਿਹੜਾ ਪਲੇ ਮਿਊਜ਼ੀਕਲ ਡਾਂਸਿੰਗ ਵਾਲਾ
ਬਈ ਉਹ ਤਾਂ ਕਈ ਵਾਰੀ ਨਜ਼ਾਰਾ ਹੀ ਆ ਜਾਂਦਾ, ਨਜ਼ਾਰਾ ਹੀ ਆ ਜਾਂਦਾ, ਚੀਰ ਜਾਂਦਾ ਰੂਹ ਨੂੰ ਹੈ। ਤੇ ਉਹਦੇ ਚ ਤਾਂ ਉਹਦੇ ਦੇਖੋ ਜਿਹੜੇ ਕਲਾਸੀਕਲ ਭਾਵੇਂ ਡਾਂਸਿਸ ਨੇ ਜਾਂ ਮਿਊਜ਼ਿਕ ਆ, ਵੋਕਲ ਵੀ ਭਾਵੇਂ ਲਾ ਲਓ, ਇਹ ਨਿਕਲਿਆ ਫੋਕ ਤੋਂ ਹੀ ਆ, ਇਹ ਫੋਕ ਤੋਂ ਹੀ ਬਣੇ ਹੋਏ ਨੇ ਸਾਰੇ। ਅੱਛਾ, ਔਰ ਜਦੋਂ ਅਸੀਂ ਫੋਕ ਦੀ ਕੋਈ ਚੀਜ਼ ਕਰਦੇ ਆ ਨਾ, ਤੇ ਉਹਦੇ ਵਿੱਚ ਜਦੋਂ ਕਲਾਸੀਕਲ ਟੱਚ ਪਾ ਦਿੰਦੇ ਆ, ਯਾਨੀ ਪਰਟੀਕੂਲਰ ਮੁਦਰਾਵਾਂ, ਪਰਟੀਕੂਲਰ ਗਤ ਨਿਕਾਸ, ਪਰਟੀਕੂਲਰ ਉਹ ਜਿਹੜੇ ਅੰਗ ਸੰਚਾਲਨ, ਤੇ ਉਹ ਸੋਨੇ ਤੇ ਸੁਹਾਗਾ ਬਣ ਜਾਂਦਾ ਚੀਜ਼, ਉਹ ਜ਼ਿਆਦਾ ਸੋਹਣੀ ਬਣ ਜਾਂਦੀ ਹੈ। ਤੇ ਉਹ ਇਸ ਕਰਕੇ ਉੱਥੇ ਤਾਂ ਫਿਰ ਮੈਨੂੰ ਪਰਸਨਲੀ ਜ਼ਿਆਦਾ ਨਜ਼ਾਰਾ ਆਉਂਦਾ ਕੰਪੈਰੀਟਿਵ। ਜੀ ਸਮਝ ਗਏ। ਬਸ ਇਹ ਮੈਨੂੰ ਉਮੀਦ ਸੀ ਤੁਸੀਂ ਇਹੀ ਵਾਲਾ ਆਨਸਰ ਦਿਓਗੇ। ਇਹੀ ਮੈਂ ਕਾਜਲ ਮੈਮ ਨੂੰ ਪੁੱਛਣਾ ਚਾਹ ਰਹੀ ਸੀ। ਤੁਸੀਂ ਖੈਰ ਬਹੁਤ ਐਕਸਪੀਰੀਅੰਸਡ ਹੋ ਕਾਜਲ ਮੈਮ, ਬਹੁਤ ਕੁਝ ਤੁਸੀਂ ਤੁਹਾਡੇ ਬਾਰੇ ਸੁਣਿਆ ਤੇ ਕਾਫੀ ਕੁਝ ਤੁਸੀਂ ਕੀਤਾ, ਬੜੀਆਂ ਅੱਛੀਆਂ ਪ੍ਰੋਡਕਸ਼ਨਸ, ਔਰ ਸਾਰੇ ਪਾਸੇ ਹੀ ਜਿੱਦਾਂ ਤੁਸੀਂ ਰੇਡੀਓ ਦੀ ਗੱਲ ਕਰ ਰਹੇ ਸੀ, ਮੈਂ ਵੀ ਰੇਡੀਓ ਪਲੇਸ ਕਰਦੀ ਹਾਂ ਜਲੰਧਰ ਬੜੇ ਸਾਲਾਂ ਤੋਂ। ਤਾਂ ਉਹੀ ਮੈਂ ਗੱਲ ਕਰ ਰਹੀ ਸੀ ਕਿ ਰੇਡੀਓ ਤੇ ਅਸੀਂ ਸਾਰੀ ਜਿਹੜੀ ਐਕਟਿੰਗ ਆ ਸਾਡੀ ਆਵਾਜ਼ ਦੇ ਵਿੱਚ ਹੀ, ਅਸੀਂ ਕੋਈ ਵੀ ਐਕਸਪ੍ਰੈਸ਼ਨ ਹੈ ਆਵਾਜ਼ ਦੇ ਥਰੂ ਹੀ ਪਹੁੰਚਾਣਾ, ਤੇ ਸਟੇਜ ਤੇ ਸਾਨੂੰ ਬਹੁਤ ਕੁਝ ਹੈਲਪ ਮਿਲ ਜਾਂਦੀ ਹੈ ਕਿ ਕਾਸਟਿਊਮਸ ਜਾਂ ਸਾਡੀਆਂ ਜਿਹੜੀਆਂ ਵੀ ਸਾਡੇ ਐਕਸ਼ਨਸ ਨੇ, ਐਕਸਪ੍ਰੈਸ਼ਨਸ ਨੇ, ਬਾਡੀ ਲੈਂਗੁਏਜਸ ਨੇ, ਉਹਨਾਂ ਨਾਲ ਬੜਾ। ਪਰ ਰੇਡੀਓ ਤੇ ਥੋੜਾ ਜਿਹਾ ਇਹ ਹੁੰਦਾ ਕਿ ਹਰ ਚੀਜ਼ ਅਸੀਂ ਆਵਾਜ਼ ਤੋਂ ਹੀ ਔਖਾ ਹੈ, ਰੇਡੀਓ ਥੋੜਾ ਔਖਾ ਹੈ। ਬਿਲਕੁਲ, ਪਰ ਮਜ਼ਾ ਵੀ ਖੈਰ ਬਹੁਤ ਆਉਂਦਾ। ਮੈਂ ਵੀ 95 ਤੋਂ ਰੇਡੀਓ ਤੇ ਕਰ ਰਹੀ ਹਾਂ ਵੈਸੇ, ਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਮੈਂ ਬਲਕਾਰ ਜੀ ਨੂੰ ਪੁੱਛਿਆ ਸੀ, ਕਿਉਂਕਿ ਮੇਰਾ ਅਸਲ 'ਚ ਡ੍ਰੀਮ ਪ੍ਰੋਜੈਕਟ ਹਾਲੇ ਤੱਕ ਰਹਿੰਦਾ, ਇਸ ਕਰਕੇ ਮੈਂ ਹਰੇਕ ਨੂੰ ਪੁੱਛ ਲੈਂਦੀ ਹਾਂ ਕਿ ਕੀ ਤੁਹਾਡਾ ਕੋਈ ਡ੍ਰੀਮ ਪ੍ਰੋਜੈਕਟ ਹਾਲੇ ਪੈਂਡਿੰਗ ਹੈ, ਜਾਂ ਤੁਸੀਂ ਕੋਈ ਕਰ ਚੁੱਕੇ ਹੋ, ਜਾਂ ਕਰ ਚੁੱਕੇ ਹੋ ਤੇ ਉਹਦੇ ਬਾਰੇ ਦੱਸੋ ਕਿ ਉਹ ਕੀ ਚੀਜ਼ ਸੀ। ਅਜੇ ਤਾਂ ਕੋਈ ਡ੍ਰੀਮ ਪ੍ਰੋਜੈਕਟ ਕੀਤਾ ਨਹੀਂ, ਬਸ ਫੋਕ ਨੇ ਮੈਨੂੰ ਹਮੇਸ਼ਾ ਫੈਸੀਨੇਟ ਕੀਤਾ, ਫੋਕ ਥੀਏਟਰ ਨੇ ਤੇ बहुत फैसिनेट किया। जम्मू भी जिले थिएटर किया, थिएटर में हमने जागरना, कुड़, गिद्धा और ये सब चीजें की फोक है, ये सारी चीजें, या कभी कश्मीरी का थिएटर करना, ये हिंदी में बानपत, जागरना भी जम्मू का एक फोक है। तो ये सारी चीजें पाक हमने यूज किया थिएटर में, पाक हमने यूज किया, गिद्धा तो खैर बहुत बार यूज किया। तो फोक थिएटर मुझे हमेशा इंस्पायर करता है, हमेशा फैसिनेट करता है करने के लिए। तो आगे ड्रीम तो यही है कि जो कुछ करूं फोक में ही करूं, चाहे वो JNK का हो या पंजाब का जो है, वो तो दैट इज अल्टीमेट। किया भी जैसे मिर्जा साहिबा, हीर रांझा, सोनी महिवाल, तो आगे भी कुछ और करना चाहूंगी JNK को लेकर, कश्मीर को लेकर कर चुके हैं। ओके, ਤੁਹਾਡੇ ਸਾਹਮਣੇ ਚੈलेंज ਕੀ ਹੈ, ਤੁਹਾਡੇ ਔਰ ਬਲਕਾਰ ਸਿੱਧੂ ਹੋਰਾਂ ਜੀ ਦੇ ਸਾਹਮਣੇ चैलेंज की है, किस चीज को चुनौती की तरह लेंगे? मैंने तो अभी बस बलकार सर तो बहुत बड़ा एक नाम है, लेकिन चुनौती तो है ही। आपका हर काम आपकी चुनौती होता है, आपका हर काम आपका चैलेंज होता है, चाहे वो छोटा हो या बड़ा हो। आपका अगर आप चैलेंज समझ के काम को नहीं करोगे, आई डोंट थिंक कि आप उसमें अपनी सोल डाल सकोगे। तो हर चीज चाहे छोटा सा भी हो, वो आपके लिए चैलेंज होता है। हर चीज को आपको चैलेंज मान के ही करना होगा। अगर आप चैलेंज नहीं सोचोगे, आप सोचोगे ये तो बहुत आसान है, मैं इसको ओवर कॉन्फिडेंस हो जाओगे, तो दैट वॉन्ट। और मुझे लगता है कि कोई भी चीज ना, कोई भी हम लोग कभी नहीं कह सकते कि हम कंप्लीट है। वी कैन नेवर बी कंप्लीट। अगर हम समझे कि हम कंप्लीट हैं, तो हम स्टैग्नेट करना शुरू हो जाएंगे। मेरा कहने का मतलब है कि ਉਹ ਤੇ ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਜਦ ਤੁਸੀਂ ਕਿਸੇ ਪ੍ਰੋਜੈਕਟ ਨੂੰ ਟੇਕ ਅਪ ਕਰਦੇ ਹੋ ਤੇ ਉਸ ਵਿੱਚ ਤੁਹਾਡਾ ਮੁੱਖ ਉਦੇਸ਼ ਕੀ ਹੁੰਦਾ ਹੈ? ਇਹ ਹੈ ਚੈਲੰਜ ਦਾ ਮੇਰਾ ਮਤਲਬ। ਕੰਟੈਂਟ ਦੀ ਸਿਲੈਕਸ਼ਨ, ਤੁਸੀਂ ਅਪਰੋਚ ਕਿਵੇਂ ਕਰਦੇ ਹੋ ਕਿਸੇ ਟੈਕਸਟ ਤੇ ਜਾਂ ਟੌਪਿਕ ਤੇ ਫਿਰ ਉਸਦੇ ਬਾਰੇ ਜਰੀਏ ਬਾਰੇ ਤੁਹਾਡਾ ਕੀ ਵਿਚਾਰ ਹੁੰਦਾ ਹੈ ਕਿ ਅਸੀਂ ਇਸ ਨੂੰ ਕਿਸ ਜਰੀਏ ਵਿੱਚ ਲੈ ਕੇ ਜਾਈਏ? हाँ, मैंने अभी लास्ट जो प्ले डायरेक्ट किया था अभी लॉकडाउन से पहले, वो बनी दफन था। वो बहुत रियल स्टोरी है, वो एक ट्रेडिशन की, जो जैसा मैंने बताया पाकिस्तान अफगानिस्तान के बॉर्डर पे वो एक है कस्टम, और फीमेल्स के अगेंस्ट है वो। तो वो करने के लिए मुझे वाकई उसको बहुत रिसर्च करनी पड़ी, चीजों को पढ़ना पड़ा कि कैसे होगा, कैसे करना होगा। और हर चीज को करने के लिए सिर्फ बनी दफन की बात नहीं कर रही हूँ मैं, किसी को भी आप कोई भी प्रोजेक्ट लेते हो, कोई भी चीज आप सामने लेते हो कि आपको ये करना है, जब तक आप उस पर प्रॉपर रिसर्च नहीं करोगे, आप उस टेक्स्ट, सबटेक्स्ट और स्क्रिप्ट की सोल में नहीं जाओगे, तब तक आप नहीं कर पाओगे। तो यही मेरा एम रहता है कि स्क्रिप्ट की सोल तक पहुंचना, दैट इज वेरी इंपॉर्टेंट, कि आप स्क्रिप्ट की सोल को टच करो, तभी आप अपने आर्टिस्ट को कहोगे कि आपको ये चाहिए। जी, आपके पास हर सवाल का जवाब मैं आपके इन्हीं सवालों के साथ एक तो काजल जी के साथ 100% मुत्फिक हूँ
कि वो कंटेंट्स को प्रॉपर क्लैरिटी के वास्ते वो उसकी सोल में जाना ही पड़ेगा। तो उसके लिए फिर आपको रिसर्च वर्क करना ही पड़ेगा। मैं आपको बताता हूँ कि सस्सी पुनू में, अब सस्सी जो थी वो सिंधन थी, सिंध की थी, और जो पुनू था वो बलोचिस्तान के था, और मुझे ना बलोची आती थी और ना ही सिंधी लैंग्वेज का कोई इल्म था। तो फिर मैंने जो सस्सी का है वो रुख किया केंद्रीय पंजाबी टकसाली माझी वाली, और जो उसकी थी वो मैंने सराइकी मुल्तानी थोड़ी सी शिफ्ट की। ये ना किया भी तुसी फिर सिंधी विच कुछ डिप्लोमा करन चले गए तो फिर बलोची नहीं मैं दसदा ਉਹਦਾ ਕਾਰਨ ਕੀ ਹੈ। ਦੇਖੋ ਸਿੰਧੀ ਸਾਡੇ ਕੋਲ ਕਾਫੀ ਬੜੀ ਮਸ਼ਹੂਰ ਆ, ਉਹ ਸੇਵਣ ਦੀ ਸਰਕਾਰ ਹੈਗੀ ਆ ਸ਼ਾਹਬਾਜ਼ ਕਲੰਦਰ, ਤਾਂ ਉਹਨਾਂ ਦੀ ਕਾਫੀ ਹੈ ਕਿ ਦਮਾਦਮ ਮਸਤ ਕਲੰਦਰ ਅਲੀ ਸਖੀ ਸ਼ਾਹਬਾਜ਼ ਕਲੰਦਰ, ਤਾਂ ਇਹ ਮੈਂ ਉਹ ਬਕਾਇਦਾ ਉਹਦੇ ਵਿੱਚ ਪਾਈ, ਉਹ ਸਿੰਧੀ ਦੀ ਸੀਗੀ ਉਹ ਸਾਰੀ, ਤੇ ਸਿੰਧੜੀ ਦਾ ਸੇਵਣ ਦਾ ਸਖੀ ਸ਼ਾਹਬਾਜ਼ ਕਲੰਦਰ। ਤੇ ਉਹ ਜਿੰਨਾ ਮੇਰੇ ਕੋਲ ਟਾਈਮ ਸੀਗਾ ਨਾ, ਤੇ ਉਹਨਾਂ ਨੇ ਕਿਹਾ ਸੀ ਵੀ ਇਹਦਾ ਤਿਆਰ ਕਰਨਾ, ਸਾਡੇ ਕੋਲ ਟਾਈਮ ਇੰਨਾ ਕਾ, ਤੇ ਉਹ ਜੇ ਮੇਰਾ ਜੀ ਕਰਦਾ ਸੀਗਾ ਮੈਂ ਸਿੱਖਾਂ, ਜਿੱਦਾਂ ਹੁਣ ਮੇਰੀ ਉਹ ਫਸੀ ਹੋਈ ਦਿਮਾਗ ਦੇ ਵਿੱਚ ਸਰਾਇਕੀ, ਤੇ ਮੈਂ ਤੁਸੀਂ ਮੈਨੂੰ ਬੜਾ ਅੱਛਾ ਸੁਜੈਸ਼ਨ ਦਿੱਤਾ, ਤੇ ਮੈਂ ਆਪਣੇ ਜਿਹੜੇ ਸਾਡੇ ਕਾਬਿਲ ਇਹਤਰਾਮ ਨੇ ਪ੍ਰਤਾਪ ਸਹਿਗਲ ਸਾਹਿਬ, ਇਹਨਾਂ ਦੀ ਹਾਂਜੀ ਇਹਨਾਂ ਕੋਲੋਂ ਬਕਾਇਦਾ ਮੈਂ ਗਾਈਡੈਂਸ ਵੀ ਲੈਣਾ ਚਾਹਾਂਗਾ, ਕਿਉਂਕਿ ਇਹਨਾਂ ਨੂੰ ਮੁਹਾਰਤ ਹੈ ਉਸ ਜ਼ੁਬਾਨ ਦੀ। ਬਲਕਾਰ ਜੀ ਮੈਂ ਵੀ ਸਰਾਇਕੀ ਬੋਲ ਸਕਦਾ, ਸਰਾਇਕੀ ਮੈਂ ਵੀ ਚੰਗੀ ਤਰ੍ਹਾਂ ਬੋਲ ਗਿੰਨਾ, ਚਿੰਤਾ ਨਾ ਕਰੋ। ਤਨੇਜਾ ਜੀ ਨੂੰ ਰੋਲ ਚਾਹੀਦਾ ਤੁਹਾਡੇ ਡਰਾਮੇ 'ਚ। ਅੱਛਾ ਇੱਕ ਸਵਾਲ ਮੇਰਾ ਬਲਕਾਰ ਜੀ ਔਰ ਕਾਜਲ ਦੋਨਾਂ ਨੂੰ। ਬਲਕਾਰ ਜੀ ਕਦੇ ਐਸਾ ਮੌਕਾ ਆਇਆ ਤੁਹਾਡੇ ਜ਼ਿੰਦਗੀ ਵਿੱਚ ਥੀਏਟਰ ਕਰਦੇ ਹੋਏ ਤੁਹਾਨੂੰ ਬਹੁਤ ਨਿਰਾਸ਼ਾ ਹੋਈ ਹੋਏ ਆਪਣੇ ਕਿਸੇ ਪਰਫਾਰਮੈਂਸ ਤੋਂ? नहीं परफॉर्मेंस तो नहीं कदे निराशा वाला कोई काम एडा होया, लेकिन मैं दस्या जो एक बार मैं प्ले तैयार करना सी ना, डायरैक्ट पहली बारी करना सी, ते पहली बारी मैंने तजर्बा नहीं सी गया भी हाउ टू हैंडल द कास्ट एंड हाउ टू मैनेज द सैट्स, हाउ टू मैनेज द म्यूजिक पोर्शन। वो साडे वो जदों रिहर्सलां करनियां ते उन्होंने जदों अपना हारमोनीयम खोलना या तबला खोलना या वो, तो उन्होंने मीटर शुरू हो जाता सी पैसे, और वो सारे पैसे मेरे बजट तो वध मैं अपनी सारी तनख्वाह विच पाती, कुछ जीपी फंड कढ़ाया वो विच पाता, ते फिर भी कलाकार रिहर्सलां विच कई बारी इन्ना तंग करना जो मैं चाहता हुंदा सी नहीं, कई बारी उन्हां कोल फिर उन्हां नूं रिक्वेस्ट करनी भी नहीं, इदां मैनूं तां आही लफ्ज़ चाहिए, इदां दी प्रोनाउंसिएशन चाहिए, डिक्शन आ चाहिए, वो पता नहीं मेहनत करके राजी नहीं सीगे। खैर इस करके कई बारी परेशानी इदां दी तां होई आ, बाकी अपनी पर्सनल परफॉर्मेंस तो नहीं कोई एडा प्रॉब्लम कदी होई सर। किसी ऑर्गेनाइजर किसी ऑर्गेनाइजर ਵੱਲੋਂ ਤੁਹਾਨੂੰ ਇਦਾਂ ਦਾ ਕੁਝ ਮਿਲਿਆ ਹੋਵੇ? ਤੁਸੀਂ ਬਾਹਰ ਬਹੁਤ ਘੁੰਮਦੇ ਹੋ। ਬਾਹਰ ਤਾਂ ਜਿਹੜੇ ਨੇ ਵਿਚਾਰੇ ਉਹ ਤਾਂ ਆਰਗੇਨਾਈਜ਼ਰ ਸਾਨੂੰ ਉਡੀਕਦੇ ਹੁੰਦੇ ਆ। ਐਕਚੁਅਲੀ ਕੀ ਆ ਬਈ ਸਾਨੂੰ ਲੱਗਦਾ ਵੀ चिराग तले नेरा जो बाहर को बंदा बड़ा नॉस्टैल्जिक हुंदा, वो उधरेवें दा मारिया हुंदा, वो तो कहंदा कोई चीज़ जिस तरह की मर्जी आ जाए लेकिन साडी जुबान दी आ जाए, साडे कल्चर की नुमाइंदगी, साडे कंट्री की नुमाइंदगी, साडे हिंदुस्तान की मिट्टी की भावें मोठी भर के को लै आवे, तो उन्हां लोकां च बड़ा उधरेवा, तो वो तो सगों प्रॉब्लम दिंदे नहीं, तो सगों कहंदे आ भी तुसीं सानूं दस्सो भी असीं करिए की, अखां विछा दिंदे आ, तो इन्ना कुछ लिया दिंदे आ, ते मतलब उधरों तक कदे सारे इदां दी प्रॉब्लम आई नहीं ऑर्गेनाइजर। काजल कभी ऐसा मौका आया तुम्हारे पास कि में निराशा हुई हो अपने एक्टरों से, अपने आप से या परफॉर्मेंस से, और तुम्हें लगा हो कि थिएटर ने आज तुम्हें लगा कि मैं थिएटर छोड़ दूं? सर ऐसा जहन में मेरे कभी नहीं आया कि मैं थिएटर छोड़ दूं, क्योंकि मैंने बहुत सारा काम किया है इलेक्ट्रॉनिक मीडिया में, साथ साथ जब मैं जम्मू में थी, दिल्ली में जब आकाशवाणी में जॉब करने से, नहीं मैं सर मैं वहीं आ रही हूँ उसी का बता रही हूँ। तो मैं बहुत सारा काम किया है, तो वहाँ एक चीज रहती थी, जैसे स्क्रीन प्ले होता है, तो स्क्रीन प्ले में आपने शॉर्ट डिवीजन करना होता है और हर चीज आपको लिखना होता है कि आपको इस सीन में क्या चाहिए, ये कैसे होगा, यहाँ पे कैमरा की मूवमेंट क्या होगी।
वही चीज मैंने स्टेज पे भी किया। जब मैं स्क्रिप्ट पे काम करती हूँ तो ये सारी चीजें मैं अपना सारी चीजें नोट डाउन कर लेती हूँ। तो निराशा तो कभी नहीं आई मुझे। हाँ, कभी कभी होता है कि छोटी मोटी जो गलतियां होती है, जैसे डिक्शन मेरे लिए बहुत इंपॉर्टेंट है, और अगर आप जरा सा भी कोई गलत बोलता है तो वो कानों को चुभता है और उससे मुझे बहुत निराशा होती है। लेकिन ऐसी निराशा कभी नहीं हुई कि मैं थिएटर छोड़ दूं। मैंने सारी चीजें में एक तरफ रख दी है, लेकिन मैं थिएटर मेरी रूह से कभी बाहर नहीं निकल पाया, कभी भी नहीं निकल पाया। मैंने फिल्मों के ऑफर्स रिफ्यूज कर दिए, मैंने सीरियल्स रिफ्यूज कर दिए, बट थिएटर एक ऐसी चीज है कि जो मैं सोच ही नहीं सकती। दिस इज ऑक्सीजन टू मी। जिस तरह ऑक्सीजन मेरी सांस लेने के लिए जरूरी है, उसी तरह थिएटर मेरे लिए बहुत जरूरी है। इट कीप्स मी गोइंग। बहुत खूब। मेरे ख्याल ਹੁਣ रात ਦੇ 10:20 हो चुके ने। अब हम लोग एंडिंग पे आ रहे हैं। बस मैं चाहूंगा कि ਅਸੀਂ ਸੈਸ਼ਨ ਨੂੰ ਐਂਡ ਦੇ ਤਰਫ ਲੈ ਜਾਣ ਵੇਲੇ ਇਸ ਨੂੰ ਸਮ ਅਪ ਕਰਨ ਵਾਸਤੇ प्रताप सहगल जी ਕੋਲ ਚੱਲੀਏ। मैं प्रताप सहगल जी को जान तो पहला मैं एक 2 मिनट में लेना चाहूंगा विजय जी। जी प्लीज एक परंपरा ਨੂੰ मैं शुरू कर रहे हैं कि जी क्योंकि रंगमंच ਦੀ ਗੱਲ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰਾਂਗੇ ਹਰ ਸ਼ਨੀਵਾਰ ਸਾਡੀ ਇਸ ਵਾਰਤਾ ਦੇ ਅੰਦਰ ਆਪਾਂ ਐਕਟਰ ਲਈ ਕੋਈ ਸੂਤਰ ਦਈਏ, ਕੁਝ ਐਕਟਿੰਗ ਟਿਪਸ ਜਿਹੜੀ ਮੈਂ ਸਿੱਖੀ ਆ ਲੋਕਾਂ ਕੋਲੋਂ, ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਕਹੀ ਆ। ਮੈਂ ਆਪਾਂ ਇੱਕ ਸੂਤਰ ਨਾਟਕ ਦੇ ਬਾਰੇ ਮੈਂ ਜ਼ਰੂਰ ਦੇਵਾਂਗਾ। ਹਾਲਾਂਕਿ ਬਲਕਾਰ ਜੀ ਨੂੰ ਕਹਿਣਾ ਜਾਂ ਕਾਜਲ ਨੂੰ ਕਹਿਣਾ ਕੋਈ ਬਹੁਤ ਚੰਗੀ ਗੱਲ ਨਹੀਂ ਹੋਏਗੀ। ਇਹ ਦੋਨੋਂ ਬਹੁਤ ਵੱਡੇ ਨੇ ਔਰ ਮੈਂ ਬਹੁਤ ਛੋਟਾ ਇਹਨਾਂ ਕੋਲੋਂ। ਹਾਂ, ਐਕਟਿੰਗ ਸੂਤਰ ਵਿੱਚ ਜਿਹੜਾ ਮੈਂ ਸਿੱਖਿਆ ਔਰ ਮੈਂ ਆਪਣੀ ਕਿਤਾਬ ਦਾ ਹਿੱਸਾ ਬਣਾਇਆ, ਮੈਂ ਉਹਨਾਂ ਵਿੱਚੋਂ 2-2 ਲਾਈਨਾਂ ਮੈਂ ਸੋਚਾਂਗਾ ਹਰ ਸ਼ਨੀਵਾਰ ਬੋਲਦਾ ਜਾ। ਐਕਟਰ ਵਾਸਤੇ ਨਾਟਕ ਦਾ मतलब है विकास, बदलाव, एक नुक्ते से दूसरे नुक्ते तक का सफर। एक्टर के लिए एक नुक्ते से दूसरे नुक्ते तक का सफर। हर बड़े पात्र के अंदर विकास जरूर होना चाहिए, हर बड़े पात्र के अंदर। क्या आप अपने किरदार को अब भी उसी तरह खेल रहे हैं? ये सवाल एक एक्टर को होना चाहिए जब वो तैयारी करता है। क्या आप अपने किरदार को अब भी उसी तरह खेल रहे हैं जिस तरह आप पहली एंट्री के वक्त या नाटक के प्रारंभ में खेल रहे थे? ये एक एक्टर के लिए बहुत बड़ी चीज है कि वो जब शुरू में स्टेज पे आता है और एंड के बीच में या आखिर तक पहुंचते पहुंचते क्या वो अभी भी वही है जो शुरू में था, या उसके अंदर कोई विकास हुआ है, अंदर से कोई विकास हुआ है, क्या एक्टिंग में कोई विकास? हाँ, जिस तरह पहली एंट्री के वक्त या नाटक के प्रारंभ में खेल रहे थे, क्या आप अपनी एक एंट्री से दूसरी एंट्री तक पहुंचकर थोड़ा मुख्तलिफ इंसान नहीं बन गए? ये सवाल एक एक्टर को अपने सामने रखना चाहिए। अपनी उम्र के कारण, तजुर्बे के कारण, कड़वाहट, निराशा या कामयाबी की वजह से क्या आप एक पात्र के तौर पर आपकी जर्नी कुछ अलग किस्म की नहीं हो गई? एक एक्टर की जर्नी क्या होती है, ये हमें ध्यान रखना चाहिए। पहली एंट्री से लेकर प्ले को खत्म होने तक मेरे अंदर क्या विकास हुआ, मेरे अंदर क्या चेंजेस आई, ये भी हमें एक एक्टर को ध्यान में रखना चाहिए। मेरी बात इसी है, बस मैं इस बात को खत्म करता हूँ। क्या बात है, बहुत बढ़िया सर, बहुत अच्छे टिप्स सर। जी जी बहुत अच्छे। ਤੇ ਹੁਣ ਕੀ ਅਸੀਂ ਥੈਂਕ ਯੂ ਸਰ ਇਹਨਾਂ ਸ਼ਬਦਾਂ ਵਾਸਤੇ। ਹਾਂਜੀ ਵਿਜੇ ਜੀ। ਹਾਂਜੀ, ਤੇ ਅਸੀਂ ਹੁਣ ਕੀ ਪ੍ਰਤਾਪ ਸਹਿਗਲ ਸਰ ਕੋਲ ਚੱਲਦੇ ਹਾਂ। ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਉਹ ਅੱਜ ਦੇ ਸੈਸ਼ਨ ਨੂੰ ਸਮ ਅਪ ਕਰਨ। ਜੀ सम अप मेरे ख्याल में आखिर से शुरू करता हूँ। रवि ने ये नया सिलसिला शुरू किया आज, और एक्टर ही क्यों, उसमें तो लेखक भी है, उसमें निर्देशक भी है, उसमें थिएटर से जुड़ा हर आदमी है, जो कि अपने आप को अगर वो अपने में बदलाव महसूस नहीं करता, मैं लिखने के बाद अगर मुझे नहीं लगता कि मुझ में कुछ बदलाव आया है, तो उस लिखने का कोई मतलब नहीं है। कहीं ना कहीं बदलाव तो आता ही है। अब आज जिन 2 रंगकर्मियों को और उनकी संघर्ष यात्रा को हमने जो सुना है, सुन के बड़ा आनंद आया। बलकार तो बड़े मस्त आदमी लगे मुझे, और बड़ी मस्ती से अपनी बातें। मैंने ऐसे हुई जिंदा दिल लिखा, जिंदा दिल मैंने लिखा। थैंक यू सर, थैंक यू फॉर योर काइंड वर्ड्स। खूब जिंदा दिल है।
और काजल भी कोई कम जिंदा दिल नहीं है। बिल्कुल बिल्कुल। थैंक यू सर। और दोनों की जर्नी में मुझे एक खास जो बात डिस्टिंक्ट लगी कि दोनों ही ये जो शख्स हैं ये अलग अलग जो इनके दायरे हैं या जो इनके डायमेंशंस हैं उनमें काम कर रहे हैं और उनके साथ लड़ते हुए आगे बढ़े हैं। मसलन बलकार जी के सामने एक तरफ फोक थी, एक तरफ क्लासिकल डांस थे। उन दोनों को कैसे उन्होंने ब्लेंड किया होगा, वो परंपरा से भी जुड़े रहे और जो मॉडर्निटी आ रही है उसकी तरफ भी कोई उनका जो नजरें उन्होंने चुराई नहीं। वहाँ भी उन्होंने लोक को ही मॉडर्न कॉन्टेक्स्ट में फिर नए सिरे से उसको तलाशने की कोशिश बार बार करते रहे। मुझे ऐसा उनकी बातों से लगा है, हालांकि मैंने उनका काम नहीं देखा, मुझे लगता है उनके काम में भी ये चीजें जरूर होंगी। और इसी तरह से जो काजल है, काजल को मैंने सवाल भी किया था कि उसके तो कई हाथ हैं लगता है, एक हाथ जो है या कई उसके दिमाग के कई डायमेंशंस हैं। कहीं रेडियो से जुड़ा हुआ है, एक थिएटर से जुड़ा हुआ है और एक टीवी से जुड़ा हुआ है, एक फिल्मों से जुड़ा हुआ है। और अच्छी बात यह है काजल के साथ कि उसको बचपन से जो संस्कार मिले हैं जो शायद बलकार जी को उस तरह से घर से नहीं मिले होंगे, उन्होंने अर्जित किया है। और ये संस्कार मिले हैं सर बलकार जी को, शुरू से ही चार औरतों का जो है संस्कार इनको मिला। सब ठीक कह रहे हैं, बेटे संस्कार नहीं मिले। नहीं, अब ये बात मैं काजल के बारे में तो नहीं कह सकता। तो लेकिन काजल को जो सुविधा मिली घर में, मुझे लगता है वो सुविधा वो सबको नहीं मिलती। इस मामले में काजल इज रियली लकी चाइल्ड। यस सर, आई एम लकी, आई एम ब्लेस्ड कि जिनको जन्म से जैसे घुट्टी ही वही मिली और आगे आगे वो उन चीजों को इम्बाइब करती चली गई और बहुत सारे फील्ड में अपना हाथ भी बढ़ाया और कहीं फेलियर का सामना नहीं करना पड़ा। बट सर एक चीज कहना चाहूंगी सर, एक चीज कहना चाहूंगी कि थिएटर करना आसानी, बहुत एम्प्टी तोड़ के थिएटर किया है, लेकिन निराश नहीं हुई, निराश बिल्कुल नहीं हुई। थिएटर करना ही जज्बा, ही ऑक्सीजन है। नहीं, वो मैं जानता हूँ, मैं वो कई बार कह चुकी हूँ कि जो लड़की अपनी सैलरी के खर्च होने की परवाह नहीं करती, बिल्कुल, वो अपनी सैलरी वो थिएटर के लिए एक तरफ रख देती है और घर पति चलाते हैं, ठीक है, लेकिन बाकी ये सच है। जज्बा कितने लोगों में मिलेगा। और आप दोनों का बहुत बहुत हम लोग बहुत मशकूर हैं, बहुत आप लोगों की मेहरबानी है कि आप लोगों ने आज वक्त निकाला और अपने अनुभव हमारे साथ आपने साझा किए और हमें मौका दिया। अब हम और आपको बेहतर तरीके से बलकार जी के बारे में मैं खास तौर पर कह रहा हूँ, क्योंकि बलकार जी के बारे में ये कार्यक्रम शुरू होने से पहले मैं इतना नहीं जानता था जितना काजल के बारे में जानता था। काजल दिल्ली में है, मुलाकात भी होती रहती है, एक दूसरे का काम भी हमको देखने का मौका मिलता है, परखने का। जी सर, थोड़ी बात भी करते रहते हैं कभी कभी। काजल बहुत छोटी है, बच्ची है हमारी एक तरह से, तो मैं कभी कभी थोड़ा सा उसको डांट भी देता हूँ, पर वो बहुत ही अच्छी लड़की है वो और बहुत अच्छा काम कर रही है मुझे लगता है। और बलकार जी ने आपको जो कहा है, अब बलकार जी सराइकी के अंदर नहीं, ये रवि ये तुम फंसा रहे हो मुझे। सर बस आपका हाथ आशीर्वाद चाहिए, प्यार चाहिए हमें, तो कोई वो फंसा नहीं रहे, तो उन्होंने बिल्कुल सही शख्स की रिकमेंडेशन की है। नहीं, मेरा भी मन है, मैं बुल्ले शाह पर उन्होंने बताया है वो काम कंप्लीट हो चुका है और ये उसको टेकअप कर रहे थे और वो मंच पर उसके शायद पता नहीं कितने शो हो चुके होते, लेकिन ये बीच में लॉकडाउन हो गया, सब लॉकडाउन, और वो स्क्रिप्ट जैसे लिखी थी वैसी पड़ी हुई है। तो क्योंकि जब स्क्रिप्ट मंच तक पहुंचती है तो फिर खुलती है और जब उसमें फिर बहुत सारी बातें सामने आती हैं, कहीं पर आपको कुछ तब्दीलियां भी करनी पड़ती हैं, क्योंकि मैं उस तरह का लेखक नहीं हूँ
कि मैंने जो लिख दिया वो मेरा अंतिम वर्ड है, मैं उस तरह का लेखक नहीं हूँ। बहुत ये ग्रेटनेस है सर आपकी। मैं कहता हूँ अगर आपने जो लिख दिया वो अंतिम है तो आपका लिखना बंद हो गया। बहुत अच्छी। लिखना कभी अंतिम नहीं होता, इसी तरह थिएटर भी कभी अंतिम नहीं होता। जो कवि ने कहा था कि क्या आप जो जिस चरित्र को आपने पहले दिन निभाया और 10 शो करने के बाद भी आपने वही चरित्र निभाया, तो क्या आप वही हैं जो पहले दिन थे? अगर वही हैं तो आपका कोई विकास नहीं, कोई विकास नहीं। सही बात है, कहीं ना कहीं। बिल्कुल। तो ये जो यही अपने आप को एक्सप्लोर करना है, और मुझे लगता है यही इस कार्यक्रम का सारा मकसद है कि हम यहाँ बैठकर, चाहे बहुत कम लोग जुटते हैं लेकिन बहुत मीनिंगफुल बातें होती हैं, और हम एक दूसरे को पहचानते हैं, एक दूसरे के नजदीक आते हैं, एक दूसरे को समझते हैं, एक्सप्लोर करते हैं। और ये जो छोटी मोटी जो किंदे होती है ना, पंजाबी किंद कहते हैं, हाँ जी, किंदा होनी है ना, तो निकल जानी है थे गलबात करके। बिल्कुल जी, बिल्कुल। इस वास्ते गलबात जी जारी रहनी चाहिए थी। बलकार जी फिर जी सर, टिकट कदों बुला रहे हो? कोई नहीं, लॉकडाउन खोल लेने दो सर। थैंक यू सर, थैंक यू, बहुत बहुत शुक्रिया ਤੁਹਾਡਾ। थैंक यू सर, थैंक यू। मैं एक बार आखिर में मैं माइक ले रहा हूँ विजय जी से। मैं विजय जी का भी धन्यवादी हूँ कि वो आज आए और उन्होंने प्रोग्राम को बहुत अच्छे तरीके से ऑर्गेनाइज किया, और मैं इतने अच्छे तरीके से ऑर्गेनाइज कभी नहीं कर सकता था जितने अच्छे तरीके से मैं इसके लिए विजय जी का और रमनदीप कौर जी का मैं खास शुक्रगुजार हूँ कि उन्होंने एक बार कहने पे और आप आ गई। आपका काम बहुत बड़ा है, उस हिसाब से ये मंच शायद आपके लिए छोटा हो। नहीं सर, मेरी बड़ी खुशकिस्मती है कि आपने मुझे यहाँ पे बीच में अपने साथ मिलाया, मुझे मौका मिला बात करने का, और मुझे आप सबके दर्शन हुए, ये बहुत बड़ी बात है मेरे लिए। शुक्रिया आप आई। और मैं बलकार सिद्धू और काजल सूरी दोनों से बहुत नाराज रहता हूँ क्योंकि दोनों ही मुझे अपने किसी फंक्शन में नहीं बुलाते। तो मैंने कहा शायद आप मेरे फंक्शन में आ गए तो शायद जो है आप मुझे दोबारा बुला लो। काजल ने कभी मुझे रेडियो रिकॉर्डिंग के लिए नहीं बुलाया, हालांकि मेरी शुरुआत रेडियो नाटक की काजल के थ्रू ही हुई थी। काजल ने मेरा एक प्ले आधे अधूरे देखा था और उस आधे अधूरे बाद ने मुझे फोन किया कि सर मुझे आपकी आवाज चाहिए, जल्दी आ जाओ। तो थैंक यू सर। वैसे रात के 10:30 बज चुके ने, मैं सारे का धन्यवाद करांगा, पर नाल ही अबीर एंटरटेनमेंट का जिस विच अमित नैथानी, नितिन पंत, रुपिंदर सिंह, लक्ष्य भाटिया, कौस्तव चैटर्जी, प्रतीक्षा अग्रवाल, अनमोल आर्य, कृष्ण सोलंकी एंड प्रशांत नेगी, ये जो सारे थिएटर दे और परफॉर्मिंग आर्ट दे एंथुसियास्ट लोग ने। अबीर एंटरटेनमेंट इन्हां दी संस्था है जो कि कॉलेजिएट ड्रामा सोसाइटी नु सपोर्ट करदी है, जूम ते इस प्रोग्राम नु करन विच टेक्निकल सपोर्ट दिंदी है। और खाली टेक्निक दे लोग नहीं है, ये परफॉर्मिंग आर्ट्स नाल भी जुड़े हुए लोग ने। इन्हां दे बगैर ये प्रोग्राम संभव नहीं सीगा। बलकार सिद्धू जी बहुत बहुत धन्यवाद, ਤੁਹਾਡੀ अजीम शख्सियत ਦੇ कई पहलू ਸਾਡੇ ਸਾਹਮਣੇ ਆਏ ਨੇ। और ਇਸ ਦੇ ਇਲਾਵਾ ਰਮਨਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਤੁਸੀਂ ਆਪਣੇ ਇੰਨੇ ਜ਼ਬਰਦਸਤ ਬੈਕਗ੍ਰਾਉਂਡ ਦੇ ਬਾਵਜੂਦ ਤੁਸੀਂ ਮੈਨੂੰ ਜ਼ਿਆਦਾ ਮੌਕਾ ਦਿੱਤਾ ਬੋਲਣ ਵਾਸਤੇ। ਥੈਂਕ ਨਹੀਂ ਯੂ ਸਰ, ਤੁਸੀਂ ਮੈਂ ਹੁਣ ਤੁਹਾਨੂੰ ਵਿੱਚ ਇੱਕ ਗੱਲ ਕਹਿ ਦਵਾਂ ਲੈ ਲਿਆ विजय जी, जी मैं वी मंच ते ਤੁਹਾਡੀ ਉਸ ਦਿਨ ਕਹਾਣੀ ਸੁਣੀ ਸੀ ਔਰ ਮੈਂ ਬਹੁਤ ਪ੍ਰਭਾਵਿਤ ਸੀ। ਤੁਸੀਂ ਇੰਨੀ ਅੱਛੀ ਸਟੋਰੀ ਟੈਲਿੰਗ ਕੀਤੀ ਔਰ ਮੈਂ ਖੈਰ ਤੁਹਾਡਾ ਨੰਬਰ ਮੇਰੇ ਕੋਲ ਨਹੀਂ ਸੀ ਨੇ, ਮੈਂ ਤੁਹਾਨੂੰ ਜ਼ਰੂਰ ਮੁਬਾਰਕਾਂ ਦਿੰਦੀ, ਮੈਸੇਜ ਮੈਂ ਜ਼ਰੂਰ ਕੀਤਾ ਸੀ। ਸੋ ਮੈਂ ਤੁਹਾਡੀ ਪ੍ਰਸ਼ੰਸਕ ਹਾਂ, ਮੈਨੂੰ ਵਧੀਆ ਲੱਗ ਰਿਹਾ ਸੀ, ਤੁਸੀਂ ਵਧੀਆ ਗੱਲਬਾਤ ਕਰ ਰਹੇ ਹੋ। ਮੈਂ ਸ਼ਾਇਦ ਇੰਨੀ ਐਕਸਪਰਟ ਵੀ ਨਹੀਂ ਹਾਂ। ਥੈਂਕ ਯੂ ਸਰ। ਸ਼ਕਲ ਤੋਂ ਵੀ ਲਾਲਾ ਲੱਗਦਾ ਹੈ, चिंता ना करो। काजल सूरी जी का भी बहुत बहुत धन्यवाद कि थिएटर ਦੇ डिफरेंट मीडियम्स, परफॉर्मिंग आर्ट्स ਦੇ डिफरेंट मीडियम्स ਵਿੱਚ ਹੁੰਦੇ ਹੋਏ ਉਹਨਾਂ ਨੇ ਆਪਣੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਔਰ ਇਹ ਸੈਸ਼ਨ ਜੋ ਹੈ ਪੰਜਾਬੀ ਥੀਏਟਰ ਨੂੰ ਕੰਸੋਲੀਡੇਟ ਕਰਨ ਵਾਸਤੇ ਸਾਡੇ ਵਾਸਤੇ ਬੜਾ ਅਹਿਮ ਸੀਗਾ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਧੰਨਵਾਦ। ਔਰ ਜਿਹੜੇ ਵੀ ਸਾਡੇ ਨਾਲ ਜੁੜੇ ਰਹੇ ਔਰ ਸਾਨੂੰ ਸੁਣਦੇ ਰਹੇ, ਉਹਨਾਂ ਵਿੱਚ ਅਜ਼ੀਮ ਸ਼ਖਸੀਅਤਾਂ ਜਿਨ੍ਹਾਂ ਵਿੱਚ ਸਾਡੇ डॉक्टर नरेंद्र मोहन, हाँ जी,
ਜੀ ਜੀ मैं अच्छा अनीता सबदीश भी साडे नाल जुड़ी मैं हाँ जी ਸਾਡਾ ਅਗਲਾ 8 ਤਰੀਕ ਨੂੰ ਪ੍ਰੋਗਰਾਮ ਹੈ 8 ਤਰੀਕ ਨੂੰ ਜਿਹੜਾ ਆਪਾਂ ਨੈਕਸਟ ਸੈਟਰਡੇ ਉਹਦੇ ਵਿੱਚ ਅਨੀਤਾ ਸ਼ਬਦੀਸ਼ ਸਾਡੇ ਨਾਲ ਹੋਵੇਗੀ ਚੰਡੀਗੜ੍ਹ ਤੋਂ ਔਰ ਨੀਤਾ ਮਹਿੰਦਰਾ ਸਾਡੇ ਕੋਲ ਬੰਬੇ ਤੋਂ ਸਾਡੇ ਨਾਲ ਹੋਏਗੀ ਇਹ ਦੋਨੋਂ ਬਹੁਤ ਸ਼ਖਸੀਅਤ ਨੇ ਮੈਂ ਪ੍ਰਤਾਪ ਸਹਿਗਲ ਸਰ ਦਾ ਵੀ ਧੰਨਵਾਦ ਕਰਾਂਗਾ ਕਿ ਉਹ ਹਮੇਸ਼ਾ ਹਰ ਸੈਸ਼ਨ ਵਿੱਚ ਓਪਨਿੰਗ ਔਰ ਕਲੋਜ਼ਿੰਗ ਕਰਦੇ ਹੋਏ ਸਾਰੀਆਂ ਗੱਲਾਂ ਨੂੰ ਇੱਕ ਨੁਕਤੇ ਤੇ ਲਿਆ ਕੇ ਰੱਖਦੇ ਨੇ ਜਿਸ ਨਾਲ ਇੱਕ ਕੰਸੋਲੀਡੇਸ਼ਨ ਬਹੁਤ ਹੀ ਵਧੀਆ ਤੇ ਹੁੰਦਾ ਹੀ ਹੈ ਨਾਲ ਹੀ ਘਰ ਦੇ ਇੱਕ ਵੱਡੇ ਬਜ਼ੁਰਗ ਦੀ ਤਰ੍ਹਾਂ ਉਹ ਸਾਰੀਆਂ ਚੀਜ਼ਾਂ ਨੂੰ ਸਮੇਟਦੇ ਹੋਏ ਅਗਲੇ ਸੈਸ਼ਨ ਵਾਸਤੇ ਵੀ ਤੁਹਾਨੂੰ ਕੁਝ ਪੁਆਇੰਟਸ ਦਿੰਦੇ ਨੇ ਇਸ ਵਾਸਤੇ ਮੈਂ ਪ੍ਰਤਾਪ ਸਹਿਗਲ ਸਰ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਇਹ ਸੋਚਦਾ ਕਿ ਇਹ ਸੈਸ਼ਨ ਤੇ ਬੇਸ਼ੱਕ ਜ਼ੂਮ ਤੇ ਇੱਥੇ ਸਮਾਪਤ ਹੋ ਰਿਹਾ ਪਰ ਇਹ ਗੱਲਬਾਤ ਜਾਰੀ ਰਹੇਗੀ ਅਸੀਂ ਆਪਸ ਚ ਇੱਕ ਦੂਜੇ ਨਾਲ ਮਿਲਦੇ ਰਵਾਂਗੇ ਥੀਏਟਰ ਦੀ ਦੁਨੀਆ ਤੇ ਮਕਸਦ ਵੀ ਇਹੀ ਹੈ ਦਾ ਔਰ ਚਲਿए 8 ਤਰੀਕ ਨੂੰ ਆਪਾਂ ਮਿਲਾਂਗੇ ਨਵੀਂ ਸ਼ਖਸੀਅਤ ਅਨੀਤਾ ਸ਼ਬਦੀਸ਼ ਦੇ ਨਾਲ ਔਰ ਨੀਤਾ ਮਹਿੰਦਰਾ ਜਿਹੜੀ ਮੁੰਬਈ ਤੋਂ ਹੈ ਹਾਲਾਂਕਿ ਅੰਮ੍ਰਿਤਸਰ ਤੋਂ ਮੁੰਬਈ ਗਈਆਂ ਨੇ ਉਹਨਾਂ ਨਾਲ ਔਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਗੋਲਡੀ ਸਿੰਘ ਸਾਡੇ ਨਾਲ ਹੋਣਗੇ ਗੋਲਡੀ ਸਿੰਘ ਜੀ ਸਾਡੇ ਨਾਲ ਹੋਣਗੀ ਮੈਂ ਹੋਣਗੇ ਕਹਤਾ ਹੋਣਗੀ ਪਟਿਆਲਾ ਤੋਂ ਔਰ ਬਹੁਤ ਚੰਗੀ ਦਿਲਚਸਪ ਅਗਲਾ ਸੈਸ਼ਨ ਸਾਡਾ 8 ਤਰੀਕ ਦਾ ਪੂਰਾ ਫੀਮੇਲ ਹੋਏਗਾ ਮਤਲਬ ਨੀਤਾ ਵੀ ਸਾਡੇ ਨਾਲ ਹੋਏਗੀ ਔਰ ਅਨੀਤਾ ਸ਼ਬਦੀਸ਼ ਔਰ ਗੱਲਬਾਤ ਕਰਨ ਵਾਲੀ ਵੀ ਸਾਡੇ ਨਾਲ ਜਿਹੜੀ ਆ ਉਹ ਗੋਲਡੀ ਸਿੰਘ ਲਹਿਰਾ ਗੋਲਡੀ ਲੱਖਾ ਲਹਿਰੀ ਜੀ ਉਹ ਸਾਡੇ ਨਾਲ ਹੋਣਗੀਆਂ ਤੇ ਇੱਕ ਵੂਮਨ ਸੈਕਸ਼ਨ ਹੋਏਗਾ ਪੂਰਾ ਔਰ ਵੂਮਨ ਸੈਸ਼ਨ ਚਲੇਗਾ ਅਸੀਂ ਚੀਜ਼ ਪਿੱਛੇ ਰਹਿ ਜਾਾਂਗੇ ਔਰ ਗੱਲਬਾਤ ਕਰਾਂਗੇ 9 ਤਰੀਕ ਨੂੰ ਸਾਡਾ ਇੱਕ ਬਹੁਤ ਇੰਪੋਰਟੈਂਟ ਸੈਸ਼ਨ ਹੈ ਉਹ ਹੈ ਮੰਟੋ ਦੇ ਉੱਤੇ ਆਪਾਂ ਮੰਟੋ ਤੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਮੰਟੋ ਅੱਜ ਦੇ ਦੌਰ ਵਿੱਚ ਮੰਟੋ ਅੱਜ ਕਿੰਨਾ ਰੈਲੇਵੈਂਟ ਹੈ उसकी कहानियां और इस साडे नाल गलबात करन वाले आ रहे बहुत ही उच्ची शख्सियत साडे नाल डॉक्टर नरेंद्र मोहन जी जिन्हां दा मंटो दे बहुत काम है और साडे नाल जुड़ांगे छत्तीसगढ़ तो अख्तर अली साहब जिन्हां ने मंटो दी कहानियां ते बहुत नाटक लिखे हैं नाल ही जुड़ांगे साडे संगीत नाटक अकैडमी दे डिप्टी सैकटरी जनाब सुमन कुमार ये साडे नाल जुड़ांगे मंटो सैशन 9 तारीख ਨੂੰ ਹੋਏਗਾ ਰਾਤ ਨੂੰ 9 ਵਜੇ और 8 ਤਰੀਕ ਨੂੰ ਸਾਡੇ ਨਾਲ 8 ਤਰੀਕ ਨੂੰ ਅਨੀਤਾ ਸ਼ਬਦੀਸ਼ ਔਰ ਨੀਤਾ ਮਹਿੰਦਰਾ ਔਰ ਲੱਖਾ ਲਹਿਰੀ ਜੀ ਦੀ ਵਾਈਫ ਗੋਲਡੀ ਜੀ ਔਰ ਸਾਡੇ ਨਾਲ ਇਹ ਸ਼ਖਸ ਹੋਣਗੇ 9 ਤਰੀਕ ਨੂੰ ਜਿਹੜਾ ਮੰਟੋ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਸਾਡੀ ਚਰਚਾ ਜਾਰੀ ਰਹੇਗੀ ਔਰ ਸਾਡੇ ਨਾਲ ਹੋਸਟ ਕਰਾਂਗੇ ਸਾਡੇ ਇਸੇ ਅਬੀਰ ਐਂਟਰਟੇਨਮੈਂਟ ਦੇ ਪ੍ਰਸ਼ਾਂਤ ਨੇਗੀ ਜੀ ਜਿਹੜੇ ਕਿ ਬਹੁਤ ਹੀ ਵੱਡੇ ਕਹਾਣੀਕਾਰ ਨੇ ਆਵਾਜ਼ਕ ਸਾਹਿਤਕਾਰ ਵੀ ਨੇ ਇੱਕ ਨਵੀਂ ਜੀ जी जी थैंक यू हाँ मैं विजय जी का बहुत बहुत धन्यवादी नहीं मैं रवि तनेजा सर का धन्यवाद करना चाहांगा कि उन्होंने मैंने आज ये मौका दिता सारे धन्यवाद विच ही साडे जो है एक सैशन धन्यवाद दा होए आपे गुरु चेला वाली गल है साडे नाल बहुत शुक्रिया सर बहुत आपो गुरु चेला बलकार जी का मैं सचमुच बहुत धन्यवादी है मैं पहली बार इन्होंने मिलिया सीगा तां मेरी जिंदगी अंदर एक पॉजिटिव नोट काफी आया सीगा पहली मुलाकात जी बलकार जी नाल हुई सी मैं बहुत खुश होया सीगा क्योंकि इन्हां दी शख्सियत बड़ी बंदे ना एक नवी एनर्जी भर दिंदे आ इन्हां दी चेहरा मेरा डील डॉल इन्ना वधिया है ये जिन्ने पहलवान लगदे लेकिन अंदरों उन्ने ही कोमल वर्गे आ उन्हां कोमल मन दे बंदे आ और मैं इन्हां नूं कहा कि मैनूं 3 दिन दा थिएटर दे दिओ ते इन्हां ने कहता तैनूं देता जा गल बकरी मैं नहीं कर पाया लेकिन इन्हां दा पॉजिटिव एनर्जी सी इन्हां कोल मिली मैनूं और बहुत खूबसूरत सी और मैं तां उन्हां दा कायल हो गया फिर इन्हां ने मैनूं संगीत नाटक अकैडमी जाते कि तां इन्हां ने बाबा बंतू करन वास्ते बुलाया मैनूं हालांकि चंडीगढ़ संगीत नाटक अकैडमी दा मैं हमेशा शुक्रगुजार रहा कि मैनूं पंजाब जब भी चंडीगढ़ बुलाया चंडीगढ़ संगीत नाटक अकैडमी ने ही बुलाया और मैं इस गल दा धन्यवाद तुहाडा हैगा इस सैशन असीं इत्थे समाप्त करदे हां नेक्स्ट सैशन वास्ते फिर दोबारा मिलांगे तुहाडा तक शब्बा खैर बहुत बहुत इसकी रिकॉर्डिंग ਆਪਾਂ ਕਰ ਰਹੇ ਰਿਕਾर्डिंग हो जाएगी रिकॉर्डिंग ਤੁਹਾਨੂੰ ਕਾਪੀ ਮਿਲ ਜਾਏਗੀ ਔਰ ਆਪਾਂ ਇਹ ਸਭ ਨੂੰ ਕਾਗਜ਼ ਤੇ ਵੀ ਲੈ ਕੇ ਆ ਰਹੇ ਹਾਂ ਇੱਕ ਲਿਪੀਬੱਧ ਹੋਏਗਾ ਇੱਕ ਕਿਤਾਬ ਦੀ ਸ਼ਕਲ ਵਿੱਚ ਵੀ ਇਹ ਤੁਹਾਡੀ ਸਾਰਿਆਂ ਦੀ ਇੰਟਰਵਿਊਜ਼ ਜਿਹੜੀ ਹੈ ਆਪਾਂ ਕਿਤਾਬ ਦੀ ਸ਼ਕਲ ਵਿੱਚ ਵੀ ਦਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਥੈਂਕਸ ਸਰ